ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ। ਹਰ ਰੋਜ਼ ਇਸ ਵੇਲੇ ਆਪ ਜੀ ਨਾਲ ਬਹਿ ਕੇ ਜੋ ਕੁਝ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰੀਦੀ ਆ। ਅੱਜ ਵੀ ਕੁਝ ਇੱਕ ਐਸੇ ਟੌਪਿਕ ਨੇ, ਐਸੇ ਵਿਸ਼ੇ ਨੇ ਜਿਨ੍ਹਾਂ ਵਿਸ਼ਿਆਂ ਦੇ ਉੱਪਰ ਚਰਚਾ ਕਰਨੀ ਬਣਦੀ ਹੈ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਆਪਣਾ ਪੁਆਇੰਟ ਆਫ ਵਿਊ, ਆਪਣੀਆਂ ਟਿੱਪਣੀਆਂ ਜੇ ਤੁਸੀਂ YouTube ਤੇ ਦੇਖ ਰਹੇ ਹੋਵੋ ਤਾਂ ਜ਼ਰੂਰ ਕਰਨਾ। ਨਾਲ ਵੀਰ ਪਰਮਵੀਰ ਬਾਠ ਹੋਰੀ ਨੇ। ਕੀ ਹਾਲ ਨੇ ਬਾਠ ਸਾਹਿਬ? ਸੰਧਾਲੀਆ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਤੇ ਮੈਂ ਸ਼ੁਰੂ ਦੇ ਵਿੱਚ ਇਹ ਤੋਂ ਪਹਿਲਾਂ ਕਿ ਤੁਸੀਂ ਖਬਰਾਂ ਵਾਲਾ ਗੱਡਾ ਤੋਰ ਲਓ, ਗੱਡਾ ਜੋੜ ਲਓ, ਮੈਂ ਇੱਕ ਚੀਜ਼ ਤੁਹਾਡੇ ਨਾਲ ਜ਼ਰੂਰ ਸਪਸ਼ਟ ਕਰਨੀ ਚਾਹੁੰਦਾ। ਕੱਲ ਨਾ ਮੈਂ ਇੱਥੇ ਗਰਮੀਆਂ ਆ ਤੇ ਪਾਰਕਾਂ ਦੇ ਵਿੱਚ ਗਿਆ। ਕਈ ਪਾਰਕ ਨੇ ਜਿੱਥੇ ਬਜ਼ੁਰਗ ਆਪਣੇ ਬਹਿੰਦੇ ਆ, ਤਾਸ਼ ਖੇਡਦੇ ਆ, ਗੱਲਾਂ ਬਾਤਾਂ ਕਰਦੇ ਆ, ਪੰਜਾਬ ਦੀ ਰਾਜਨੀਤੀ ਨੂੰ ਰਿੰਨ੍ਹਦੇ ਆ, ਰਗੜਦੇ ਆ। ਉੱਥੇ ਸਾਰਾ ਕੁਝ ਉਹ ਸਾਰਿਆਂ ਦੇ ਕੋਲੇ ਤਜਰਬਾ ਬਹੁਤ ਹੈ। ਕੋਈ ਅਧਿਆਪਕ ਸੇਵਾ ਮੁਕਤ ਹੋਇਆ, ਕੋਈ ਇੰਜੀਨੀਅਰ ਸੇਵਾ ਮੁਕਤ ਹੋਇਆ, ਕੋਈ ਖੇਤੀਬਾੜੀ ਕਰਦਾ ਸੀ, ਖੇਤੀਬਾੜੀ 'ਚ ਸੇਵਾ ਮੁਕਤੀ ਨਹੀਂ ਹੁੰਦੀ, ਕੋਈ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਜਾਣੀ ਹਰ ਇੱਕ ਵੱਖੋ ਵੱਖਰੇ ਰੰਗ ਤੇ ਸਾਰੇ ਪੰਜਾਬ ਤੋਂ, ਰਾਜਸਥਾਨ ਤੋਂ, ਹਰਿਆਣੇ ਤੋਂ। ਸੰਧਾਲੀਆ ਸਾਹਿਬ ਚੇਤੇ ਉਹਨਾਂ ਨੇ ਤੁਹਾਨੂੰ ਵੀ ਬਥੇਰਾ ਕੀਤਾ, ਪ੍ਰਾਈਮ ਏਸ਼ੀਆ ਟੀਵੀ ਦੀ ਸਾਰੀ ਟੀਮ ਨੂੰ ਵੀ ਚੇਤੇ ਕੀਤਾ। ਤੇ ਪਰ ਇੱਕ ਗੱਲ ਉਹ ਬਾਰ-ਬਾਰ ਕਹਿੰਦੇ ਸੀ ਕਿ ਭਾਈ ਸਾਡਾ ਜੀ ਵੀ ਲਵਾ ਰੱਖਦੇ ਹੋ, ਪੁਰਾਣੀਆਂ ਗੱਲਾਂ ਵੀ ਪਤਾ ਲੱਗ ਜਾਂਦੀਆਂ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਖਾਸ ਤੌਰ ਦੇ ਉੱਤੇ ਕਿਹਾ ਕਿ ਭਾਈ ਖਲੋਤੇ ਰਹੋ, ਜਿੱਦਾਂ ਕੰਮ ਕਰਦੇ ਹੋ ਉਸੇ ਤਰੀਕੇ ਹੀ ਕਰਿਓ। ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਤੁਸੀਂ ਜੇ ਬਣ ਕੇ ਰਹੋਗੇ ਤਾਂ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਕੰਮ। ਮੈਂ ਕਿਹਾ ਫਿਰ ਤੁਹਾਡੇ ਕੰਨ 'ਚ ਸੁਨੇਹਾ ਦੇਣਾ, ਪਤਾ ਨਹੀਂ ਤੁਸੀਂ ਰਿਸਪੌਂਸ ਕਿੱਦਾਂ ਦੇਣਾ, ਸਾਰਿਆਂ ਦੇ ਸਾਹਮਣੇ ਸੁਣਾ ਦੇਣਾ ਜੀ ਤੁਹਾਨੂੰ। ਹਾਂ ਨਹੀਂ, ਚਲੋ ਦੇਖੋ ਕੋਸ਼ਿਸ਼ ਕਰੀਦੀ ਆ। ਆਪਾਂ ਤਾਂ ਅੱਗੇ ਵੀ ਬੇਨਤੀ ਕਰਦੇ ਹੁੰਦੇ ਆ ਕਿ ਵੀ ਜਿਹੜੀ ਗੱਲ ਜੋ ਜਿਵੇਂ ਜਿੱਦਾਂ ਹੈ ਉਹਨੂੰ ਜ਼ਰੂਰ ਆਪਣਾ ਕੰਮ ਹੈ ਦੱਸਣਾ। ਜਿਹੜੇ ਮੇਰਾ ਖਿਆਲ ਪਰਿਵਾਰ ਦੇ ਮੈਂਬਰ ਰੋਜ਼ ਲਗਭਗ ਸੁਣਦੇ ਨੇ, ਉਹਨਾਂ ਨੂੰ ਤਾਂ ਬੜਾ ਚੰਗੀ ਤਰ੍ਹਾਂ ਪਤਾ ਕਿ ਆਪਾਂ ਕੀ ਗੱਲ ਕਿਵੇਂ ਕਰਦੇ ਹਾਂ। ਹੁਣ ਜਿੰਨੇ ਕਿਸੇ ਨੇ ਮੰਨ ਲਓ ਕਦੀ ਕਦਾਈ ਕਿਤੇ ਹੋਰ ਪਾਸਿਓਂ ਗੱਲ ਸੁਣਨੀ ਆ, ਉਹ ਫਿਰ ਕਿਸੇ ਵੇਲੇ ਇਤਰਾਜ਼ ਉਜ਼ਰ ਵੀ ਕਰ ਦਿੰਦੇ ਆ। ਪਰ ਚਲੋ ਆਪਾਂ ਤਾਂ ਇਹੋ ਬੇਨਤੀ ਕਰ ਦਿੰਦੇ ਹਾਂ ਵੀ ਸਾਡੇ ਮੂੰਹੋਂ ਸੁਣੀ ਗੱਲ ਉਹਦਾ ਅਸੀਂ ਜਵਾਬਦੇਹ ਹੈਗੇ ਆ। ਜੇ ਕੋਈ ਹੋਰ ਆਖੇ ਵੀ ਫਲਾਨੀ ਐ ਕਿਉਂ ਤੇ ਢਿੰਗੜੀ ਐ ਕਿਉਂ, ਉਹਦੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਪਈ, ਕਿਉਂਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਬਾਠ ਸਾਹਿਬ ਨਹੀਂ ਬਿਲਕੁਲ ਜੀ, ਜੋ ਕੁਛ ਇੱਧਰਲੇ ਪਾਸਿਓਂ ਦੋ ਮੂੰਹਾਂ ਦੇ ਵਿੱਚੋਂ ਬੋਲਿਆ ਜਾਂਦਾ ਉਹਦੇ ਭਾਈ ਮੁਕੰਮਲ ਤੌਰ ਦੇ ਉੱਤੇ ਜਵਾਬ ਦੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸੰਧਾਲੀਆ ਸਾਹਿਬ ਸੰਗਤ ਤੋਂ ਬਿਨਾਂ, ਲੋਕਾਂ ਤੋਂ ਬਿਨਾਂ, ਜਨਤਾ ਤੋਂ ਬਿਨਾਂ ਹੈ ਕੀ? ਕਿਉਂਕਿ ਸਾਰੀ ਤਾਕਤ ਹੀ ਉਹ ਨੇ ਜਦੋਂ ਨਾਲ ਖੜਦੇ ਆ, ਜਦੋਂ ਕਹਿੰਦੇ ਆ ਕਿ ਭਾਈ ਠੀਕ ਹੋ, ਉਹੀ ਤਾਕਤ ਆ। ਹੋਰ ਕਿਹੜਾ ਲੀਡਰਾਂ ਦੇ ਨਾਲ ਜਾ ਰਹੀਆਂ ਨੇ ਭਾਈ ਆਪਣੀਆਂ। ਹੁਣ ਜੇ ਉਹ ਤਾਕਤ ਕੋ ਆ ਬੈਠਾਂਗੇ ਤਾਂ ਸਾਰਾ ਕੁਝ ਹੀ ਸੱਜੇ ਖੱਬੇ ਹੋ ਜਾਊਗਾ। ਬਾਕੀ ਸੰਧਾਲੀਆ ਸਾਹਿਬ ਅਗਲੀ ਗੱਲ ਜੇ ਹੁਣ ਆਪਾਂ ਸ਼ੁਰੂ ਕਰੀਏ, ਹਰ ਤੋਂ ਸ਼ੁਰੂ ਕਰਾਂ, ਇੱਕ ਚੀਜ਼ ਐਡ ਕਰਾਂ। ਜੇ ਤੁਸੀਂ ਆ ਬਜ਼ੁਰਗਾਂ ਦੀ ਗੱਲ ਛੇੜ ਲਈ ਹੈ ਨਾ ਗਰਮੀ ਵਾਲੀ, ਹੁਣ ਗਰਮੀਆਂ ਜ਼ਰੂਰੀ ਨਹੀਂ ਵੀ ਜਿੱਥੇ ਤੁਸੀਂ ਬੈਠੇ ਆ ਇਸ ਵਕਤ ਕੈਨੇਡਾ 'ਚ ਉੱਥੇ ਹੀ ਗਰਮੀ ਸਾਰੀ ਕੈਨੇਡਾ 'ਚ ਹੈਗੀ ਜੀ। ਅੱਛਾ, ਮੈਂ ਇੱਕ ਗੱਲ ਜਿਹੜੀ ਇਹਦੇ 'ਚ ਐਡ ਕਰਨੀ ਚਾਹੁੰਦਾ ਉਹ ਇਹ ਸੀਗੀ ਕਿ ਵੀ ਜਿਹੜਾ ਇਹ ਕੰਮ ਸ਼ੁਰੂ ਹੋਇਆ ਨਾ ਕਿ ਥੋੜ੍ਹਾ ਜਿਹੜਾ ਗੁਰਦੁਆਰਾ ਸਾਹਿਬਾਨਾਂ ਵੱਲੋਂ ਜਾਂ ਕੁਝ ਇੱਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਜਿੱਦਾਂ ਇਹ ਬਜ਼ੁਰਗਾਂ ਦੀਆਂ ਕਹਿ ਲਓ ਕਿ ਕਲਾਸਾਂ ਕਹਿ ਲਓ ਜਾਂ ਉਹਨਾਂ ਦੇ ਲਈ ਜਿਹੜਾ ਜਾਣਕਾਰੀ ਆ ਦਾ ਫਰੀ ਵਾਲਾ ਕੰਮ ਸ਼ੁਰੂ ਕੀਤਾ। ਮੈਨੂੰ ਲੱਗਦਾ ਕਿ ਉਹ ਚੰਗਾ ਉਪਰਾਲਾ, ਕਿਉਂਕਿ ਇਹਦੇ ਨਾਲ ਇੱਕ ਗੱਲ ਤੇ ਪੱਕੀ ਆ ਕਿ ਕਈ ਬਜ਼ੁਰਗ ਜਿਨ੍ਹਾਂ ਦਾ ਤਜਰਬਾ ਹੈਗਾ ਉਹ ਗਾਂਹ ਬਾਕੀਆਂ ਨੂੰ ਸਮਝਾ ਸਕਦੇ ਆ। ਤੇ ਕਈ ਵਾਰ ਇੱਥੇ ਆਪਾਂ ਨੂੰ ਇਸ ਚੀਜ਼ ਦੇ ਵਿੱਚ ਉਜਰ ਇਤਰਾਜ਼ ਹੁੰਦਾ ਵੀ ਯਾਰ ਬਜ਼ੁਰਗ ਵਿਚਾਰੇ ਆ ਜਾਂਦੇ ਨੇ, ਸਾਰੀ ਉਮਰ ਉਹਨਾਂ ਨੇ ਉੱਥੇ ਕੱਢੀ ਹੁੰਦੀ ਆ, ਇੱਥੋਂ ਵਾਲਾ ਸਿਸਟਮ ਸਮਝਾਉਣ ਤੋਂ ਥੋੜ੍ਹਾ ਜਿਹਾ ਟਾਈਮ ਲੱਗਦਾ। ਕਈ ਵਾਰ ਨਿਆਣਿਆਂ ਕੋਲ ਸਮਾਂ ਨਹੀਂ ਹੁੰਦਾ ਤੇ ਜੋ ਆਪਣੇ ਸਾਥੀਆਂ ਦੇ ਨਾਲ ਇਸ ਤਰ੍ਹਾਂ ਕਿਸੇ ਜਗ੍ਹਾ ਤੋਂ ਕੋਈ ਇਨਫੋਰਮੇਸ਼ਨ ਲੈ ਲੈਣ, ਕੋਈ ਬੱਸ ਕਿੱਥੋਂ ਲੈਣੀ ਹੈ, ਕੋਈ ਪਾਸ ਕਿੱਥੋਂ ਬਣਾਉਣਾ, ਜਾਂ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੇ ਉਹਦਾ ਕੀ ਢੰਗ ਤਰੀਕਾ, ਜੇ ਕੋਈ ਰਹਿਣਾ ਵਿਚਰਨਾ ਤੇ ਉਹਦੇ ਲਈ ਆਪਾਂ ਨੂੰ ਕਿਹੜੀ ਚੀਜ਼ ਦਾ ਖਿਆਲ ਰੱਖਣ ਦੀ ਲੋੜ ਹੈ। ਮੈਨੂੰ ਲੱਗਦਾ ਵੀ ਉਹ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਉਹ ਹੋਰ ਕਰਨ ਦੀ ਲੋੜ ਹੈ ਤੇ ਜਿਹੜੇ ਕਰ ਰਹੇ ਨੇ ਉਹ ਵਧਾਈ ਦੇ ਪਾਤਰ ਨੇ। ਮੈਨੂੰ ਇਹ ਸੀ ਵੀ ਆਪਾਂ ਉਹਨਾਂ ਦੀ ਵੀ ਪਿੱਠ ਥਾਪੜ ਦਈਏ ਵੀ ਚੰਗਾ ਕੰਮ ਆ, ਕਿਉਂਕਿ ਕਿਸੇ ਵੇਲੇ ਹੁੰਦਾ ਵੀ ਆਪਾਂ ਇਹ ਸਮਝ ਲੈਂਦੇ ਵੀ ਯਾਰ ਗੱਡੀ 'ਚ ਜਾਂਦਿਆਂ ਕੋਈ ਸਾਈਡ 'ਤੇ ਉਹੋ ਜਿਹੀ ਚੀਜ਼ ਜਾਪੇ ਤੇ ਆਪਾਂ ਕਈ ਵਾਰ ਉਜਰ ਕਰਦੇ ਯਾਰ ਇਹਨਾਂ ਨੂੰ ਕੌਣ ਸਮਝਾਊਗਾ। ਗੱਲ ਇਹ ਆ ਵੀ ਜਦੋਂ ਬਜ਼ੁਰਗ ਆਪਣੇ ਨੇ ਤੇ ਸਮਝਾਉਣਾ ਵੀ ਤੇ ਆਪਾਂ ਨੂੰ ਹੀ ਪੈਣਾ ਨਾ, ਹੁਣ ਬਾਹਰੋਂ ਤਾਂ ਕਿਸੇ ਨੇ ਆੜ ਕੇ ਸਮਝਾਉਣਾ ਨਹੀਂ। ਬਹੁਤ ਜ਼ਰੂਰੀ ਹੈ ਜੀ, ਪੁਲ ਬਣਨਾ ਬਹੁਤ ਜ਼ਰੂਰੀ ਹੈ। ਸੰਧਾਲੀਆ ਸਭ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ, ਕਿਸੇ ਪਾਸੇ ਸੱਭਿਆਚਾਰ, ਰਵਾਇਤਾਂ ਕਿੱਦਾਂ ਦੀਆਂ, ਰਹਿਣ ਸਹਿਣ ਦਾ ਢੰਗ ਤਰੀਕਾ ਕੀ ਹੈ। ਆਪਾਂ ਕਦੇ ਵੀ ਆਪਣੇ ਪਰਿਵਾਰਾਂ ਦੇ ਵਿੱਚ ਕਿਸੇ ਨੂੰ ਜੇ ਕੋਈ ਲੀਹੋਂ ਲਿੱਥੇ ਤਾਂ ਛੱਡ ਤਾਂ ਨਹੀਂ ਦਿੰਦੇ ਕਿ ਭਾਈ ਜਾਓ ਮਰੋ ਪਰੇ ਜੋ ਮਰਜ਼ੀ ਕਰੋ ਨਾ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਭਾਈ ਉਹ ਬੰਦਾ ਸਿੱਧੇ ਰਸਤੇ ਦੇ ਉੱਤੇ ਆਵੇ ਜੇ ਉਹ ਲੀਹੋਂ ਭਟਕਿਆ, ਕਿਉਂਕਿ ਲੀਹੋਂ ਲਿੱਥਣ ਵਾਲੇ ਬੰਦੇ ਨੂੰ ਨਹੀਂ ਪਤਾ ਹੁੰਦਾ ਮੈਂ ਗਲਤ ਕਰਦਾ। ਜੇ ਪਤਾ ਹੋਵੇ ਨਾ ਮੈਂ ਗਲਤ ਕਰਦਾ, ਸੈਲਫੀ ਲੈਂਦੇ ਆ ਕਈ ਬੰਦੇ ਡੁੱਬੇ ਆ ਪੰਜਾਬ 'ਚ, ਜੇ ਉਹਨਾਂ ਨੂੰ ਪਤਾ ਹੋਵੇ ਕਿ ਭਾਈ ਨੁਕਸਾਨ ਹੋ ਜੂ, ਮੈਂ ਡੁੱਬ ਜਾਣਾ, ਕਦੇ ਵੀ ਉੱਥੇ ਨਾ ਜਾਵੇ ਬੰਦਾ। ਉਹਨਾਂ ਨੂੰ ਵੇਲੇ ਸਿਰ ਡਾਇਰੈਕਸ਼ਨ ਦੇਣ ਵਾਲਾ
ਸੇਧ ਦੇਣ ਵਾਲਾ, ਸਹੀ ਲੀਹ ਦੇ ਉੱਤੇ ਪਾਉਣ ਵਾਲਾ ਬੰਦਾ ਚਾਹੀਦਾ। ਸੋ ਜਿੱਥੇ ਜਿੱਥੇ ਡਿਊਟੀਆਂ ਨੇ ਉਹ ਨਿਭਾਈਏ ਜ਼ਰੂਰ। ਬਜ਼ੁਰਗਾਂ ਦੇ ਨਾਲ ਜਿੱਥੇ ਕਿਤੇ ਗੱਲਬਾਤ ਕਰਨ ਦੀ ਲੋੜ ਹੈ, ਸੰਧਾਲੀਆ ਸਾਹਿਬ, ਉਹ ਗੱਲਬਾਤ ਹੋਣੀ ਚਾਹੀਦੀ ਹੈ। ਆਪਾਂ ਵਿੱਥ ਬਣਾ ਕੇ ਨਹੀਂ ਚੱਲ ਸਕਦੇ, ਇਹ ਗੱਲ ਪੱਕੀ ਹੈ ਜੀ। ਸੋ ਇਹਦੇ ਲਈ ਅਸੀਂ ਆਸ ਕਰਦੇ ਹਾਂ ਵੀ ਜੇ ਕੋਈ ਹੋਰ ਵੀ ਸੰਸਥਾ, ਮੰਨ ਲਓ ਕੈਨੇਡਾ ਜਾਂ ਹੋਰ ਕਿਸੇ ਵੀ, ਤੁਸੀਂ ਬਾਹਰਲੇ ਮੁਲਕ 'ਚ ਰਹਿੰਦੇ ਹੋ, ਉੱਥੇ ਤੁਸੀਂ ਜੇ ਕੁਛ ਇਹੋ ਜਿਹਾ ਉਪਰਾਲਾ ਕਰ ਰਹੇ ਹੋ ਤਾਂ ਉਹਦੀ ਟਿੱਪਣੀ ਤੁਸੀਂ ਜ਼ਰੂਰ ਕਰਿਓ। ਜੇ ਕੋਈ ਤੁਹਾਡਾ ਸੰਪਰਕ ਨੰਬਰ ਹੋਵੇ ਉਹ ਤੁਸੀਂ ਕਮੈਂਟਾਂ ਦੇ ਰੂਪ 'ਚ ਥੱਲੇ ਲਿਖ ਸਕਦੇ ਹੋ, ਤਾਂ ਜੋ ਹੋਰ ਜੇ ਕੋਈ ਜਾਣਕਾਰੀ ਅੱਗੇ ਉੱਤੋਂ ਲੈਣੀ ਚਾਹੇ ਤੇ ਉਹ ਲੈ ਸਕਦਾ। ਫਰਕ ਕੋਈ ਨਹੀਂ ਪੈਂਦਾ ਹੁੰਦਾ। ਕਿਸੇ ਵੇਲੇ ਜਿਹੜੇ ਮੰਨ ਲਓ ਧੀ ਪੁੱਤ ਕਰਕੇ ਉਹ ਪਰਿਵਾਰ ਜਾਂ ਬਜ਼ੁਰਗ ਇੱਥੇ ਆਇਆ, ਕਿਸੇ ਵੇਲੇ ਉਹਦੇ ਕੋਲੇ ਸਮਾਂ ਨਹੀਂ ਹੁੰਦਾ ਜਾਂ ਉਹਨੂੰ ਨਹੀਂ ਪਤਾ ਹੁੰਦਾ ਕਿ ਵੀ ਹੋਰ ਕਿਹੜੀ ਕਿਹੜੀ ਚੀਜ਼ ਮੰਮੀ ਨੂੰ ਜਾਂ ਡੈਡੀ ਨੂੰ ਦੱਸਣ ਦੀ ਲੋੜ ਹੈ। ਪਰ ਜੇ ਮੰਨ ਲਓ ਉਹਨਾਂ ਦੇ ਕੋਲੇ ਸਮਾਂ ਫ੍ਰੀ ਹੈ ਤੇ ਆਪਾਂ ਉਹੋ ਜਿਹੀ ਕੋਈ ਕਲਾਸ ਲਾ ਰਹੇ ਹਾਂ ਜਾਂ ਸਮਾਂ ਕੱਢ ਰਹੇ ਹਾਂ, ਕੋਈ ਜਾਣਕਾਰੀ ਦੇ ਰਹੇ ਹਾਂ, ਉਹ ਵੀ ਉੱਥੇ ਆ ਕੇ ਉਹ ਜਾਣਕਾਰੀ ਹਾਸਲ ਕਰ ਲੈਣਗੇ। ਉਹਨਾਂ ਦਾ ਵੀ ਫਾਇਦਾ ਹੋ ਜੂ, ਭਲਾ ਹੋ ਜੂ। ਪਲੱਸ ਜਿਹੜਾ ਆਪਾਂ ਨੂੰ ਕਈ ਵਾਰ ਇਹ ਚੀਜ਼ ਦਾ ਇਤਰਾਜ਼ ਹੁੰਦਾ ਵੀ ਯਾਰ ਇਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ, ਉਹ ਕਿਸੇ ਵੇਲੇ ਹੁੰਦਾ ਵੀ ਆਪਣਾ ਧੀ ਪੁੱਤ ਕਿਸੇ ਵੇਲੇ ਸਮਝਾਵੇ ਤੇ ਲੈ ਤੈਨੂੰ ਬੜਾ ਪਤਾ, ਕੱਲ੍ਹ ਤੂੰ ਸਾਡੇ ਹੱਥਾਂ 'ਚ ਜੰਮਿਆ। ਜਦੋਂ ਬੰਦਾ ਬਾਹਰੋਂ ਆਪਣੇ ਨਾਲ ਦੇ 5-7 ਦੇ ਨਾਲ ਬਹਿ ਕੇ ਸਿੱਖ ਲੈਂਦਾ ਗੱਲ, ਫਿਰ ਉਹ ਕਹਿੰਦੇ ਨਹੀਂ ਇੱਧਰ ਬਾਹਰ ਫਿਰ ਇੱਦਾਂ ਕਰਨਾ ਪੈਂਦਾ, ਇਹ ਮੁੰਡੇ ਠੀਕ ਹੀ ਆਂਦੇ, ਜਿੱਦਾਂ ਕਹਿੰਦੇ ਉੱਦਾਂ ਮੰਨ ਲਈਦੀ ਆ। ਇਹ ਜ਼ਰੂਰੀ ਹੈ ਸੰਧਾਲੀਆ ਸਾਹਿਬ, ਵੈਸੇ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਆਪਾਂ ਕਈ ਵਾਰੀ ਦੇਖਿਆ ਕਿ ਘਰੋਂ ਤੁਰੀਏ ਦੁਕਾਨ ਨੂੰ, ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਜਾਣਾ ਹੋਵੇ, ਬੰਦਾ ਨਿਰਾਸ਼ ਜਿਹਾ ਹੋਵੇ, ਢਹਿੰਦੀ ਕਲਾ 'ਚ ਹੋਵੇ, ਧੁੱਪ ਬੜੀ ਹੈ, ਪ੍ਰਾਹੁਣਿਆਂ ਨੇ ਛੇਤੀ ਆ ਜਾਣਾ, ਮੈਂ ਕੁਛ ਹੋਰ ਕਰਨਾ ਸੀ, ਮੈਂ ਆਹ ਕਰਨ ਲੱਗਿਆ, ਹੁਣ ਤਾਂ ਕੁਛ ਵੀ ਨਹੀਂ ਕੀਤਾ ਜਾਣਾ, ਮੈਨੂੰ ਹੀ ਭੇਜ ਦਿੰਦੇ ਹਰ ਵਾਰੀ। ਇੱਕ ਉਹ ਤਰੀਕਾ। ਦੂਸਰਾ ਇੱਕ 4 ਕਦਮਾਂ ਦੇ ਉੱਤੇ ਦੁਕਾਨ ਹੈ ਭਾਈ, ਮੈਂ ਆ 2 ਕਦਮ ਪੁੱਟਣੇ ਆ, 2 ਜਣੇ ਤੇ 2 ਹੋਰ ਪੁੱਟ ਕੇ 4 ਦੁਕਾਨੇ ਸਮਾਨ ਲਿਆ ਕੇ ਮੈਂ ਘਰੇ ਪਿੰਡੇ ਪਾਣੀ ਪਾਉਣਾ, ਤਿਆਰ ਹੋ ਕੇ ਜਿੱਥੇ ਜਾਣਾ ਚਲੇ ਜਾਣਾ। ਜਾਣੀ ਹਾਂ ਪੱਖੀ ਅਪਰੋਚ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਦੇਖੋ, ਹੜ੍ਹ ਆਏ, ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ, ਲੀਡਰਸ਼ਿਪ ਦਾ ਇੱਕ ਬਹੁਤ ਵੱਡਾ ਹਿੱਸਾ ਤੇ ਆਮ ਲੋਕਾਂ ਦਾ ਵੀ ਇੱਕ ਚੋਖਾ ਹਿੱਸਾ, ਅਸੀਂ ਨੈਗੇਟਿਵ ਗੱਲਾਂ ਵੱਲ ਗਏ। ਇੱਥੇ ਹੜ੍ਹ ਆ ਗਿਆ ਜੀ, ਇੱਥੇ ਆਹ ਨਹੀਂ ਹੋਇਆ ਜੀ, ਇੱਥੇ ਆਹ ਨਹੀਂ ਪੁੱਜਾ ਜੀ। ਸਰਕਾਰਾਂ ਨੇ ਕੀ ਕਰਨਾ ਆਪਾਂ ਨੂੰ ਪਤਾ ਹੀ ਹੈ। ਸਰਕਾਰਾਂ ਨੇ ਕਿੰਨਾ ਕੁ ਵੇਲੇ ਸਿਰ ਉੱਥੇ ਪੁੱਜਣਾ, ਸਰਕਾਰਾਂ ਦੇ ਕੋਲੇ ਮਸ਼ੀਨਰੀ ਕਿੰਨੀ ਕਾ, ਇੱਛਾ ਸ਼ਕਤੀ ਕਿੰਨੀ ਕਾ, ਚਾਹੇ ਸੂਬਾ ਤੇ ਚਾਹੇ ਕੇਂਦਰ ਦੀਆਂ, ਆਪਾਂ ਸਾਰਿਆਂ ਨੂੰ ਪਤਾ। ਪਰ ਇਸ ਮੌਕੇ ਦੇ ਉੱਤੇ ਇੱਕ ਤਰੀਕਾ ਤੇ ਇਹ ਹੈ ਕਿ ਅਸੀਂ ਨੁਕਸ ਕੱਢੀਏ ਤੇ ਲੋਕਾਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਰਹਿਣ ਦਈਏ। ਦੂਸਰਾ ਤਰੀਕਾ ਜਿਹੜਾ ਕੁਝ ਇੱਕ ਗਿਣਤੀ ਦੇ ਲੋਕਾਂ ਨੇ ਅਪਣਾਇਆ ਕਿ ਭਾਈ ਠੀਕ ਹੈ, ਸਰਕਾਰ ਆਊ, SGPC ਆਊ, ਗੈਰ ਸਰਕਾਰੀ ਸੰਸਥਾਵਾਂ ਆਉਣਗੀਆਂ, ਪਰ ਅਸੀਂ ਆਪਣੇ ਪੱਧਰ ਦੇ ਉੱਤੇ ਕੀ ਕਰ ਸਕਦੇ ਹਾਂ। ਮੈਂ 2-3 ਉਦਾਹਰਨਾਂ ਦਿੰਨਾ ਜਿੱਥੇ ਸਲੂਟ ਕਰਨ ਨੂੰ ਜੀ ਕਰਦਾ। ਜਦੋਂ ਐ ਲੱਗਦਾ ਕਿ ਭਾਈ ਐਵੇਂ ਨਹੀਂ ਉਹ ਦੇਸ਼ ਵਸਦਾ, ਐਵੇਂ ਨਹੀਂ ਪੰਜਾਬ, ਹਰਿਆਣਾ ਤੇ ਉੱਤਰੀ ਭਾਰਤ ਦੇ ਖਿੱਤੇ ਅਜੇ ਵੀ ਇੰਨੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਪੈਰਾਂ ਤੇ ਖਲੋਤੇ ਨੇ। ਹਰਿਆਣੇ ਦੀ ਗੱਲ ਤੋਂ ਸ਼ੁਰੂ ਕਰਦਾ। ਉੱਥੇ ਪਾੜ ਪੈ ਚੱਲਾ ਸੀ ਨਹਿਰ ਦੇ ਵਿੱਚ, ਥੋੜਾ ਜਿਹਾ 2-4 ਘੰਟਿਆਂ ਦੀ ਹੋਰ ਖੇਡ ਸੀ, ਜੇ ਮਿੱਟੀ ਨਾ ਪੈਂਦੀ ਤਾਂ ਕੰਮ ਔਖਾ ਹੋ ਜਾਣਾ ਸੀ, 20-25 ਪਿੰਡ ਹੜ ਜਾਣੇ ਸੀ। ਸੰਧਾਲੀਆ ਸਾਹਿਬ ਉੱਥੇ ਨੇੜੇ 2 ਬੰਦੇ ਕਿਸਾਨ, ਇੱਕ ਨਰਿੰਜਨ ਸਿੰਘ ਤੇ ਦੂਸਰਾ ਕਾਲਾ ਸਿੰਘ, ਉਹ ਦੋਏ ਕਿਸਾਨ ਜਿਹੜੇ ਆ, ਉਹਨਾਂ ਦੇ ਕੋਲੇ ਬਹੁਤ ਛੋਟੇ ਕਿਸਾਨ, 6-6, 7-7 ਏਕੜ ਦੇ ਮਾਲਕ, ਤੇ ਉਹਨਾਂ ਨੇ ਕਿਹਾ ਕਿ ਭਾਈ ਆ ਦੇਖੋ ਨਹਿਰ ਦੇ ਕੋਲੇ ਸਾਡੀ 5-5 ਏਕੜ ਜ਼ਮੀਨ ਹੈ, ਫਸਲ ਬੀਜੀ ਹੋ ਆ, ਤੁਸੀਂ ਐਂ ਕਰੋ ਸਾਡੇ ਖੇਤਾਂ ਦੇ ਵਿੱਚੋਂ ਮਿੱਟੀ ਪੱਟ ਕੇ ਬੰਨ ਪੱਕਾ ਕਰ ਦਿਓ। ਉੱਥੇ ਬੜੇ ਕਿਸਾਨ ਹੋਣੇ ਆ, ਹੋਰ ਬਹੁਤ ਸਾਰੇ ਲੋਕਾਂ ਦੇ ਪਲਾਟ ਹੋਣੇ ਆ, ਉੱਥੇ ਬਹੁਤ ਸਾਰੇ ਲੋਕ ਕਰੋੜਾਂ ਅਰਬਾਂਪਤੀ ਵੀ ਹੋਣੇ ਆ ਨੇੜੇ। ਹੌਸਲਾ ਬਹੁਤ ਥੋੜੇ ਲੋਕਾਂ ਦਾ ਪੈਂਦਾ। ਉਹਨਾਂ ਦੋਨਾਂ ਨੇ ਕਈ ਫੁੱਟ ਜ਼ਮੀਨ ਆਪਣੀ ਖੇਤ, ਇੱਕ ਤਾਂ ਫਸਲ ਵੀ ਨਾਲ ਹੀ ਪੱਟੀ ਗਈ, ਦੂਸਰਾ ਖੇਤ ਨੀਵੇਂ ਹੋ ਗਏ, ਪਰ ਉਹਨਾਂ ਨੇ ਉਹ ਬੰਨ ਟੁੱਟਣੋਂ ਬਚਾ ਲਿਆ। ਆਲੇ ਦੁਆਲੇ ਦੇ 20-25 ਪਿੰਡ ਜਿਹੜੇ ਉਹ ਬਚ ਗਏ। ਹੁਣ ਸਮੱਸਿਆ ਉਹਨਾਂ ਦੀ ਖਤਮ ਨਹੀਂ ਹੋਣੀ। ਸੰਧਾਲੀਆ ਸਾਹਿਬ ਮੀਂਹ ਬਾਅਦ ਚ ਆਇਆ ਕਰਨਾ, ਉਹਨਾਂ ਦੇ ਖੇਤ ਨਹੀਂ ਰਹਿ ਗਏ, ਉਹਨਾਂ ਦੇ ਟੋਏ ਨੇ, ਸਾਰਾ ਆਲੇ ਦੁਆਲੇ ਦੇ ਖੇਤਾਂ ਦਾ ਪਾਣੀ ਉੱਥੇ ਆ ਜਾ ਕਰੂਗਾ। ਉਹਨਾਂ ਨੂੰ ਉੱਥੇ ਟਰੈਕਟਰ ਬਾੜਨਾ, ਟਰੈਕਟਰ ਕੱਢਣਾ, ਫਸਲ ਬੀਜਣੀ, ਫਸਲ ਪਾਲਣੀ, ਫਸਲ ਵੱਢ ਕੇ ਬਾਹਰ ਲਿਆਉਣੀ, ਉਹਨਾਂ ਦੇ ਲਈ ਔਖ ਹੀ ਔਖ ਹੈ। ਪਰ ਉਹਨਾਂ ਨੇ ਆਪਣਾ ਨਹੀਂ ਸੋਚਿਆ, ਉਹਨਾਂ ਨੇ ਦੁਨੀਆ ਦਾ ਸੋਚਿਆ। ਤੁਸੀਂ ਹੋਰ ਦੇਖੋ, ਇਹਨਾਂ ਦੇ ਵਿੱਚੋਂ ਵੀ ਜਿਹੜਾ ਕਿਸਾਨ ਨਰਿੰਜਨ ਸਿੰਘ ਹੈ, ਉਹਦੇ ਜਵਾਈ ਦੀ 3-4 ਦਿਨ ਪਹਿਲਾਂ ਮੌਤ ਹੋਈ। ਸੰਧਾਲੀਆ ਸਾਹਿਬ 3-4 ਦਿਨ ਪਹਿਲਾਂ, ਜਦੋਂ ਧੀ ਦਾ ਘਰ ਉਜੜ ਜਾਏ, ਜਵਾਈ ਜਿਹੜਾ ਦੁਨੀਆ ਤੋਂ ਚਲੇ ਜਾਏ, ਉਹ ਸੰਸਕਾਰ ਤੇ ਗਿਆ ਸੀ ਉੱਥੇ ਜਵਾਈ ਦੇ। ਉੱਥੇ ਉਹਨੂੰ ਪਤਾ ਲੱਗਿਆ ਕਿ ਭਾਈ ਉਹ ਬੰਨ ਟੁੱਟ ਚੱਲਾ, ਮਿੱਟੀ ਦੀ ਲੋੜ ਹੈ, ਜੇ ਮਿੱਟੀ ਨਾ ਪਾਈ ਤਾਂ ਔਖਾ ਹੋ ਜੂ। ਸੰਸਕਾਰ ਮੁਕੰਮਲ ਕਰਕੇ ਸਿੱਧਾ ਬੰਨ ਤੇ ਆਇਆ, ਲੋਕ ਖੜੇ ਸੀ, ਕਹਿੰਦਾ ਪੱਟ ਲਓ, ਆ ਮੇਰੇ ਕੋਲ 5 ਏਕੜ ਆ, ਹੋ ਸਕਦਾ ਲਾਗੇ ਕਿਸੇ ਕੋਲ 50 ਏਕੜ ਵੀ ਹੋਣ, ਹੋ ਸਕਦਾ ਨੇੜੇ ਕਿਸੇ ਕੋਲ 100 ਏਕੜ ਵੀ ਹੋਵੇ, ਉਹਨਾਂ ਦੇ ਕੋਲੇ ਤੇ ਇੰਨੀ ਸੀ। ਸੋ ਐਸੇ ਲੋਕ ਅਜੇ ਤੱਕ ਵੀ ਧਰਤੀ ਦੇ ਉੱਤੇ ਮੌਜੂਦ ਆ, ਜਿਹੜੇ ਆਪਣਾ ਨਹੀਂ ਵੇਖਦੇ, ਦੁਨੀਆ ਦਾ ਦੇਖਦੇ ਆ। ਇੱਧਰ ਸਰਦੂਲਗੜ੍ਹ ਦੇ ਨੇੜੇ, ਜਦੋਂ ਸਰਦੂਲਗੜ੍ਹ ਦੇ ਵਿੱਚ ਪਾਣੀ ਭਰਨ ਲੱਗਿਆ, ਮਿੱਟੀ ਦੀ ਲੋੜ ਸੀ ਕਿ ਭਾਈ ਸ਼ਹਿਰ ਦੇ ਆਲੇ ਦੁਆਲੇ ਦੇ ਜਿੱਥੋਂ ਪਾਣੀ ਆ ਸਕਦਾ ਮਿੱਟੀ ਦੇ ਬੋਰੇ ਭਰ ਕੇ ਰੱਖੀਏ। ਇੱਕ ਬੰਦੇ ਨੇ 5 ਏਕੜ ਆਪਣੇ ਖੇਤ ਪਟਾਤੇ, ਇੱਕ ਨੇ 2 ਏਕੜ ਖੇਤ ਪਟਾਤੇ।
ਸਾਰੇ ਹੀ ਪੰਜਾਬ ਦੇ ਵਿੱਚੋਂ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਜਿੱਥੇ ਲੋਕਾਂ ਨੇ ਕਿਹਾ ਕਿ ਭਾਈ ਇਹ ਨਾ ਦੇਖੋ ਮੇਰਾ ਕਿੰਨਾ ਨੁਕਸਾਨ ਹੁੰਦਾ, ਜੇ ਦੁਨੀਆ ਬਚਦੀ ਆ ਤਾਂ ਬਚਾ ਲਓ। ਹੁਣ ਜਿੱਥੇ ਸੰਧਾਲੀਆ ਸਾਹਿਬ ਇਦਾਂ ਦੇ ਲੋਕ ਨੇ, ਉਹਨਾਂ ਨੂੰ ਆਪਾਂ ਖਬਰਾਂ ਦਾ ਹਿੱਸਾ ਨਾ ਬਣਾਈਏ, ਉਹਨਾਂ ਦੀ ਚੜ੍ਹਦੀ ਕਲਾ ਨੂੰ ਆਪਾਂ ਲੋਕਾਂ ਤੱਕ ਨਾ ਲੈ ਕੇ ਜਾਈਏ, ਫਿਰ ਕਸੂਰਵਾਰ ਤਾਂ ਆਪਾਂ ਵੀ ਹੋਵਾਂਗੇ ਨਾ। ਨਹੀਂ, ਆਪਾਂ ਬਿਲਕੁਲ ਕਸੂਰਵਾਰ ਹੋਵਾਂਗੇ। ਆਪਾਂ ਤਾਂ ਮੈਂ ਨਾ ਵੀ ਵਧਾਈ ਦੇ ਪਾਤਰ ਨੇ, ਤੇ ਸਗੋਂ ਉਹ ਬੰਦੇ ਤੇ ਹੀਰੋ ਨੇ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ। ਕਿਉਂਕਿ ਕਾਰਨ ਇਹ ਆ ਨਾ ਵੀ ਹੋ ਸਕਦਾ ਕਿਸੇ ਨੂੰ ਅੱਜ ਜਾਪਦਾ ਹੋਵੇ ਵੀ ਯਾਰ ਅੱਛਾ ਕਿੱਡੀ ਗੱਲ ਕਰ ਲਈ, ਪਰ ਗੱਲ ਇਹ ਕਰ ਲਈ ਤੁਸੀਂ ਦੇਖਿਓ ਵੀ ਅੱਜ ਤੋਂ 3-4 ਮਹੀਨੇ ਬਾਅਦ ਜਦੋਂ ਇਹ ਸਾਰਾ ਕੁਝ ਜਿਹੜਾ ਉਹ ਥਾਂ ਥਾਈਂ ਹੋ ਜਾਣਾ, ਪਾਣੀ ਸੁੱਕ ਜਾਣਾ, ਜੇ ਕੋਈ ਜ਼ਮੀਨ ਭਾਂਡੇ 'ਚ ਕਿਤੇ ਖਲੋਤਾ ਉਹ ਵੀ ਸੈੱਟ ਹੋ ਜਾਣਾ, ਜਿਹਦੀ ਕੋਈ ਫਸਲ ਬਚ ਗਈ ਆ ਉਹ ਫਸਲ ਮੰਨ ਲਓ ਪੱਕ ਕੇ ਤੇ ਉਸ ਤੋਂ ਬਾਅਦ ਅਗਲੇ ਨੇ ਵੱਢ ਵੀ ਲੈਣੀ ਆ, ਕੋਈ 4 ਛਿੱਲੜ ਉਹਦੇ ਘਰੇ ਵੀ ਆ ਜਾਣੇ ਆ। ਉਦੋਂ ਉਹਨਾਂ ਨੂੰ ਹੋ ਸਕਦਾ ਵੀ ਇਹ ਚੀਜ਼ ਮਹਿਸੂਸ ਹੋਵੇ ਵੀ ਯਾਰ ਆਪਣੀ ਵੀ ਫਸਲ ਸੀਗੀ, ਆਪਾਂ ਵੀ ਉੱਥੇ ਜ਼ਮੀਨ 'ਚ ਕੁਛ ਬੀਜਿਆ ਸੀ, ਜੇ ਆਹ ਸਾਰਾ ਕੁਛ ਨਾ ਹੁੰਦਾ ਤੇ ਹੋ ਸਕਦਾ ਆਪਣੇ ਘਰੇ ਵੀ 4 ਦਾਣੇ ਆਉਂਦੇ, ਆਪਣੇ ਘਰੇ ਵੀ ਕੋਈ ਰੁਪਈਆ ਧੇਲੀ ਆਉਂਦਾ, ਜਿਹੜੀ ਕੋਈ ਕਾਰਜ ਸਾਰਥ ਕਰਨ ਵਾਲੇ ਸੀ ਆਪਾਂ ਉਹਦੇ ਨਾਲ ਇਹ ਕਰਦੇ। ਉਦੋਂ ਹੋ ਸਕਦਾ ਵੀ ਆਸੇ ਪਾਸੇ ਜਾਂ ਇੱਧਰ ਉੱਧਰ ਕਿ ਉਹ ਆ ਨਾ ਉਦੋਂ ਐਵੇਂ ਮੂਰਖਪੁਣਾ ਨੇ ਕਰ ਲਿਆ ਵੀ ਇਹਨੂੰ ਕੀ ਲੋੜ ਪਈ ਸੀ ਉੱਥੇ ਮਿੱਟੀ ਪਟਾਉਣ ਦੀ, ਵੀ ਤੂੰ ਰਹਿਣ ਦੇ ਜਿੱਥੇ ਬਾਕੀ ਸੀ ਉੱਥੇ ਤੂੰ ਵੀ ਰਹਿ। ਹੋ ਸਕਦਾ ਜੇ ਅੱਜ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ, ਅੱਜ ਆਪਾਂ ਇਹ ਕਹਾਂਗੇ ਵੀ ਹਾਂ ਇਹਨਾਂ ਨੂੰ ਰੈਕੋਗਨਾਈਜ਼ ਕਰਨ ਦੀ ਲੋੜ ਆ, ਤੇ ਕਿਤੇ ਉਦੋਂ ਵੀ ਕਿਸੇ ਦੇ ਦਿਮਾਗ 'ਚ ਰਵੇ ਵੀ ਯਾਰ ਇੱਦਾਂ ਨਹੀਂ ਠੀਕ ਹੈ, ਉਦੋਂ ਮੈਂ ਮਿੱਟੀ ਦਾ ਯੋਗਦਾਨ ਨਹੀਂ ਪਾ ਸਕਿਆ, ਅੱਜ ਜੇ ਮੰਨ ਲਓ ਕਿਸੇ ਹੋਰ ਤਰ੍ਹਾਂ ਨਾਲ ਆਪਾਂ ਉਹਦੀ ਮਦਦ ਕਰ ਸਕਦੇ ਹਾਂ ਜਾਂ ਆਪਾਂ ਉਹਦੇ ਨਾਲ ਖਲੋ ਸਕਦੇ ਹਾਂ ਤੇ ਉੱਦਾਂ ਖਲੋਈਏ। ਸੋ ਇਸ ਇਨਸੀਡੈਂਟ ਨੂੰ ਜਾਂ ਇਹਨਾਂ ਘਟਨਾਵਾਂ ਨੂੰ ਜਿਹੜੇ ਲੋਕ ਇਸ ਵਕਤ ਅੱਗੇ ਆ ਕੇ ਆਪਣਾ ਆਪ ਮੰਨ ਲਓ ਵੀ ਉਹ ਕਹਿੰਦੇ ਸਾਡਾ ਉਜੜਦਾ ਉਜੜ ਜੇ, ਆਪਾਂ ਹੋਰ ਕਿਸੇ ਦਾ ਨਹੀਂ ਉਜੜਨ ਦੇਣਾ, ਉਹਨਾਂ ਦੀ ਉਦੋਂ ਵੀ ਬਾਂਹ ਫੜਨ ਦੀ ਲੋੜ ਆ ਤਾਂ ਜੋ ਉਹਨਾਂ ਨੂੰ ਇਹ ਲੱਗੇ ਵੀ ਯਾਰ ਜੇ ਅਸੀਂ ਕਿਸੇ ਦੇ ਲਈ ਖਲੋਤੇ ਸੀ ਤੇ ਲੋਕ ਵੀ ਅੱਜ ਸਾਡੇ ਨਾਲ ਖਲੋਂਦੇ ਨੇ। ਇਹ ਨਾ ਹੋਵੇ ਬਾਅਦ ਦੇ ਵਿੱਚ ਲੋਕ ਦੂਸਰੇ ਪਾਸੇ ਲਾ ਗੱਲਾਂ ਕਰਨ ਲੱਗ ਪੈਣ। ਕੋਈ ਇਹ ਨਾ ਸਮਝੇ ਵੀ ਅੱਜ ਇਹ ਪਾਣੀ ਦੇ ਉੱਪਰ ਮੈਨੂੰ ਲੱਗਦਾ ਵੀ ਇਸ ਵਕਤ ਉਹਨਾਂ ਨੇ ਆਹ ਕੰਮ ਕਰ ਲਿਆ ਤੇ ਕੱਲ੍ਹ ਨੂੰ ਆਪਾਂ ਨੂੰ ਉਸ ਚੀਜ਼ ਨੂੰ ਰੈਕਗਨਾਈਜ਼ ਕਰਨ ਦੀ ਲੋੜ ਨਹੀਂ, ਸਗੋਂ ਇਹਨੂੰ ਇੱਦਾਂ ਸਮਝਿਆ ਜਾਵੇ ਕਿ ਆਉਂਦੇ ਸਮੇਂ 'ਚ ਸਗੋਂ ਆਮ ਲੋਕਾਂ ਦੀ ਜਾਂ ਉਹਨਾਂ ਦੇ ਆਂਢੀਆਂ ਗੁਆਂਢੀਆਂ ਦੀ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਣੀ ਹੈ ਵੀ ਯਾਰ ਜੇ ਬੰਦਾ ਉਦੋਂ ਖਲੋਤਾ ਸੀ ਤੇ ਅੱਜ ਸਾਨੂੰ ਇਹਦੇ ਨਾਲ ਖਲੋਣ ਦੀ ਲੋੜ ਹੈ। ਨਹੀਂ, ਬਹੁਤ ਜ਼ਰੂਰੀ ਹੈ ਜੀ, ਹੱਥ ਨੂੰ ਹੱਥ ਹੈ। ਬੰਦਾ ਨੁਕਸਾਨ ਕਰਾਉਣਾ ਨਹੀਂ ਝਿਜਕਦਾ ਜੇ ਉਹਨੂੰ ਲੱਗੇ ਕਿ ਲੋਕ ਮੇਰੇ ਨਾਲ ਖੜੇ ਆ। ਤੇ ਇਹ ਬਹੁਤ ਚੰਗੀਆਂ ਉਦਾਹਰਨਾਂ ਨੇ। ਇਹ ਪੁਰਾਣੇ ਲੋਕ ਕਹਿੰਦੇ ਹੁੰਦੇ ਨਾ ਕਲਯੁਗ ਆ ਗਿਆ ਬਈ, ਭਰਾ ਨਾਲ ਲੜ ਪਿਆ, ਪਰਿਵਾਰਾਂ ਦੇ ਵਿੱਚ ਫੁੱਟ ਪੈ ਗਈ, ਲੋਕ ਲੁੱਟ ਖੋਹ ਕਰਨ ਲੱਗ ਪਏ, ਕਤਲ ਕਰਨ ਲੱਗ ਪਏ, ਪਦਾਰਥ ਭਾਰੀ ਹੋ ਗਿਆ, ਬੰਦਾ ਮਨਫੀ ਹੋ ਗਿਆ। ਇਹ ਕਲਯੁਗ ਦੇ ਵਿੱਚ ਮੈਨੂੰ ਨਹੀਂ ਪਤਾ ਉਹ ਚੀਜ਼ਾਂ ਹੁੰਦੀਆਂ ਨਹੀਂ ਹੁੰਦੀਆਂ, ਇੱਕ ਵੱਖਰਾ ਵਿਸ਼ਾ ਵੱਖਰਾ, ਪਰ ਉਹਦੇ ਵਿੱਚ ਵੀ ਜਦੋਂ ਇਦਾਂ ਦੇ ਲੋਕ ਨੇ, ਹੀਰੋ ਇਹਨੂੰ ਹੀ ਕਹਿੰਦੇ ਆ। ਹੀਰੋ ਉਹੀ ਥੋੜ੍ਹੀ ਹੁੰਦਾ ਜਿਹੜਾ ਸ਼ਕਤੀਮਾਨ ਵਾਂਗੂ ਛੂਹ ਦੇਣੀ ਹਵਾ ਚ ਉੱਡ ਜਾਂਦਾ। ਆਦਰਸ਼ ਉਹ ਤਾਂ ਨਹੀਂ ਹੁੰਦਾ ਜਿਹਦੇ ਕੋਲੇ ਬਹੁਤ ਵੱਡੀਆਂ ਗੈਬੀ ਸ਼ਕਤੀਆਂ ਹੋਣ ਕਿ ਭਾਈ ਉਹ ਆਮ ਬੰਦੇ ਦੇ ਨਾਲੋਂ ਬਹੁਤ ਤਾਕਤਵਰ ਹੋਵੇ ਤੇ ਉਹ ਧਰਤੀ ਦੇ ਵਿੱਚੋਂ ਨਲਕਾ ਪੱਟ ਲਵੇ ਜਾਂ ਮੁੱਕਾ ਮਾਰ ਕੇ ਕੰਧ ਤੋੜ ਦੇਵੇ। ਹੀਰੋ ਤਾਂ ਆਹੀ ਹੁੰਦੇ ਆ, ਆਈਡੀਅਲ ਲੋਕ ਇਹੀ ਹੁੰਦੇ ਆ, ਆਦਰਸ਼ ਲੋਕ ਇਹੀ ਹੁੰਦੇ, ਧਰਤੀ ਵਾਲੇ ਤੇ ਇਹੀ ਹੁੰਦੇ ਆ। ਧਰਤੀ ਤੋਂ ਉੱਪਰ ਥੱਲੇ ਵਾਲੇ ਕੁਝ ਹੋਰ ਹੋ ਸਕਦੇ ਆ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਬੰਦੇ ਦਾ ਫਰਕ ਹੁੰਦਾ, ਸੋਚ ਦੀ ਗੱਲ ਹੁੰਦੀ ਆ। ਤੁਹਾਡੇ ਕੰਨਾਂ ਦੇ ਵਿਚਾਲੇ ਜਿਹੜਾ ਸਿਰ ਹੈ ਉਹਦੇ ਵਿੱਚ ਤੁਹਾਡੀ ਸੋਚ ਕਿੱਦਾਂ ਦੀ ਆ, ਦਿਮਾਗ ਕਿੱਦਾਂ ਦਾ ਆ। ਪੰਜਾਬ ਦੀ ਇੱਕ ਘਟਨਾ, ਨਾ ਮੈਂ ਪਿੰਡ ਦਾ ਨਾਂ ਲੈਣਾ ਨਾ ਸ਼ਹਿਰ ਦਾ, ਇੱਕ ਬਜ਼ੁਰਗ ਬੀਬੀ ਪਿੰਡ ਦੇ ਵਿੱਚ ਪਾਣੀ ਆ ਗਿਆ, ਉਹਨੂੰ ਬੱਚੇ ਘਰੇ ਹੀ ਛੱਡ ਗਏ। ਸਾਰਿਆਂ ਨੂੰ ਲੱਗਦਾ ਸੀ, ਛੋਟੇ ਮੁੰਡੇ ਨੂੰ ਲੱਗਦਾ ਸੀ ਮੈਂ ਲੈ ਜਾਊਂਗਾ, ਘਰੇ ਰੱਖੂੰ, ਕਿੱਥੇ ਰੱਖੂੰ। ਵੱਡੇ ਨੂੰ ਲੱਗਦਾ ਸੀ ਕਿ ਭਾਈ ਮੈਂ ਲੈ ਜੂ ਤਾਂ ਮਾਤਾ ਗਲ ਪੈ ਜੂ, ਫਿਰ ਰੋਟੀਆਂ ਖਿਲਾਉਂਦੇ ਰਹਾਂਗੇ। ਆਪ ਸਾਰੇ ਹੀ ਚਲ ਗਿਆ ਸਮਾਨ ਸਮੂਨ ਲੈ ਕੇ। ਕੋਈ ਪਹਿਲੇ ਸ਼ਹਿਰ ਰਹਿੰਦਾ ਸੀ, ਉਹ ਬੇਬੇ ਨੂੰ ਘਰੋਂ ਕੱਢਣੀ ਨਾ ਆਏ, ਘਰ ਪਾਣੀ ਆ ਵੜਿਆ। ਉਹ ਤਾਂ ਗੈਰ ਸਰਕਾਰੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਬੇਬੇ ਉਹਨਾਂ ਨੇ ਕੱਢ ਕੇ ਬਾਹਰ ਲਿਆਂਦੀ। ਇਦਾਂ ਦੇ ਵੀ ਹੈਗੇ ਨੇ, ਜਾਣੀ ਸਮਾਜ ਹੈ ਪੰਜੇ ਉਂਗਲਾਂ ਬਰਾਬਰ ਨਹੀਂ, ਇੱਕ ਦੁਨੀਆ ਦਾ ਸੋਚਦੇ ਆ ਤੇ ਦੂਜਾ ਬੇਬੇ ਦਾ ਵੀ ਨਹੀਂ ਸੋਚਦੇ। ਹੁਣ ਹੋ ਸਕਦਾ ਕਿਸੇ ਨੂੰ ਆਹ ਖਬਰ ਹੀ ਲੱਗਦੀ ਹੋਵੇ ਵੀ ਅੱਛਾ ਵੀ ਮਾੜੀ ਗੱਲ ਆ, ਪਰ ਮੈਨੂੰ ਲੱਗਦਾ ਹੁੰਦਾ ਵੀ ਜੇ ਕਿਤੇ ਕੋਈ ਇਹੋ ਜਿਹੀ ਮਸ਼ੀਨ ਹੋਵੇ ਨਾ, ਕੋਈ ਇਹੋ ਜਿਹਾ ਢੰਗ ਤਰੀਕਾ ਹੋਵੇ, ਕੋਈ ਸਕੈਨ, ਅਲਟਰਾਸਾਊਂਡ, ਕੁਛ MRI ਬਣੀ ਹੋਵੇ, ਜਿਹੜੀ ਉਹ ਬੇਬੇ ਦੇ ਜੋ ਅੰਦਰ ਰੀਲ ਚੱਲਦੀ ਆ ਉਸ ਰੀਲ ਨੂੰ ਬਾਹਰ ਲੋਕਾਂ ਨੂੰ ਫਿਲਮ ਦੇ ਰੂਪ 'ਚ ਦਿਖਾ ਸਕੇ। ਤੇ ਹੋ ਸਕਦਾ ਬੇਬੇ ਨੂੰ ਉਹ ਦਿਨ ਸੁੱਧ ਵੀ ਯਾਦ ਹੋਣ ਵੀ ਕਦੋਂ ਵੱਡਾ ਜੰਮਿਆ ਸੀ, ਉਦੋਂ ਉਹਨੇ ਕੀ ਲੱਡੂ ਵੰਡੇ ਸੀ, ਜਦੋਂ ਨਿੱਕਾ ਜੰਮਿਆ ਸੀ ਉਦੋਂ ਕਿੰਨੇ ਕੁ ਲੱਡੂ ਵੰਡੇ ਸੀ, ਕਿੰਨੇ ਚਾਅ ਕੀਤੇ ਸੀ, ਫਿਰ ਉਹ ਖਿਡਾਏ ਸੀ, ਫਿਰ ਉਹ ਪੜ੍ਹਾਏ ਸੀ, ਫਿਰ ਉਹਨਾਂ ਨੂੰ ਸੁਪਨੇ ਸੋਚੇ ਹੋਣਗੇ ਵੀ ਮੈਂ ਗਾਂ ਵਿਆਹੇ ਨੇ ਤੇ ਹੁਣ ਗਾਂ ਮੈਂ ਸੁੱਖ ਲਊਂਗੀ। ਤੇ ਉਦੋਂ ਹੋ ਸਕਦਾ ਵੀ ਉਹ ਸਾਰੀ ਰੀਲ ਨਾਲੇ ਉਹਦੇ ਦਿਮਾਗ 'ਚ ਚੱਲਦੀ ਹੋਵੇ ਤੇ ਨਾਲੇ ਉਹ ਬੈਠੀ ਮੰਜੇ ਤੇ ਝੂਰਦੀ ਹੋਵੇ ਵੀ ਇਹੋ ਜਿਹੇ ਪੁੱਤਾਂ ਖੋਣੋਂ ਮੈਨੂੰ ਕੀ ਥੁੜਿਆ ਸੀ ਦੱਸੋ। ਹੁਣ ਮੈਂ ਤਾਂ ਇਹ ਬੇਨਤੀ ਕਰ ਰਿਹਾ ਵੀ ਕਿਸੇ ਵੇਲੇ ਆਪਾਂ ਕਿਸੇ ਖਬਰ ਨੂੰ ਖਬਰ ਦੇ ਰੂਪ 'ਚ ਹੀ ਲੈ ਲੈਂਦੇ ਹਾਂ, ਪਰ ਅੱਜ ਕੱਲ੍ਹ ਜਿੱਦਾਂ ਓਪਰੀਆਂ ਤੱਤੀਆਂ ਇੱਧਰ ਉੱਧਰ ਵਿਊ ਲੈਣ ਵਾਲੀਆਂ ਖਬਰਾਂ ਦਾ ਰੌਲਾ ਰੱਪਾ ਪੈ ਗਿਆ ਨਾ, ਸ਼ਾਇਦ ਇਹੀ ਇੱਕ ਕਾਰਨ ਹੈ ਵੀ ਆਪਾਂ ਮਨੁੱਖਤਾ ਤੋਂ, ਇਨਸਾਨੀਅਤ ਤੋਂ ਥੋੜ੍ਹਾ ਜਿਹਾ ਦੂਰ ਹੁੰਦੇ ਜਾਂਦੇ ਹਾਂ, ਅਹਿਸਾਸ ਤੋਂ ਦੂਰ ਹੁੰਦੇ ਜਾਂਦੇ, ਇਮੋਸ਼ਨਲਸ ਤੋਂ ਖਾਲੀ ਹੁੰਦੇ ਜਾਂਦੇ ਵੀ ਆਪਣੇ ਅੰਦਰ ਉਹ ਭਾਵਨਾਵਾਂ ਰਹੀਆਂ ਹੀ ਨਹੀਂ।
ਹੁਣ ਜੇ ਇਸ ਐਂਗਲ ਤੋਂ ਕਿਤੇ ਸੋਚ ਕੇ ਦੇਖੋ, ਜਿੱਦਾਂ ਹੁਣ ਮੈਂ ਦੱਸਿਆ ਵੀ ਉਹ ਮਾਂ ਦੇ ਅੰਦਰ ਕੀ ਚੱਲਦਾ ਹੋਊਗਾ, ਵੀ ਮੈਂ ਮੰਜੇ ਤੇ ਬੈਠੀ ਹਾਂ ਤੇ ਲੋਕ ਜਿਹੜੇ ਨੇ ਉਹ ਚੀਕ ਝਾੜਾ ਪਿਆ, ਬਾਹਰ ਕੋ ਆਖੇ ਵੀ ਬੇਬੇ ਪਾਣੀ ਆਣ ਵੜਿਆ, ਤੇ ਉਹਨੂੰ ਕੋਈ ਉੱਥੋਂ ਕੱਢਣੀ ਨਾ ਆਵੇ, ਤੇ ਉਹ ਸੋਚਦੀ ਹੋਵੇ ਵੀ ਹਾਂ ਮੈਂ ਆ ਵੀ 2 ਜੰਮੇ ਸੀਗੇ ਤੇ ਇਹਨਾਂ ਨੇ ਮੇਰਾ ਪਤਾ ਲੈਣਾ ਸੀ। ਸੋਚ ਕੇ ਦੇਖੀਏ ਵੀ ਉਹ ਜਿਹੜਾ ਉਹਦੇ ਅੰਦਰ ਉਦੋਂ ਹਾਵ ਭਾਵ ਉਹ ਕਿਹੋ ਜਿਹੇ ਹੋਣਗੇ। ਹੋ ਸਕਦਾ ਬਾਅਦ 'ਚ ਵੀ ਉਹ ਕਿਸੇ ਨੇ ਕੋਈ ਜ਼ਿਕਰ ਕੀਤਾ ਕਿ ਨਹੀਂ ਕੀਤਾ, ਮੈਨੂੰ ਪਤਾ ਨਹੀਂ, ਪਰ ਇਹ ਮੈਂ ਤਾਂ ਗੱਲ ਕਰਦਾ ਹੁੰਦਾ ਕਿ ਵੀ ਇਮੋਸ਼ਨਸ, ਭਾਵਨਾਵਾਂ ਬਾਟ ਸਾਹਿਬ, ਸ਼ਾਇਦ ਆਪਣੇ ਜੋ ਜਿੰਨੀਆਂ ਆਪਾਂ ਮਨਫੀ ਕਰੀ ਜਾਂਦੇ ਹਾਂ ਨਾ, ਜਿੰਨੇ ਆਪਾਂ ਮਸ਼ੀਨੀ ਬਣੀ ਜਾਂਦੇ ਹਾਂ, ਉਹਨੇ ਉਜਾੜਾ ਅਲਟੀਮੇਟਲੀ ਆਪਣਾ ਕਰਨਾ, ਕਿਸੇ ਹੋਰ ਦਾ ਨਹੀਂ ਕਰਨਾ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਧਿਆਨ ਰੱਖੀਏ 22 ਸੂਬਿਆਂ ਦੇ 235 ਜ਼ਿਲ੍ਹੇ ਭਾਰਤ ਦੇ ਵਿੱਚ ਡੁੱਬੇ ਆ। ਸਾਨੂੰ ਲੱਗਦਾ ਸੀ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ 'ਚ ਸਮੱਸਿਆ, ਥੋੜੀ ਬਹੁਤ ਯੂਪੀ ਜਾਂ ਉੱਤਰਾਖੰਡ 'ਚ ਸਮੱਸਿਆ, ਪਰ 22 ਸੂਬਿਆਂ ਦੇ ਵਿੱਚ ਹੜ੍ਹ ਆਇਆ ਸੰਧਾਲੀਆ ਸਾਹਿਬ। 750 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਸਾਰੇ ਸੂਬਿਆਂ ਦੇ ਵਿੱਚ ਜਿੱਥੇ ਕਿਤੇ ਕਮਜ਼ੋਰੀ ਹੈ ਉਹ ਦੂਰ ਕਰਨ ਦੀ ਲੋੜ ਹੈ। ਲੋਕ ਇੱਕ ਦੂਜੇ ਦਾ ਆਸਰਾ ਬਣਨ। ਇੱਕ ਹੋਰ ਬੜੀ ਵੱਡੀ ਪੱਧਰ ਦੇ ਉੱਤੇ ਚਰਚਾ ਚੱਲਦੀ ਹੈ ਕਿ ਜਦੋਂ ਭਾਈ ਦੂਸਰਿਆਂ ਨੂੰ ਲੋੜ ਹੁੰਦੀ ਹੈ ਤਾਂ ਪੰਜਾਬੀ ਉੱਥੇ ਪਹੁੰਚਦੇ ਆ। ਅੱਜ ਪੰਜਾਬੀਆਂ ਨੂੰ ਲੋੜ ਆ ਤੇ ਦੂਸਰੇ ਕਿਉਂ ਨਹੀਂ ਪਹੁੰਚੇ? ਇਹ ਮੈਨੂੰ ਲੱਗਦਾ ਕਿ ਆਪਣਾ ਕੰਮ ਨਹੀਂ ਹੈ ਸੋਚਣਾ। ਸਾਡਾ ਕੰਮ ਹੈ ਕਿ ਭਾਈ ਜੇ ਕੋਈ ਕਿਤੇ ਦੁਖੀ ਹੈ, ਕਿਤੇ ਫਸਿਆ, ਤਾਂ ਉਹਦੇ ਹੱਕ 'ਚ ਜਾਣਾ। ਤੇ ਦੂਸਰੀ ਗੱਲ ਹੈ ਕਿ ਅਸੀਂ ਜੇ ਇੱਕ ਦੂਜੇ ਦੇ ਨਾਲ ਜੁੜ ਕੇ ਰਹੀਏ, ਅਸੀਂ ਆਪਣੇ ਆਪ 'ਚ ਕਾਫੀ ਹਾਂ। ਸਾਨੂੰ ਬਾਹਰੋਂ ਕਿੰਨੀ ਕੁ ਲੋੜ ਆ ਕਿਤੇ? ਜੇ ਸਾਰਾ ਪਿੰਡ ਇੱਕ ਹੋ ਜਾਵੇ, ਨਾ ਕੋਈ ਬੱਚਾ ਪੜ੍ਹਨ ਨੂੰ ਰਹੇ, ਜੇ ਸਾਰਾ ਪਿੰਡ ਇੱਕ ਹੋ ਜਾਵੇ, ਕੋਈ ਬੰਦਾ ਦਵਾ ਦਾਰੂ ਤੋਂ ਨਾ ਰਹੇ, ਜੇ ਸਾਰਾ ਪਿੰਡ ਇੱਕ ਹੋ ਜਾਵੇ ਤਾਂ ਹੜ੍ਹਾਂ ਦੀ ਜਿੱਡੀ ਮਰਜ਼ੀ ਮਾਰ ਹੋਵੇ, ਸਾਰਾ ਪੰਜਾਬ ਇੱਕ ਹੋ ਜਾਏ, ਲੋਕ ਇੱਕ ਦੂਸਰੇ ਦਾ ਦਾਰੂ ਬਣਨ ਤਾਂ ਕੋਈ ਸਮੱਸਿਆ ਹੀ ਨਹੀਂ। ਮੈਨੂੰ ਲੱਗਦਾ ਕਿ ਉਸ ਸੰਕੀਰਣ ਸੋਚ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਉਹ ਸੋਚ ਨਫ਼ਰਤ ਵਧਾਉਂਦੀ ਹੈ। ਉਹ ਸੋਚ ਉਧਰਲੇ ਪਾਸੇ ਨੂੰ ਨਹੀਂ ਜਾਣ ਦਿੰਦੀ। ਉਧਰਲੇ ਪਾਸੇ ਆਪਾਂ ਥੋੜਾ ਜਿਹਾ ਗੁਰੇਜ਼ ਕਰੀਏ। ਦੂਸਰਾ, ਸੰਧਾਲੀਆ ਸਾਹਿਬ, ਹੁਣ ਮਕੌੜਾ ਪੱਤਣ ਦਾ ਸੰਪਰਕ ਪੰਜਾਬ ਦੇ ਨਾਲ ਟੁੱਟਿਆ। ਪਠਾਨਕੋਟ ਜ਼ਿਲ੍ਹੇ ਦਾ ਸੰਪਰਕ ਹਿਮਾਚਲ ਪ੍ਰਦੇਸ਼ ਤੋਂ ਟੁੱਟ ਗਿਆ। ਚੱਕੀ ਪੁਲ ਬੰਦ ਕਰ ਦਿੱਤਾ ਪ੍ਰਸ਼ਾਸਨ ਨੇ। ਬੜਾ ਮਸ਼ਹੂਰ ਹੈ ਚੱਕੀ ਪੁਲ। ਸਵਾਲ ਇਹ ਹੈ ਕਿ ਬੰਦ ਕਿਉਂ ਕਰਨਾ ਪਿਆ? ਕੀ ਪੁਲ ਦੇ ਉੱਪਰ ਦੀ ਪਾਣੀ ਜਾਂਦਾ? ਨਹੀਂ। ਕੀ ਪੁਲ ਟੁੱਟ ਗਿਆ? ਨਹੀਂ। ਨਾਜਾਇਜ਼ ਮਾਈਨਿੰਗ ਦੇ ਕਰਕੇ ਉਹਦੇ ਪਿੱਲਰ ਨੰਗੇ ਕਰ ਦਿੱਤੇ ਗਏ ਸੀ ਪਹਿਲਾਂ ਹੀ। ਹੁਣ ਜਦੋਂ ਪਾਣੀ ਆਇਆ ਤਾਂ ਉਸ ਪੁਲ ਦੇ ਨਾਜਾਇਜ਼ ਮਾਈਨਿੰਗ ਕਰਕੇ ਪਹਿਲਾਂ ਹੀ ਹੋਏ ਨੁਕਸਾਨ ਦੇ ਕਰਕੇ ਉਹਦੇ ਡਿੱਗਣ ਦਾ ਖਤਰਾ ਬਰਕਰਾਰ ਹੋ ਗਿਆ। ਪੁਲ ਬੰਦ ਕਰਤਾ। ਸਾਡੇ ਤੁਹਾਡੇ ਲਈ ਖਬਰ ਹੈ ਕਿ ਪੁਲ ਹੀ ਬੰਦ ਕੀਤਾ ਤਾਂ ਕੀ ਹੋਇਆ? ਪਠਾਨਕੋਟ ਦਾ ਹਿਮਾਚਲ ਦੇ ਨਾਲ ਸੰਪਰਕ ਹੀ ਟੁੱਟਿਆ ਤਾਂ ਕੀ ਹੋਇਆ? ਨਹੀਂ। ਬਹੁਤ ਸਾਰੇ ਬੱਚੇ ਸੀ ਸੰਧਾਲੀਆ ਸਾਹਿਬ, ਹੈਗੇ ਨੇ, ਜਿਹੜੇ ਉਹ ਪੁਲ ਪਾਰ ਕਰਕੇ ਦੂਸਰੀ ਜਮਾਤ 'ਚ, 6ਵੀਂ ਜਮਾਤ 'ਚ, 11ਵੀਂ 'ਚ, 12ਵੀਂ 'ਚ ਪੜ੍ਹਾਈ ਕਰਨ ਜਾਂਦੇ ਸੀ। ਪੁਲ ਬੰਦ ਹੋਣ ਕਰਕੇ ਉਹਨਾਂ ਨੂੰ 22 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਜਾਣਾ ਪੈਂਦਾ। ਹੁਣ ਕਿੰਨੇ ਕੁ ਮਾਂ-ਬਾਪ ਨੇ ਜਿਹੜੇ ਸਕੂਟਰ, ਮੋਟਰਸਾਈਕਲ, ਕਾਰ ਦੇ ਉੱਤੇ ਆਪਦੇ ਬੱਚੇ ਨੂੰ ਸਵੇਰੇ ਪਹਿਲਾਂ 22-24 ਕਿਲੋਮੀਟਰ ਛੱਡਣ ਜਾਣਗੇ, ਫਿਰ ਦੁਪਹਿਰ ਵੇਲੇ ਜਦੋਂ ਛੁੱਟੀ ਹੋਣੀ ਆ 22-24 ਕਿਲੋਮੀਟਰ ਲੈ ਕੇ ਆਉਣਗੇ। ਪੁਲ ਦਾ ਕੀ ਪਤਾ ਕਿੰਨੇ ਦਿਨ, ਕਿੰਨੇ ਹਫ਼ਤੇ ਜਾਂ ਕਿੰਨੇ ਮਹੀਨੇ ਬੰਦ ਰਹਿਣਾ। ਸੋ ਨਜਾਇਜ਼ ਮਾਈਨਿੰਗ ਜਦੋਂ ਹੁੰਦੀ ਸੀ, ਉਦੋਂ ਸਾਡੇ ਲੀਡਰ ਮੂੰਹ ਦੇ ਵਿੱਚ ਘੁੰਗਣੀਆਂ ਪਾ ਕੇ ਬੈਠੇ ਰਹੇ। ਉਦੋਂ ਸਾਡਾ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਰਿਹਾ। ਉਦੋਂ ਕਿਸੇ ਨੇ ਉਧਰਲੇ ਪਾਸੇ ਧਿਆਨ ਨਹੀਂ ਦਿੱਤਾ। ਤੇ ਹੁਣ ਖਤਰਾ ਕਿਹਨੂੰ ਹੈ? ਲੀਡਰ ਆਉਣਗੇ, ਕਿਸ਼ਤੀਆਂ ਤੇ ਜਾ ਕੇ ਮੁਆਇਨਾ ਕਰਨਗੇ, ਅਫਸਰ ਆਉਣਗੇ, ਉਹਨਾਂ ਦੇ ਕੋਲੇ ਬਹੁਤ ਸਾਰੇ ਸਰਕਾਰੀ ਤੌਰ ਦੇ ਉੱਤੇ ਸਾਧਨ ਹੋਣਗੇ, ਪਰ ਜਿਨ੍ਹਾਂ ਨੇ ਪੜ੍ਹਨ ਜਾਣਾ, ਜਿਹੜੇ ਪੁਲ ਪਾਰ ਕਰਕੇ ਰੋਜ਼ ਕੰਮ ਕਰ ਦਿਹਾੜੀ ਦੱਪੇ ਦੇ ਲਈ ਜਾਂਦੇ ਸੀ, ਉਹਨਾਂ ਦਾ ਹੁਣ ਕੀ ਬਣੂਗਾ? ਉਹ ਕਿੱਧਰਲੇ ਪਾਸੇ ਨੂੰ ਜਾਣਗੇ? ਇਸ ਕਰਕੇ ਇੱਕ ਤਾਂ ਇਹ ਵੀ ਮਸਲਾ ਹੈ। ਦੂਸਰਾ, ਇਹਦੇ ਨਾਲ ਨਾਲ ਸੰਧਾਲੀਆ ਸਾਹਿਬ, ਸਰਦੂਲਗੜ੍ਹ ਵਾਲੇ ਇਲਾਕੇ 'ਚ ਉੱਥੇ ਖਤਰਾ ਅਜੇ ਵੀ ਬਰਕਰਾਰ ਹੈ। ਪਾਣੀ ਇਲਾਕੇ ਦੇ ਵਿੱਚ ਭਰ ਚੁੱਕਿਆ। ਲੋਕ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਿਹਾ, ਪਰ ਨੁਕਸਾਨ ਜਿਹੜਾ ਉਹ ਲਗਾਤਾਰ ਉਸ ਇਲਾਕੇ 'ਚ ਵਧੀ ਜਾਂਦਾ ਜੀ। ਔਰ ਨੁਕਸਾਨ ਤੇ ਤੁਸੀਂ ਦੇਖੋ, ਪਹਿਲਾਂ ਆਪਾਂ ਆਮ ਤੌਰ ਤੇ ਹੜ੍ਹ ਦੇਖਦੇ ਹੁੰਦੇ ਸੀ ਨਾ, ਵੀ ਪਾਣੀ ਆਇਆ, ਪਾਣੀ ਉਸ ਤੋਂ ਬਾਅਦ ਉਹਨੇ ਤਬਾਹੀ ਮਚਾਈ, ਫਿਰ ਕੁਛ ਦਿਨ ਲੱਗਿਆ ਵੀ ਪਾਣੀ 'ਚੋਂ ਚਲੋ ਲੋਕਾਂ ਨੂੰ ਕੱਢ ਲਿਆ, ਫਿਰ ਇੱਕ ਖਬਰ ਆਉਂਦੀ ਹੁੰਦੀ ਸੀ ਜੀ ਕੁਛ ਦਿਨ ਪਾਣੀ ਖਲੋਤਾ ਰਹੂਗਾ, ਫਿਰ ਖਬਰ ਆਉਂਦੀ ਵੀ ਪਾਣੀ ਘਟਣ ਲੱਗ ਗਿਆ, ਫਿਰ ਹੌਲੀ ਹੌਲੀ ਜ਼ਿੰਦਗੀ ਲੀਹ ਤੇ ਆ ਜਾਂਦੀ। ਹੁਣ ਜਿਹੜਾ ਐਤਕੀਆਂ ਵਾਲੇ ਹੜ੍ਹ ਨੇ, ਇਹ ਬੜੇ ਅਜੀਬੋ-ਗਰੀਬ ਨੇ ਕਿ ਵੀ ਕਦੀ ਕਿਸੇ ਪਾਸੇ ਆਉਂਦੇ ਨੇ, ਕਦੀ ਕਿਸੇ ਪਾਸੇ ਆਉਂਦੇ ਨੇ। ਫਿਰ ਪਾਣੀ ਕਈਆਂ ਥਾਵਾਂ ਦੇ ਉੱਪਰ ਆ ਕੇ ਨਿਕਲ ਗਿਆ, ਉਹਨਾਂ ਦੇ ਉੱਪਰ ਅਜੇ ਵੀ ਖਤਰਾ ਮੰਡਰਾ ਰਿਹਾ। ਕਈਆਂ ਥਾਵਾਂ ਦੇ ਉੱਪਰ ਨਵੇਂ ਸਿਰਿਓਂ ਪਾਣੀ ਆ ਰਿਹਾ। ਹੁਣ ਤੁਸੀਂ ਦੇਖੋ ਵੀ ਇਦੋਂ ਪਹਿਲਾਂ 2 ਦਰਿਆਵਾਂ ਦਾ ਨਾਂ, ਜਾਂ ਕਹਿ ਲਓ ਕਿ ਤੀਜੇ ਰਾਵੀ ਦਾ ਵੀ ਨਾਂ ਪੰਜਾਬੀ ਆਮ ਸੁਣਦੇ ਸੀ ਵੀ ਅੱਛਾ ਉਹਨਾਂ ਬਿਆਸ 'ਚ ਪਾਣੀ ਬੜਾ, ਬਈ ਉਹਦੇ ਲਾਗੇ ਜਾਂ ਬੰਨ੍ਹ ਦਾ ਕੋਈ ਖਤਰਾ ਬਣ ਗਿਆ, ਬਈ ਸਤਲੁਜ 'ਚ ਬਹੁਤ ਪਾਣੀ ਆ, ਵੀ ਸਤਲੁਜ ਦਾ ਕੰਢਾ ਟੁੱਟ ਗਿਆ। ਜਾਂ ਰਾਵੀ ਦੀ ਗੱਲ ਚੱਲਦੀ ਸੀ, ਬੜਾ ਚੜ੍ਹਿਆ ਆਉਣ ਡਿਆ ਵੀ ਐਤਕੀ ਪਤਾ ਨਹੀਂ ਮਾਝੇ 'ਚ ਕੀ ਕਰੇ। ਫਿਰ ਚਰਚਾ ਚੱਲਦੀ ਸੀ ਪਰ ਇਹ ਪਾਕਿਸਤਾਨ ਦਾ ਵੀ ਨੁਕਸਾਨ ਕਰੂ। ਹੁਣ ਤੁਸੀਂ ਦੇਖੋ ਵੀ ਐਤਕੀ ਉਜ ਦਰਿਆ ਦਾ ਨਾਂ ਸੁਣਿਆ ਲੋਕਾਂ ਨੇ ਵੀ ਅੱਛਾ ਯਾਰ ਉਹ ਵੀ ਕੋਈ ਹੈਗਾ। ਤੇ ਸਭ ਤੋਂ ਵੱਧ ਜੇ ਨਾਂ ਸੁਣਿਆ ਤੇ ਘੱਗਰ ਦਰਿਆ ਦਾ ਨਾਂ ਸੁਣਿਆ। ਹੁਣ ਤੁਸੀਂ ਦੇਖੋ ਕਿ ਅਦਰਵਾਈਜ਼ ਉਸ ਦਰਿਆ ਦੇ ਵਿੱਚ ਕੋਈ ਪਾਣੀ ਹੁੰਦਾ ਨਹੀਂ, ਕਿਉਂਕਿ ਆਮ ਤੌਰ 'ਤੇ ਉਹਨੂੰ ਕਿਹਾ ਜਾਂਦਾ ਵੀ ਹਾਂ ਵੀ ਮੌਸਮੀ ਦਰਿਆ ਕਰਕੇ ਆ ਉਹ। ਪਰ ਜੇ ਸਭ ਤੋਂ ਵੱਧ ਨੁਕਸਾਨ ਐਤਕੀ ਕਿਸੇ ਦਰਿਆ ਕੋਲੋਂ ਸੁਣਿਆ ਤੇ ਉਹ ਘੱਗਰ ਦਰਿਆ ਕੋਲੋਂ ਸੁਣਿਆ ਆਪਾਂ। ਹੁਣ ਕਹਿਣ ਤੋਂ ਭਾਵ ਇਹ ਕਿ ਕਿਤੇ ਇੱਦਾਂ ਤਾਂ ਨਹੀਂ ਵੀ ਕੁਛ ਚੀਜ਼ਾਂ ਜਦੋਂ ਆਪਾਂ ਇੱਧਰ ਉੱਧਰ ਚਰਚਾਵਾਂ 'ਚ ਸੁਣਦੇ ਹਾਂ ਤਾਂ ਸਿਰਫ ਧਿਆਨ ਨਹੀਂ ਉਹਦੇ ਵਾਲੇ ਪਾਸੇ ਹੀ ਜਾਂਦਾ।
ਜਿਹੜੀਆਂ ਚੀਜ਼ਾਂ ਵਾਲੇ ਪਾਸੇ ਧਿਆਨ ਅਸਲ 'ਚ ਦੇਣ ਦੀ ਲੋੜ ਹੈ ਵੀ ਕੁਦਰਤ ਦੇ ਰਾਹ ਕੀ ਕਹਿੰਦੇ ਆ ਜਾਂ ਕੁਦਰਤ ਦੀ ਮਾਰ ਜੇ ਪੈਂਦੀ ਆ ਤੇ ਉਹ ਕਿਹੜਾ ਰਾਹ ਅਖਤਿਆਰ ਕਰਦੀ ਆ। ਮੈਨੂੰ ਲੱਗਦਾ ਵੀ ਇਹ ਸਾਰੇ ਕੁਝ ਤੋਂ ਉਹਦੇ ਲਈ ਸਬਕ ਸਿੱਖਣ ਦੀ ਲੋੜ ਹੈ। ਦੂਜੀ ਗੱਲ ਇਹ ਕਿ ਵੀ ਵਿੱਚ ਹੁਣ ਲੀਡਰ ਸਾਹਿਬਾਨ ਆਪੋ ਆਪਣੇ ਥਾਂ ਦੇ ਉੱਪਰ ਕੋਸ਼ਿਸ਼ ਵੀ ਕਰ ਰਹੇ ਨੇ। ਕਈਆਂ ਦੇ ਇਹ ਸੁਨੇਹੇ ਆਉਂਦੇ ਨੇ ਕਿ ਅਸੀਂ ਪਨੀਰੀਆਂ ਬੀਜ ਦਿੱਤੀਆਂ ਜਾਂ ਗਾਂ ਜਿਹਨੂੰ ਲੋੜ ਹੋਈ ਸਾਡੇ ਨਾਲ ਸੰਪਰਕ ਕਰ ਲਿਓ। ਪੰਜਾਬ ਸਰਕਾਰ ਕਹਿੰਦੀ ਹੈ ਖੇਤੀਬਾੜੀ ਮਹਿਕਮਾ ਅਸੀਂ ਵੀ ਬੀਜੀ ਹੈ। ਦੂਜੇ ਥਾਵਾਂ 'ਤੇ ਜਿਨ੍ਹਾਂ ਤੋਂ ਪਾਣੀ ਨਹੀਂ ਨਿਕਲ ਰਿਹਾ ਜਾਂ ਕਹਿ ਲਓ ਕਿ ਜਿੱਦਾਂ ਹਰੀਕੇ ਪੁਲ 'ਤੇ ਜਿਹੜਾ ਹਰੀਕੇ ਹੈੱਡ ਵਰਕਸ ਆ ਉੱਥੇ ਵੀ ਇੱਕ ਧਰਨਾ ਲਾਇਆ ਸੀ ਕਾਂਗਰਸ ਪਾਰਟੀ ਦੇ MLA ਸਾਹਿਬਾਨਾਂ ਨੇ, ਕਿਉਂਕਿ ਉਹ ਕਹਿੰਦੇ ਸੀ ਵੀ ਜਿੱਥੇ ਸਤਲੁਜ ਤੇ ਬਿਆਸ ਆਣ ਕੇ ਰੁਕਦਾ ਕਿਉਂਕਿ ਹਰੀਕੇ ਸੰਗਮ ਹੁੰਦਾ ਦੋਵਾਂ ਦਰਿਆਵਾਂ ਦਾ ਕਿ ਉੱਥੋਂ ਗਾਂ ਵਾਲੇ ਦਰ ਤਾਂ ਖੋਲ੍ਹਿਆ ਪਰ ਜਿਹੜੀਆਂ ਨਹਿਰਾਂ ਨੇ ਉਹ ਬੰਦ ਨੇ ਜੀ, ਉਹਨਾਂ ਦੇ ਵਿੱਚ ਪਾਣੀ ਨਹੀਂ ਛੱਡ ਰਹੇ ਤੁਸੀਂ। ਪਰ ਹੁਣ ਕਹਿੰਦੇ ਆ ਕਿ ਵੀ ਸ਼ਾਇਦ ਮਹਿਕਮੇ ਦੇ ਨਾਲ ਉਹਨਾਂ ਦੀ ਤੈਅ ਬਹਿ ਗਈ ਆ, ਉਹਨਾਂ ਨੇ ਕਹਿ ਤਾ ਵੀ ਆਪਾਂ ਹੁਣ ਪਾਣੀ ਛੱਡ ਦਿਆਂਗੇ ਤੇ ਉਹ ਜਿਹੜਾ ਧਰਨਾ ਉਹ ਵੀ ਉਹਨਾਂ ਨੇ ਚੁੱਕ ਲਿਆ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਹੁਣ ਮੰਨ ਲਓ ਪਿੰਡਾਂ 'ਚ ਗਏ ਨੇ ਲੀਡਰ ਸਾਹਿਬਾਨ, ਲੋਕਾਂ ਨੇ ਦੱਸਿਆ ਹੋਊਗਾ ਵੀ ਮਹਾਰਾਜ ਜੀ ਆਹ ਜਿਹੜਾ ਕੰਮ ਹੈ ਜੇ ਇੱਦਾਂ ਹੋ ਜਾਵੇ ਤਾਂ ਫਿਰ ਸਾਡਾ ਮਸਲਾ ਹੱਲ ਹੋ ਸਕਦਾ। ਜੇ ਇਹਨਾਂ ਚੀਜ਼ਾਂ ਨੂੰ ਹੁਣ ਮੈਨੂੰ ਲੱਗਦਾ ਵੀ ਇਹ ਫਸਟ ਹੈਂਡ ਇਨਫੋਰਮੇਸ਼ਨ ਹੈ ਜਿਹੜੀ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਸਾਰੇ ਲੀਡਰਾਂ ਨੂੰ ਲੋਕਾਂ ਨੇ ਦਿੱਤੀ ਕਿ ਕਿੱਥੋਂ ਪੁਲ ਟੁੱਟਦਾ, ਕਿੱਥੋਂ ਬੰਨ੍ਹ ਟੁੱਟਦਾ, ਕਿਹੜੀ ਨਹਿਰ ਟੁੱਟਦੀ ਆ, ਕਿੱਥੇ ਪਾਣੀ ਆਉਂਦਾ, ਕਿੱਥੇ ਮਾਰ ਜ਼ਿਆਦਾ ਆਉਂਦੀ ਹੈ। ਤੇ ਕੁਝ ਥਾਵਾਂ 'ਤੇ ਐਸੀਆਂ ਵੀ ਲੋਕਾਂ ਨੇ ਦੱਸੀਆਂ ਜਿੱਥੇ ਹਰ ਵਾਰ ਹੀ ਆਉਂਦਾ ਵੀ ਜੇ ਮੀਂਹ ਪੈ ਗਿਆ, ਜੇ ਮੰਨ ਲਓ ਵੱਧ ਬਰਸਾਤ ਹੋ ਗਈ ਤੇ ਫਲਾਨੀ ਥਾਂ ਦੇ ਉੱਪਰ ਪਾਣੀ ਆਉਣਾ ਹੀ ਆਉਣਾ। ਉਹਨਾਂ ਚੀਜ਼ਾਂ ਨੂੰ ਪਹਿਲਾਂ ਨਿਸ਼ਾਨਦੇਹੀ ਕਰਕੇ ਤੇ ਮੈਨੂੰ ਲੱਗਦਾ ਵੀ ਹੱਲ ਆਪਾਂ ਭਵਿੱਖ ਲਈ ਕਰ ਸਕਦੇ ਹਾਂ ਜੇ ਕਰਨਾ ਚਾਹੀਏ ਤਾਂ। ਇਹ ਮੈਂ ਜੇ ਤਾਂ ਕਿਹਾ ਵੀ ਜੇ ਕਹਿੰਦੇ ਹੁੰਦੇ ਕਿਸੇ ਦੇ ਹੱਥ 'ਚ ਨਹੀਂ ਆਉਂਦੀ ਬਾਅਦ 'ਚ। ਬਹੁਤੇ ਲੋਕਾਂ ਨੇ ਸੰਧਾਲੀਆ ਸਾਹਿਬ ਜਿੱਥੇ ਜਿੱਥੇ ਪਾੜ ਪਏ ਉਹ ਆਪ ਪੂਰੇ ਆ। ਠੀਕ ਹੈ, ਪ੍ਰਸ਼ਾਸਨ ਵੀ ਨਾਲ ਲੱਗਿਆ, ਉਹ ਦੇਰ ਨਾਲ ਆਇਆ ਸਵੇਰ ਨਾਲ ਆਇਆ ਉਹ ਵੱਖਰੀ ਗੱਲ ਹੈ, ਪਰ ਹਿੰਮਤ ਪੰਜਾਬ ਦੇ ਲੋਕਾਂ ਨੇ ਕੀਤੀ ਹੈ, ਗੁਰੂ ਘਰਾਂ ਦੀਆਂ ਕਮੇਟੀਆਂ ਨੇ ਕੀਤੀ ਹੈ, SGPC ਨੇ ਕਮੇਟੀ ਹੈ, ਗੈਰ ਸਰਕਾਰੀ ਜਥੇਬੰਦੀਆਂ ਨੇ ਕੀਤੀ ਹੈ, ਲੋਕ ਮੋਹਰੇ ਲੱਗੇ ਆ। ਇਦਾਂ ਨਹੀਂ ਸੀ ਕਿ ਭਾਈ 25 ਬੰਦੇ ਪ੍ਰਸ਼ਾਸਨ ਦੇ ਆ ਗਿਆ ਤਾਂ 2 ਬੰਦੇ ਨਾਲ ਉਧਰ ਲੱਗੇ ਸੀ, 25 ਆਮ ਲੋਕ ਲੱਗੇ ਸੀ, 2 ਪ੍ਰਸ਼ਾਸਨ ਦੇ ਨਾਲ ਹੋ ਸਕਦੇ ਆ। ਕੀ JCB ਮਸ਼ੀਨਾਂ, ਕੀ ਲੋਕਾਂ ਨੇ ਮਿੱਟੀ ਦੀਆਂ ਬੋਰੀਆਂ, ਲੋਕਾਂ ਨੇ ਆਪ ਹਿੰਮਤ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਹਿੰਮਤ ਨਾ ਕੀਤੀ ਤਾਂ ਫਿਰ ਤਬਾਹੀ ਕਿੱਡੀ ਵੱਡੀ ਹੋਊਗੀ। ਸੋ ਬਾਅਦ ਵਿੱਚ ਮੈਨੂੰ ਲੱਗਦਾ ਕਿ ਉਹ ਜਮ੍ਹਾਂ ਘਟਾਓ ਹੋਣੇ ਜ਼ਰੂਰ ਚਾਹੀਦੇ ਆ ਕਿ ਕਿੰਨੀ ਜਗ੍ਹਾ ਤੋਂ ਪੰਜਾਬ ਦੇ ਵਿੱਚ ਪਾੜ ਪਿਆ, ਕਿੰਨੀ ਜਗ੍ਹਾ ਦੇ ਉੱਤੇ ਲੋਕਾਂ ਨੇ ਉਸ ਪਾੜ ਨੂੰ ਪੂਰਿਆ, ਕਿੰਨੀ ਜਗ੍ਹਾ ਦੇ ਵਿੱਚ ਪ੍ਰਸ਼ਾਸਨ ਨੇ ਪਾੜ ਨੂੰ ਪੂਰਿਆ, ਕਿੰਨੀ ਜਗ੍ਹਾ ਤੇ ਦੋਨਾਂ ਨੇ ਸਾਂਝੇ ਰੂਪ ਦੇ ਵਿੱਚ ਉਹ ਕੰਮ ਕੀਤਾ, ਕਿੱਥੇ ਕਿੱਥੇ ਕਾਰ ਸੇਵਾ ਵਾਲੇ ਬੰਦੇ ਜਿਹੜੇ ਉਹ ਕੰਮ ਆਏ ਨੇ ਬਾਬੇ। ਚਲੋ ਉਹਦੇ ਤੋਂ ਬਾਅਦ ਅੱਗੇ ਚੱਲਦੇ ਆ ਗੁਰਬਾਣੀ ਪ੍ਰਸਾਰਣ ਵਾਲੇ ਮਸਲੇ ਤੇ। ਸੰਧਾਲੀਆ ਸਾਹਿਬ ਫੇਰ ਚਰਚਾ ਛਿੜਪੀ। ਮੋਟੀ ਦੀ ਇੱਕ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਇੱਕ ਚੈਨਲ ਹੀ ਗੁਰਬਾਣੀ ਦਾ ਪ੍ਰਸਾਰਣ ਕਿਉਂ ਕਰੇ। ਉਹ ਕਹਿੰਦੇ ਸੀ ਜੀ ਐਗਰੀਮੈਂਟ ਹੈ। SGPC ਵਾਲੇ ਕਹਿੰਦੇ ਸੀ ਕਿ ਬਹੁਤ ਸਾਰੇ TV ਚੈਨਲਾਂ ਨੇ ਕੋਸ਼ਿਸ਼ ਕੀਤੀ ਪਰ ਉਹਨਾਂ ਤੋਂ ਪੂਰਾ ਨਹੀਂ ਹੋਇਆ ਕੰਮ। ਆਹ 10-11 ਸਾਲ ਦਾ ਜਿਹੜਾ ਐਗਰੀਮੈਂਟ ਸੀ ਇਹਨਾਂ ਨੇ ਕੰਮ ਪੂਰਾ ਕੀਤਾ, ਠੀਕ ਹੈ। ਫਿਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਸਾਰੇ ਚੈਨਲਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਗੁਰਬਾਣੀ ਦਾ ਪ੍ਰਸਾਰਣ ਕਰਨ ਮੁਫਤ। SGPC ਵਾਲਿਆਂ ਨੇ ਕਿਹਾ ਕਿ ਭਾਈ ਦਖਲਅੰਦਾਜ਼ੀ ਨਾ ਕਰੋ, ਸਾਡਾ ਐਗਰੀਮੈਂਟ ਹੈ। ਜਥੇਦਾਰ ਸਾਹਿਬ ਪੁਰਾਣੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਹਿ ਦਿੱਤਾ ਕਿ SGPC ਆਪਣਾ ਚੈਨਲ ਸ਼ੁਰੂ ਕਰੇ, ਗੁਰਬਾਣੀ ਦਾ ਪ੍ਰਸਾਰਣ ਆਪ ਕਰੇ। SGPC ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਧਰੋਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਆ ਗਿਆ ਕਿ ਅਸੀਂ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਇੱਕ ਮੱਦ ਸ਼ਾਮਲ ਕਰਾਂਗੇ ਜਿਹਦੇ ਨਾਲ ਕਿ ਪ੍ਰਸਾਰਣ ਗੁਰਬਾਣੀ ਦਾ ਹਰ ਇੱਕ ਨੂੰ ਖੁੱਲ੍ਹ ਹੋਏਗੀ। SGPC ਨੇ ਕਹਿ ਦਿੱਤਾ ਕਿ ਭਾਈ ਸਾਡੇ ਵੱਲੋਂ ਤਾਂ ਨਾ ਆ, ਤੁਸੀਂ ਦਖਲਅੰਦਾਜ਼ੀ ਕਰ ਰਹੇ ਹੋ, ਅਸੀਂ ਆਪ ਕੋਸ਼ਿਸ਼ ਕਰ ਰਹੇ ਵੱਖਰੀ। ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਪੈਸੇ ਲਾਉਣ ਨੂੰ ਤਿਆਰ ਆ। ਉਹ ਕਹਿੰਦੇ ਜੀ ਅਸੀਂ ਆਪਣੇ ਆਪ ਦੇ ਵਿੱਚ ਸੰਗਤ ਇੰਨੇ ਜੋਗੀ ਹੈਗੀ ਆ। ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚੋਂ ਪਾਸ ਕਰ ਦਿੱਤਾ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਸੋਧ ਵਾਲਾ ਕੰਮ। ਧਾਮੀ ਸਾਹਿਬ ਨੇ ਠੋਕ ਕੇ ਵਿਰੋਧਤਾ ਕੀਤੀ। ਉਹਨਾਂ ਨੇ ਮੁੜ ਕੇ ਵਿਧਾਨ ਸਭਾ ਦੇ ਵਿੱਚੋਂ ਮਤਾ ਪਾਸ ਕਰ ਦਿੱਤਾ। SGPC ਦੇ ਪ੍ਰਧਾਨ ਧਾਮੀ ਸਾਹਿਬ ਰਾਜਪਾਲ ਸਾਹਿਬ ਕੋਲ ਚਲੇ ਗਏ ਕਿ ਰਾਜਪਾਲ ਸਾਹਿਬ ਦੇਖਿਓ ਕਿਤੇ ਦਸਤਖਤ ਨਾ ਕਰ ਦਿਓ, ਇਹ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ, ਇਹ ਸਾਡੇ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲਅੰਦਾਜ਼ੀ ਹੈ, ਗਲਤ ਹੈ। ਮੁੱਖ ਮੰਤਰੀ ਸਾਹਿਬ ਨੇ ਜਦੋਂ ਦੇਖਿਆ ਕਿ ਸਾਡੇ ਮਤੇ ਦੇ ਉੱਤੇ ਰਾਜਪਾਲ ਸਾਹਿਬ ਨੇ ਦਸਤਖਤ ਹੀ ਨਹੀਂ ਕੀਤੇ, ਉਹਨਾਂ ਨੇ ਇੱਕ ਚਿੱਠੀ ਲਿਖ ਕੇ ਕਿਹਾ ਕਿ ਦਸਤਖਤ ਕਰੋ ਜੀ, ਪੰਜਾਬ ਦੇ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਘਾਣ ਹੈ ਇਹ, ਤੁਸੀਂ ਦਸਤਖਤ ਨਹੀਂ ਕਰਦੇ। ਰਾਜਪਾਲ ਸਾਹਿਬ ਨੇ ਕਹਿਤਾ ਕਹਿੰਦੇ ਦਸਤਖਤ ਕਾਹਦੇ ਕਰਾਂ, ਮੈਨੂੰ ਤਾਂ ਲੱਗਦਾ ਕਿ ਵਿਧਾਨ ਸਭਾ ਦਾ ਸੈਸ਼ਨ ਹੀ ਗੈਰ ਸੰਵਿਧਾਨਕ ਸੀ, ਮੈਂ ਤਾਂ ਜੇ ਸਲਾਹ ਲਊਂਗਾ। ਹੁਣ ਜਦੋਂ ਇਹ ਸਾਰਾ ਕੁਝ ਚੱਲਦਾ ਸੀ ਵਿੱਚੇ ਹੀ SGPC ਨੇ ਕਹਿਤਾ ਕਿ 24 ਜੁਲਾਈ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ YouTube ਚੈਨਲ ਲਾਂਚ ਕਰੂ। 24 ਜੁਲਾਈ ਤੋਂ ਜਾਨੀ ਕਿ 2-3 ਦਿਨ ਬਾਅਦ ਹੁਣ ਗੁਰਬਾਣੀ ਦਾ ਪ੍ਰਸਾਰਣ SGPC ਦੇ ਆਪਣੇ YouTube ਚੈਨਲ ਤੋਂ ਲਾਈਵ ਹੋਊਗਾ। ਉਹ ਕਹਿੰਦੇ ਜੀ ਅਸੀਂ ਕੰਮ ਕਰਨ ਜਾ ਰਹੇ ਹਾਂ, ਸੈਟੇਲਾਈਟ ਚੈਨਲ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੈ। ਹੁਣ ਸਾਰਿਆਂ ਨੂੰ ਲੱਗਾ ਕਿ ਚਲੋ ਕੰਮ ਨਿਬੜ ਗਿਆ, SGPC ਆਪਣੇ ਤੌਰ ਦੇ ਉੱਤੇ YouTube ਦੇ ਉੱਤੇ ਗੁਰਬਾਣੀ ਪ੍ਰਸਾਰਣ ਕਰੂਗੀ, ਮਸਲਾ ਠੀਕ ਹੋ ਗਿਆ। ਅਚਾਨਕ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦਾ ਇੱਕ ਹੁਕਮ ਆਇਆ SGPC ਨੂੰ
ਗਿਆਨੀ ਰਘਵੀਰ ਸਿੰਘ ਜੀ ਕਹਿੰਦੇ ਕਿ ਐਸਜੀਪੀਸੀ ਨੇ YouTube ਚੈਨਲ ਸ਼ੁਰੂ ਕਰਨਾ 24 ਜੁਲਾਈ ਤੋਂ ਬੜੀ ਖੁਸ਼ੀ ਦੀ ਗੱਲ ਹੈ। ਗੁਰਬਾਣੀ ਦਾ ਪ੍ਰਸਾਰਣ ਸ਼੍ਰੋਮਣੀ ਕਮੇਟੀ ਆਪ ਕਰਨ ਜਾ ਰਹੀ ਹੈ, ਮੰਗ ਸੀ ਚਿਰਾਂ ਦੀ। ਬਹੁਤ ਵਧੀਆ। ਸੈਟੇਲਾਈਟ ਚੈਨਲ ਕਹਿੰਦੇ ਜੀ ਸ਼ੁਰੂ ਕਰਨ ਦੀ ਕੋਸ਼ਿਸ਼ ਹੈ, ਚੰਗੀ ਗੱਲ ਹੈ। ਪਰ ਉਹ ਕਹਿੰਦੇ ਦੇਸ਼ ਵਿਦੇਸ਼ ਤੋਂ ਸੰਗਤਾਂ ਦੇ ਫੋਨ ਆਏ, ਸੁਨੇਹੇ ਆਏ, ਸੋਸ਼ਲ ਮੀਡੀਆ ਦੇ ਉੱਤੇ ਰਿਕੁਐਸਟ ਆਈਆਂ। ਮੈਂ ਫੇਰ ਕਲੀਅਰ ਕਰ ਦਿਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਸੰਗਤ ਦੇ ਸੁਨੇਹੇ ਆਏ ਕਿ ਸਾਰਿਆਂ ਦੇ ਕੋਲੇ ਇੰਟਰਨੈਟ ਨਹੀਂ, ਸਾਰਿਆਂ ਦੇ ਕੋਲ ਸਮਾਰਟਫੋਨ ਨਹੀਂ, ਸਾਰਿਆਂ ਦੇ ਕੋਲੇ ਸਮਾਰਟ ਟੀਵੀ ਨਹੀਂ, ਹਰ ਇੱਕ ਬੰਦਾ YouTube ਨੂੰ ਨਹੀਂ ਦੇਖ ਸਕਦਾ, ਉਹਦੇ ਕੋਲੇ ਉਨੀ ਤਕਨੀਕ ਦੀ ਮੁਹਾਰਤ ਨਹੀਂ। ਇਸ ਕਰਕੇ ਉਹ ਕਹਿੰਦੇ ਜੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕਰਦੇ ਹਾਂ ਕਿ ਤੁਸੀਂ ਆਪਦੇ YouTube ਚੈਨਲ ਦੇ ਉੱਤੇ ਤਾਂ ਗੁਰਬਾਣੀ ਦਾ ਪ੍ਰਸਾਰਣ ਕਰੋ, ਪਰ ਜਦੋਂ ਤੱਕ ਤੁਸੀਂ ਆਪਦਾ ਚੈਨਲ ਲਾਂਚ ਨਹੀਂ ਕਰਦੇ ਉਦੋਂ ਤੱਕ ਕਿਸੇ ਨਾ ਕਿਸੇ ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਰਹੇ, ਯਕੀਨੀ ਬਣਾਓ, ਜਿਹਦੇ ਨਾਲ ਕਿ ਸੰਗਤ ਗੁਰਬਾਣੀ ਪ੍ਰਸਾਰਣ ਸਰਵਣ ਕਰਨ ਤੋਂ ਬਿਰਵੀ ਨਾ ਰਹੇ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਹੁਕਮ ਕਰ ਦਿੱਤਾ। ਮੋਹਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਹੁਕਮ ਆ ਗਿਆ ਜੀ। ਇਸ ਕਰਕੇ ਉਹ ਕਹਿੰਦੇ ਜੀ ਅਸੀਂ ਜਿਹੜੇ ਚੈਨਲ ਤੋਂ ਪਹਿਲਾਂ ਪ੍ਰਸਾਰਣ ਹੁੰਦਾ ਜਿਨ੍ਹਾਂ ਨੇ 24 ਤੋਂ ਬੰਦ ਕਰ ਦੇਣਾ ਹੈ, ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਸਾਡੇ ਅਗਲੇ ਹੁਕਮਾਂ ਤੱਕ ਜਾਂ ਸਾਡੇ ਅਗਲੀ ਇਨਫੋਰਮੇਸ਼ਨ ਤੁਹਾਡੇ ਤੱਕ ਆਉਣ ਤੱਕ ਤੁਸੀਂ ਗੁਰਬਾਣੀ ਦਾ ਪ੍ਰਸਾਰਣ ਉਸੇ ਤਰੀਕੇ ਜਾਰੀ ਰੱਖਿਓ। ਇਹਦਾ ਮਤਲਬ ਹੈ ਕਿ ਜਿਸ ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਆਲਰੇਡੀ ਹੁੰਦਾ, ਜਿਹਦਾ ਐਗਰੀਮੈਂਟ ਹੁਣ 23 ਜੁਲਾਈ ਨੂੰ ਮੁੱਕ ਰਿਹਾ ਹੈ, ਉਹਨਾਂ ਨੂੰ ਹੀ ਐਸਜੀਪੀਸੀ ਨੇ ਕਿਹਾ ਕਿ ਭਾਈ ਤੁਸੀਂ ਜਾਰੀ ਰੱਖਿਓ। ਉਧਰੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਦਾ ਫਿਰ ਟਵੀਟ ਆ ਗਿਆ। ਉਹ ਕਹਿੰਦੇ ਜੀ ਦੇਖੋ, ਪੰਜਾਬ ਸਰਕਾਰ ਫਿਰ ਬੇਨਤੀ ਕਰਦੀ ਐਸਜੀਪੀਸੀ ਨੂੰ ਕਿ ਤੁਸੀਂ ਸਾਨੂੰ ਆਖੋ ਸਹੀ, ਅਸੀਂ 24 ਘੰਟੇ ਦੇ ਵਿੱਚ ਸਾਰੇ ਪ੍ਰਬੰਧ ਕਰ ਦਿਆਂਗੇ, ਤੇ ਉਹਦੇ ਤੋਂ ਬਾਅਦ ਕਿਉਂ ਨਾ ਫ੍ਰੀ ਆਫ ਕਾਸਟ ਤੇ ਫ੍ਰੀ ਟੂ ਏਅਰ, ਯਾਨੀ ਕਿ ਬਿਨਾਂ ਕਿਸੇ ਕੀਮਤ ਦੇ ਬਿਲਕੁਲ ਮੁਫਤ ਗੁਰਬਾਣੀ ਹਰ ਇੱਕ ਨੂੰ ਪ੍ਰਸਾਰਣ ਕਰਨ ਦਾ ਅਧਿਕਾਰ ਦੇ ਦਿਓ, ਤੁਹਾਡਾ ਕੋਈ ਪੈਸਾ ਨਹੀਂ ਲੱਗਦਾ, ਅਸੀਂ 24 ਘੰਟੇ ਪ੍ਰਬੰਧ ਕਰ ਦਿਆਂਗੇ। ਪਰ ਐਸਜੀਪੀਸੀ ਨੇ ਉਧਰਲੇ ਪਾਸੇ ਚਿੱਠੀ ਜਾਰੀ ਕਰ ਦਿੱਤੀ ਕਿ ਭਾਈ ਜਿਸ ਤਰੀਕੇ ਦੇ ਨਾਲ ਗੁਰਬਾਣੀ ਪ੍ਰਸਾਰਣ ਜਿਸ ਚੈਨਲ ਦੇ ਉੱਤੇ ਪਹਿਲਾਂ ਹੁੰਦਾ ਉਸੇ ਤਰੀਕੇ ਹੁੰਦਾ ਰਹੇ। ਤੇ ਮੁੱਖ ਮੰਤਰੀ ਸਾਹਿਬ ਨੇ ਮੁੜ ਕੇ ਟਵੀਟ ਕਰਕੇ ਲਿਖਿਆ ਕਿ ਲਾਲਚ ਦੀ ਵੀ ਕੋਈ ਹੱਦ ਹੁੰਦੀ ਹੈ। ਹੁਣ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਹੈ ਕਿ ਉਧਰਲੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਹੁਕਮ ਹੈ, ਸੈਟੇਲਾਈਟ ਚੈਨਲ ਬਣਦੇ ਨੂੰ ਹਫ਼ਤੇ ਲੱਗਦੇ, ਮਹੀਨੇ ਲੱਗਦੇ ਕਿ ਸਾਲ ਲੱਗਦੇ, ਪਤਾ ਨਹੀਂ। ਫਿਰ ਗੁਰਬਾਣੀ ਦਾ ਪ੍ਰਸਾਰਣ ਪਹਿਲਾਂ ਵਾਂਗੂ ਹੁੰਦਾ ਰਹੂਗਾ ਚੈਨਲ ਦੇ ਉੱਤੇ। ਪੰਜਾਬ ਸਰਕਾਰ ਵਿਰੋਧ ਦੇ ਵਿੱਚ ਖੜ ਗਈ ਹੈ ਕਿ ਭਾਈ ਤੁਸੀਂ ਸਾਰਿਆਂ ਨੂੰ ਅਧਿਕਾਰ ਕਿਉਂ ਨਹੀਂ ਦਿੰਦੇ, ਤੁਸੀਂ ਇੱਕ ਚੈਨਲ ਨੂੰ ਕਿਉਂ ਰਿਕੁਐਸਟ ਕਰਦੇ ਆ। ਇਹ ਮਸਲਾ ਨਿਬੜਨਾ ਨਹੀਂ, ਮੈਨੂੰ ਲੱਗਦਾ ਕਿ ਕੰਮ ਉੱਪਰ ਤੱਕ ਚਲੇ ਜਾਊਗਾ। ਨਹੀਂ ਦੇਖੋ, ਮੇਰਾ ਖਿਆਲ ਆਪਾਂ ਇੱਕ ਦਿਨ ਪਿੱਛੇ ਚਲੇ ਜਾਈਏ ਤੇ ਪਰਮਜੀਤ ਸਿੰਘ ਸਰਨਾ ਸਾਹਿਬ ਦਾ ਜ਼ਿਕਰ ਆਪਾਂ ਕੀਤਾ ਸੀ। ਵੈਸੇ ਤਾਂ ਪਹਿਲਾਂ ਉਹ ਕਾਫੀ ਵਿਰੋਧ 'ਚ ਰਹੇ, ਅੱਜ ਕੱਲ੍ਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਿੱਸਾ ਨੇ ਉਹਨਾਂ ਨੇ ਦਿੱਲੀ ਵਾਲੇ ਪਾਸਿਓਂ ਇਹ ਗੱਲ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਵੀ ਦੇਖੋ ਜੀ YouTube ਦੇ ਉੱਪਰ ਤੇ ਸਾਰਿਆਂ ਤੱਕ ਪਹੁੰਚਣੀ ਨਹੀਂ ਗੱਲ, ਇਸ ਕਰਕੇ ਉਹ ਜਿਹੜੇ ਚੈਨਲ ਤੇ ਪ੍ਰਸਾਰਣ ਚੱਲਦਾ ਉਸੇ ਤੇ ਚੱਲਣ ਦੇਣਾ ਚਾਹੀਦਾ। ਇਹ ਗੱਲ ਹਲਕੀ ਜੀ ਆਪਾਂ ਕੱਲ੍ਹ ਵੀ ਕੀਤੀ ਸੀ, ਉਹ ਹੋ ਸਕਦਾ ਮੀਡੀਆ ਦੇ ਕੁਝ ਹੋਰ ਹਿੱਸਿਆਂ ਦੇ ਵਿੱਚ ਵੀ ਇਹ ਗੱਲ ਚੱਲੀ ਹੋਵੇ। ਉਸ ਤੋਂ ਬਾਅਦ ਅਚਾਨਕ ਜਿੱਦਾਂ ਤੁਸੀਂ ਦੱਸਿਆ ਹੈ ਕਿ ਜਥੇਦਾਰ ਸਾਹਿਬ ਮੌਜੂਦਾ ਗਿਆਨੀ ਰਘਵੀਰ ਸਿੰਘ ਹੋਰੀ, ਉਹਨਾਂ ਨੇ ਜਦੋਂ ਇਹ ਗੱਲ ਕਹੀ ਕਿ ਵੀ ਕਿਸੇ ਨਾ ਕਿਸੇ ਚੈਨਲ ਤੇ ਚਲਾਓ, ਹੁਣ ਉਹਨਾਂ ਨੇ ਤੇ ਕਿਸੇ ਨਾ ਕਿਸੇ ਚੈਨਲ ਦੀ ਗੱਲ ਕੀਤੀ, ਪਰ ਜਿੱਦਾਂ ਐਸਜੀਪੀਸੀ ਨੇ ਉਸੇ ਚੈਨਲ ਨੂੰ ਕਿਹਾ ਵੀ ਹਾਂਜੀ ਤੁਸੀਂ ਦੁਬਾਰਾ ਚਲਾਓ। ਇਹਦੇ ਤੋਂ ਇੱਕ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਰਿਐਕਟ ਕੀਤਾ, ਉਹ ਰਿਐਕਸ਼ਨ ਮੈਨੂੰ ਲੱਗਦਾ ਆਉਣਾ ਬਣਦਾ ਹੀ ਸੀ, ਪਰ ਮੈਨੂੰ ਲੱਗਦਾ ਵੀ ਇਹ ਰਿਐਕਸ਼ਨ ਦਾ ਕੋਈ ਖਾਸ ਫਾਇਦਾ ਹੋਣਾ ਨਹੀਂ। ਤੁਹਾਨੂੰ ਯਾਦ ਹੋਣਾ ਮੇਰਾ ਖਿਆਲ ਜਿੱਦਣ ਇਹ ਗੱਲ ਹੁੰਦੀ ਆ, ਉਹ ਮਤਾ ਪਾਸ ਹੁੰਦਾ, ਉਸ ਤੋਂ ਬਾਅਦ ਰਾਜਪਾਲ ਸਾਹਿਬ ਤੱਕ ਸਾਰੀ ਗੱਲ ਪਹੁੰਚਾ ਦਿੱਤੀ ਜਾਂਦੀ, ਪਿਆਰ ਅਸੀਂ ਸੋਧ ਪਾਸ ਕਰ ਦਿੱਤੀ ਹੈ। ਆਪਾਂ ਉਦਣ ਵੀ ਇਹ ਗੱਲ ਕੀਤੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਜਦੋਂ ਇਹ ਸਾਰਾ ਗੁਰਬਾਣੀ ਪ੍ਰਸਾਰਣ ਹੁੰਦਾ ਜਾਂ ਦਰਬਾਰ ਸਾਹਿਬ ਦੇ ਵਿੱਚ ਕਿੱਥੇ ਕਿਹੜੀ ਤਾਰ ਜਾਂਦੀ ਆ, ਕਿੱਥੇ ਕਿਹੜਾ ਕੈਮਰਾ ਲੱਗਾ, ਕਿਹੜੇ ਬੰਦੇ ਦੀ ਕੀ ਡਿਊਟੀ ਆ, ਉੱਥੋਂ ਜਿਹੜਾ ਅਪਲਿੰਕ ਹੁੰਦਾ ਉਹ ਕਿਵੇਂ ਹੁੰਦਾ, ਸਾਰਾ ਕੁਝ ਉਹ ਇੱਕ ਉਹਨਾਂ ਦਾ ਅੰਦਰੂਨੀ ਪ੍ਰਬੰਧ ਆ। ਹੁਣ ਜੇ ਕੋਈ ਬਾਹਰੋਂ ਆਖੇ ਵੀ ਉੱਥੇ ਜਾ ਕੇ ਤੇ ਉਹਨਾਂ ਨੇ ਦੁਬਾਰਾ ਆਪਣੇ ਹਿਸਾਬ ਨਾਲ ਸਾਰਾ ਕੁਝ ਚੇਂਜ ਕਰ ਲੈਣਾ, ਇਹ ਹੋਣਾ ਨਹੀਂ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਚਾਹੇ। ਸੋ ਉਹ ਬਾਰ ਜਿੰਨਾ ਮਰਜ਼ੀ ਰੌਲਾ ਪਿਆ ਰਿਹਾ ਕਿ ਵੀ ਹੁਣ ਇੱਦਾਂ ਹੋ ਗਿਆ, ਹੁਣ ਇੱਦਾਂ ਹੋ ਗਿਆ, ਪਰ ਆਪਾਂ ਉਦੋਂ ਵੀ ਜ਼ਿਕਰ ਕੀਤਾ ਸੀ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਚਾਹਿਆ ਤੇ ਨਹੀਂ ਹੋ ਸਕਦਾ। ਤੇ ਮੈਨੂੰ ਲੱਗਦਾ ਵੀ ਅੱਜ ਉਹੀ ਗੱਲ ਜਿਹੜੀ ਆਪਾਂ ਉਦੋਂ ਕਿਆਸੀ ਸੀਗੀ ਉਹੀ ਚੀਜ਼ ਸਾਹਮਣੇ ਆਈ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਾਡਾ ਅੰਦਰੂਨੀ ਮਾਮਲਾ ਜੀ, ਅਸੀਂ ਆਪਣੇ ਤੌਰ ਤੇ ਸਾਰਾ ਕੁਝ ਪ੍ਰਬੰਧ ਕਰਨ ਦੇ ਕਾਬਲ ਹਾਂ। ਜਿੱਦਾਂ ਪਿਛਲੇ ਦਿਨੀ ਉਹਨਾਂ ਨੇ YouTube ਦੇ ਉੱਪਰ ਵੀ ਪ੍ਰਸਾਰਨ ਆਖਿਆ ਵੀ ਅਸੀਂ ਸ਼ੁਰੂ ਕਰ ਦਿਆਂਗੇ, ਹੁਣ ਨਾਲ ਉਸੇ ਚੈਨਲ ਤੇ ਸ਼ੁਰੂ ਹੋ ਗਿਆ। ਹੁਣ ਆਸੇ-ਪਾਸੇ ਬਿਆਨ ਜ਼ਰੂਰ ਆ ਸਕਦੇ ਆ, ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕੋਈ ਪੰਜਾਬ ਸਰਕਾਰ ਨੂੰ ਆਖੇ ਤਾਂ ਅਸੀਂ 24 ਘੰਟਿਆਂ 'ਚ ਕਰ ਦਿਆਂਗੇ। ਅਗਲੇ ਕਿਉਂ ਕਹਿਣਗੇ? ਸੋਚਣ ਵਾਲੀ ਗੱਲ ਤੇ ਇਹ ਆ ਨਾ। ਹੁਣ ਜੇ ਕਹਿਣਾ ਹੀ ਹੁੰਦਾ ਤਾਂ ਇੰਨੇ ਸਾਲਾਂ ਦਾ ਵੀ ਕਿਹਾ ਜਾ ਸਕਦਾ ਸੀ
ਸੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਜਿਹੜੀ ਚੀਜ਼ ਹੁਣ ਜਿੱਥੇ ਕਿਤੇ ਆ ਕੇ ਖੜ ਗਈ 2 4 5 ਦਿਨ ਇਹ ਖਬਰਾਂ ਦਾ ਹਿੱਸਾ ਜ਼ਰੂਰ ਬਣ ਸਕਦੀ ਆ। ਉਸਦਾ ਤਾਂ 15 ਦਿਨ ਹੀ ਖਬਰਾਂ 'ਚ ਆਉਂਦੀ ਰਹੇ ਜੀ ਇੱਦਾਂ ਕਿਉਂ ਨਹੀਂ ਕਰਦੇ, ਉੱਦਾਂ ਕਿਉਂ ਨਹੀਂ ਕਰਦੇ। ਪਰ ਜਿਹੜੀ ਚੀਜ਼ ਜਿਵੇਂ ਹੁਣ ਪ੍ਰਬੰਧ ਲਗਭਗ ਫਿੱਟ ਹੋ ਗਿਆ ਕਿ YouTube ਦੇ ਉੱਪਰ ਇੱਕ ਪ੍ਰਸਾਰਨ ਹੋਊਗਾ ਜਾਂ ਜਿਹੜੇ ਚੈਨਲ ਤੇ ਪਹਿਲਾਂ ਗੁਰਬਾਣੀ ਦਾ ਪ੍ਰਸਾਰਨ ਹੁੰਦਾ ਸੀ ਉਹਦੇ ਤੇ ਹੁੰਦਾ ਰਹੂਗਾ, ਇਹ ਐਜ਼ ਇਟ ਇਜ਼ ਸਥਿਤੀ ਜਿਉਂ ਦੀ ਤਿਉਂ ਹੋ ਜਾਣੀ ਆ। ਉਹਨੇ 'ਚ ਇਹਨੂੰ ਖਬਰਾਂ ਕੋ ਹੋਰ ਆ ਜਾਣੀਆਂ, ਵਿਸ਼ੇ ਕੋ ਹੋਰ ਆ ਜਾਣੇ ਨੇ, ਮੀਡੀਆ ਚਰਚਾ ਉਸ ਪਾਸੇ ਚੱਲ ਪੈਣੀ ਆ। ਫਿਰ ਮੁੜ ਕੇ ਜਿਹੜਾ ਮਾਮਲਾ ਹੈ ਉਹ ਜਿਉਂ ਦਾ ਤਿਉਂ ਇੱਥੇ ਠੰਡੇ ਬਸਤੇ 'ਚ ਪੈ ਜਾਣਾ, ਜੋ ਮੈਨੂੰ ਲੱਗਦਾ। ਤੁਸੀਂ ਪਤਾ ਨਹੀਂ ਹੋ ਸਕਦਾ ਵੱਖਰੇ ਵਿਚਾਰ ਰੱਖਦੇ ਹੋ। ਸੰਧਾਲੀਆ ਸਾਹਿਬ, ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ, ਪਰ ਆਪਾਂ ਤਾਂ ਮੈਨੂੰ ਲੱਗਦਾ ਕਿ ਪਿਛਲੇ 1.5 ਮਹੀਨੇ ਤੋਂ ਜਦੋਂ ਦਾ ਇਹ ਵਿਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੇ ਵਿਚਾਲੇ ਚੱਲਿਆ, ਆਪਾਂ ਤਾਂ ਉਦੋਂ ਦਾ ਹੀ ਕਹਿੰਦੇ ਆ ਕਿ ਭਾਈ ਵਿਵਾਦ ਨਿਬੇੜੋ, ਰੌਲਾ ਨਹੀਂ ਹੋਣਾ ਚਾਹੀਦਾ, ਸੰਗਤ ਦੇ ਵਿੱਚ ਦੁਚਿੱਤੀ ਨਹੀਂ ਪੈਦਾ ਹੋਣੀ ਚਾਹੀਦੀ। ਤੇ ਹੁਣ ਪੰਜਾਬ ਸਰਕਾਰ ਕੀ ਕਹਿੰਦੀ ਹੈ? ਪੰਜਾਬ ਸਰਕਾਰ ਦੇ ਕਹਿਣ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ੱਕ ਕਾਹਦਾ ਹੈ? ਇਹ ਨਿਬੜਨਾ ਮੈਨੂੰ ਲੱਗਦਾ ਕਿ ਇਹ ਨਿਬੜੂਗਾ ਨਹੀਂ, ਇਹ ਉੱਪਰ ਤੱਕ ਜਾਈ ਜਾਣਾ। ਜੇ ਰਾਜਪਾਲ ਸਾਹਿਬ ਨੇ ਜਦੋਂ ਕਦੇ ਫੈਸਲਾ ਦਿੱਤਾ ਉਸ ਸੈਸ਼ਨ ਦੇ ਬਾਰੇ ਜਾਂ ਉਸ ਸੈਸ਼ਨ ਤੋਂ ਬਾਅਦ ਪਾਸ ਕੀਤੇ ਮਤੇ ਦੇ ਬਾਰੇ, ਉਦੋਂ ਵੀ ਰੌਲਾ ਪੈਣਾ। ਜੇ SGPC ਕੱਲ੍ਹ ਨੂੰ ਕਿਸੇ ਅਦਾਲਤ 'ਚ ਚਲੇ ਜਾਂਦੀ ਆ ਫੇਰ ਰੌਲਾ ਪੈਣਾ। ਤੇ ਸਭ ਤੋਂ ਇੰਪੋਰਟੈਂਟ ਪਤਾ ਕੀ ਹੈ? ਪੰਜਾਬ ਸਰਕਾਰ ਕੀ ਕਹਿੰਦੀ ਹੈ ਮਾਇਨਾ ਨਹੀਂ ਰੱਖਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਕੀ ਕਹਿੰਦੇ ਆ ਇੰਪੋਰਟੈਂਟ ਨਹੀਂ। ਸੰਧਾਲੀਆ ਸਾਹਿਬ, ਸਿੱਖ ਧਰਮ ਦੇ ਵਿੱਚ ਸਭ ਤੋਂ ਉੱਪਰ ਸੰਗਤ ਹੈ। ਸੰਗਤ ਕੀ ਰਿਐਕਟ ਕਰਦੀ ਹੈ, ਸੰਗਤ ਦੀਆਂ ਆਸਾਂ ਕੀ ਨੇ, ਸੰਗਤ ਦੇ ਮਨ ਦੇ ਵਿੱਚ ਕੀ ਹੈ, ਸੰਗਤ ਦੀ ਮਨੋਸਥਿਤੀ ਕੀ ਹੈ, ਸੰਗਤ ਨੂੰ ਕਿਹੜੀ ਧਿਰ ਠੀਕ ਲੱਗਦੀ ਹੈ, ਸੰਗਤ ਕੀ ਚਾਹੁੰਦੀ ਹੈ, ਸਭ ਤੋਂ ਵੱਧ ਇੰਪੋਰਟੈਂਟ ਉਹ ਹੈ। ਸੰਗਤ ਦੇ ਵਿੱਚੋਂ ਪ੍ਰਤੀਕਿਰਿਆ ਕੀ ਆਊਗੀ, ਸੰਗਤ ਦੇ ਕੋਲੇ ਕਿਹੜੀ ਧਿਰ ਸਭ ਤੋਂ ਪਹਿਲਾਂ ਚਲੇ ਜਾਊਗੀ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਹੈ। ਹੁਣ ਤੁਸੀਂ ਇਹ ਦੇਖੋ, ਇੱਕ ਇਹ ਵੀ ਚੱਕਰ ਚੱਲ ਸਕਦਾ ਹੈ। ਅਸੀਂ ਸਾਰੀਆਂ ਧਿਰਾਂ ਦਾ ਹੀ ਸਤਿਕਾਰ ਕਰਦੇ ਹਾਂ, ਅਸੀਂ ਨਹੀਂ ਕਹਿੰਦੇ ਕੌਣ ਸਹੀ ਹੈ ਤੇ ਕੌਣ ਗਲਤ। ਜਦੋਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਇਹ ਮਤਾ ਪਾਸ ਕੀਤਾ ਸੀ, ਪਹਿਲਾਂ ਕੈਬਨਿਟ ਦੇ ਵਿੱਚ, ਫਿਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ, ਉਦੋਂ ਬਹੁਤ ਸਾਰੀਆਂ ਪੰਥਕ ਧਿਰਾਂ ਜਿਨ੍ਹਾਂ ਦਾ ਆਪਸ ਦੇ ਵਿੱਚ ਵਖਰੇਵਾਂ ਬਹੁਤ ਸੀ, ਭਾਵੇਂ ਉਹ ਬੀਬੀ ਜਗੀਰ ਕੌਰ ਨੇ, ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ, ਭਾਵੇਂ ਦੂਸਰੇ ਪਾਸੇ ਭਾਈ ਧਿਆਨ ਸਿੰਘ ਮੰਡ ਹੋਰੀ ਨੇ, ਭਾਵੇਂ ਇਧਰਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਪੁਰਾਣੇ ਜਾਂ ਮੌਜੂਦਾ ਜਥੇਦਾਰ ਸਾਹਿਬ ਨੇ, ਉਹ ਸਾਰੇ ਕਹਿੰਦੇ ਸੀ ਨਾ ਕਿ ਇਹ ਨਹੀਂ ਹੋਣਾ ਚਾਹੀਦਾ। ਵਖਰੇਵੇਂ ਬੜੇ ਨੇ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ, ਪਰ ਉੱਥੇ ਇਕਮੁੱਠ ਸਨ। ਪਰ ਕੀ ਹੁਣ ਜਿਹੜਾ ਨਵਾਂ ਫੈਸਲਾ ਕੀਤਾ ਗਿਆ, ਇਹਦੇ ਉੱਤੇ ਵੀ ਉਹ ਸਾਰੇ ਇਕਮੁੱਠ ਹੋਣਗੇ? ਜਾਂ ਇਹਦੇ ਉੱਤੇ ਉਹਨਾਂ ਦੀ ਇਕਮੁੱਠਤਾ ਦੀ ਕੁਝ ਕਮੀ ਹੋਏਗੀ, ਜਾਂ ਕੁਝ ਧਿਰਾਂ ਜਿਹੜੀਆਂ ਲਾਂਭੇ ਹੋਣਗੀਆਂ? ਇਹਦੇ ਵੀ ਬਹੁਤ ਵੱਡਾ ਅਸਰ ਪਾਉਣਾ। ਸੋ ਸਾਨੂੰ 1-2 ਦਿਨ ਅਜੇ ਇੰਤਜ਼ਾਰ ਕਰਨਾ ਜ਼ਰੂਰ ਚਾਹੀਦਾ, ਪਰ ਇਹ ਮਸਲਾ ਨਿਬੜੇ, ਅਸੀਂ ਇਸ ਗੱਲ ਦੀ ਆਸ ਤੇ ਉਮੀਦ ਜਿਹੜੀ ਉਹ ਕਰਦੇ ਜ਼ਰੂਰ ਹੈ। ਜੀ ਸੰਧਾਲੀਆ ਜੀ। ਨਹੀਂ, ਬਿਲਕੁਲ ਠੀਕ ਹੈ। ਬਾਕੀ ਕਿਉਂਕਿ ਜਿੱਦਾਂ ਆਪਾਂ ਅੱਗੇ ਜ਼ਿਕਰ ਕੀਤਾ ਕਿ ਵੀ ਦੋਵੇਂ ਹੀ ਪਾਸੇ ਉਹ ਆਪੋ ਆਪਣੀ ਉਹਨਾਂ ਦੇ ਕੋਲੇ ਸਮਰੱਥਾ ਹੈ। ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਵੀ ਉਹ ਇੱਕ ਬਹੁਤ ਵੱਡੀ ਸੰਸਥਾ, ਉਹਨਾਂ ਕੋਲੇ ਆਪਣੇ ਪ੍ਰਬੰਧ ਨੇ, ਜੇ ਉਹ ਚਾਹੁਣ ਤੇ ਹੋ ਸਕਦਾ ਵੀ ਬਹੁਤ ਛੇਤੀ ਆਪਣਾ ਇੱਕ ਚੈਨਲ ਵੀ ਉਹ ਚਲਾ ਲੈਣ। ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਜਿੱਦਾਂ ਉਹ ਕਹਿੰਦੇ ਵੀ ਅਸੀਂ 24 ਘੰਟਿਆਂ ਸਾਰਾ ਕੁਝ ਕਰ ਦੇਵਾਂਗੇ, ਪਰ ਉਹਨਾਂ ਨੂੰ ਕੋਈ ਕਹੂਗਾ ਜਾਂ ਉਹਨਾਂ ਦੇ ਉਹ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ। ਪਰ ਉਹ ਜਿਹੜਾ ਜ਼ਿਕਰ ਤੁਸੀਂ ਦੂਸਰਾ ਕੀਤਾ ਸੰਗਤ ਵਾਲਾ, ਮੈਨੂੰ ਲੱਗਦਾ ਵੀ ਹੋ ਸਕਦਾ ਅੱਗੇ ਵੀ ਉਸ ਚੀਜ਼ ਦਾ ਅਸਰ ਜ਼ਰੂਰ ਹੋਵੇ, ਕਿਉਂਕਿ ਹੁਣ ਜੇ ਸੰਗਤ ਉਸ ਪ੍ਰਸਾਰਣ ਨੂੰ ਕਿਸੇ ਵੱਖਰੇ ਢੰਗ ਨਾਲ ਕਰਨ ਦੇ ਲਈ ਜਾਂ ਚੈਨਲ ਦੇ ਉੱਪਰ ਚੱਲਦਾ ਰਹਿਣ ਦੇ ਲਈ ਉਹਦੇ ਲਈ ਬੇਨਤੀ ਪੱਤਰ ਜਿਹੜਾ ਉਹ ਜਥੇਦਾਰ ਸਾਹਿਬ ਤੱਕ ਪਹੁੰਚਾ ਸਕਦੀ ਹੈ, ਤੇ ਸੰਗਤ ਹੋ ਸਕਦਾ ਕਿ ਇਸ ਫੈਸਲੇ ਤੋਂ ਬਾਅਦ ਵੀ ਕੋਈ ਨਾ ਕੋਈ ਰਿਐਕਸ਼ਨ ਜਾਂ ਕੋਈ ਨਾ ਕੋਈ ਆਪਣੀਆਂ ਚਿੱਠੀਆਂ, ਪੱਤਰ, ਸੁਨੇਹੇ ਜਿਹੜੇ ਨੇ ਉਹ ਜਥੇਦਾਰ ਸਾਹਿਬ ਤੱਕ ਪਹੁੰਚਾਉਣ ਕਿ ਵੀ ਹਾਂਜੀ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਜਾਂ ਹੋਰ ਕਿੱਥੇ ਕਿੱਥੇ ਪ੍ਰਸਾਰਣ ਕਿਵੇਂ ਚਲਾਇਆ ਜਾਵੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਵੀ ਦੁਬਾਰਾ ਕੋਈ ਹੁਕਮ ਜਾਰੀ ਕਰ ਦੇਣ ਵੀ ਹੁਣ ਜੀ ਇਸ ਚੈਨਲ ਤੇ ਜਾਂ ਇਸ ਤਰੀਕੇ ਨਾਲ ਵੀ ਇਹ ਪ੍ਰਸਾਰਣ ਹੋਣਾ ਚਾਹੀਦਾ। ਸੋ ਇਹ ਮੈਨੂੰ ਗੱਲ ਤੁਹਾਡੀ ਠੀਕ ਹੈ ਕਿ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ। ਸੋ ਹਫ਼ਤਾ ਖੰਡ ਮੈਨੂੰ ਲੱਗਦਾ ਕਿ ਇਸ ਵਿਸ਼ੇ ਨੂੰ ਦੇਖਣਾ ਚਾਹੀਦਾ। ਬਾਕੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਤੁਸੀਂ ਛੇੜ ਹੀ ਲਈ ਆ, ਤੇ ਢੀਂਡਸਾ ਸਾਹਿਬ ਦਾ ਜ਼ਿਕਰ ਆਪਾਂ ਕੱਲ੍ਹ ਵੀ ਥੋੜ੍ਹਾ ਜਿਹਾ ਕੀਤਾ ਸੀ, ਹੁਣ ਫਿਰ ਇਸ ਗੱਲ ਦੀ ਚਰਚਾ ਕਿ ਢੀਂਡਸਾ ਸਾਹਿਬ ਕਹਿੰਦੇ ਆ ਕਿ ਮੋਦੀ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਗਾਂ ਵਾਰਸ ਨਹੀਂ ਮੰਨਦੇ ਸ਼੍ਰੋਮਣੀ ਅਕਾਲੀ ਦਲ ਦਾ। ਉਹ ਕਹਿੰਦੇ ਵੀ ਵੱਡੇ ਬਾਦਲ ਸਾਹਿਬ ਤੋਂ ਬਾਅਦ ਜੇ ਕੋਈ ਸਭ ਤੋਂ ਸੀਨੀਅਰ ਆ ਤੇ ਉਹ ਮੈਂ ਆ, ਯਾਨੀ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ। ਤੇ ਇਸ ਕਰਕੇ ਜੇ ਤੁਸੀਂ ਇਹ ਕਹੋ ਕਿ ਵੀ ਹੁਣ ਗਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵਾਰਸ ਰਹਿਣਾ ਜਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਚਲਾਉਣਾ, ਇਹ ਗੱਲ ਬਣਦੀ ਨਹੀਂ। ਪਰ ਜਿਹੜਾ ਜਵਾਬ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਇਆ। ਉਹ ਕਹਿੰਦੇ ਵੀ RSS ਦੀ ਬੋਲੀ ਬੋਲਣ ਵਾਲੇ ਕਈ ਲੋਕ ਨੇ ਜੀ, ਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਹੀ ਵਾਰਸ ਨੇ, ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਅਕਾਲੀ ਦਲ ਚੱਲੂਗਾ। ਸੋ ਅਕਾਲੀ ਦਲ ਕਿਹੜਾ ਸਹੀ ਆ ਤੇ ਕੌਣ ਉਹਨਾਂ ਦਾ ਮੁਖੀ ਜਾਂ ਲੀਡਰ ਹੋਊਗਾ, ਇਹਨੂੰ ਲੈ ਕੇ ਨਵੀਂ ਬਹਿਸ ਚੱਲ ਪਈ। ਸੰਧਾਲੀਆ ਸਾਹਿਬ, ਅੱਜ ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬਹੁਤ ਜ਼ਿਆਦਾ ਸਰਗਰਮ ਨੇ। ਤੁਸੀਂ ਉਹਨਾਂ ਨੂੰ ਟਰੈਕਟਰ ਤੇ ਬੈਠ ਕੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਦੇ ਵੇਖੋਗੇ, ਤੁਸੀਂ ਉਹਨਾਂ ਨੂੰ ਮੋਟਰਸਾਈਕਲ ਤੇ ਬੈਠ ਕੇ ਲੋਕਾਂ ਦੇ ਵਿੱਚ ਵਿਚਰਦੇ ਵੇਖੋਗੇ, ਤੁਸੀਂ ਉਹਨਾਂ ਨੂੰ ਕਿਸੇ ਤੁਸੀਂ ਬੰਨ੍ਹ ਦੇ ਕੋਲ ਖਲੋਤਿਆਂ ਵੇਖੋਗੇ,
ਲੋਕ ਜਿਹੜੇ ਹੜ੍ਹ ਦੇ ਪਾਣੀ ਦੇ ਨਾਲ ਗਿੱਲੇ ਹੋਏ ਲਿਬੜੇ ਤਿਬੜੇ ਨੇ ਉਹਨਾਂ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਉਹਨਾਂ ਨੂੰ ਹੌਸਲਾ ਦਿੰਦਿਆਂ ਦੇਖੋਗੇ। ਯੂਥ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੇ ਬਣਾਤਾ, ਇਸਤਰੀ ਅਕਾਲੀ ਦਲ ਦੇ ਵਿੱਚ ਰੱਦੋ ਬਦਲ ਕਰ ਦਿੱਤੀ, ਬਹੁਤ ਸਾਰੀਆਂ ਚੀਜ਼ਾਂ ਕੀਤੀਆਂ। ਅਕਾਲੀ ਦਲ ਨੂੰ ਪੈਰਾਂ ਸਿਰ ਲਿਆਉਣ ਦੇ ਲਈ ਯਤਨਸ਼ੀਲਤਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਉਹਦੇ ਵਿੱਚੋਂ ਸਫਲ ਕਿੰਨੇ ਕੁ ਹੁੰਦੇ ਆ ਉਹ ਬਾਅਦ ਦੀ ਗੱਲ ਹੈ। ਪਰ ਦੂਸਰੇ ਪਾਸੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਲੱਗਦਾ ਕਿ ਆਹ ਮੌਕਾ ਹੈ। ਤੁਸੀਂ ਇਹ ਦੇਖੋ ਕਿ 2-2.5 ਸਾਲ ਪਹਿਲਾਂ ਤੱਕ ਕੀ ਸੀ, ਬੀਬੀ ਹਰਸਿਮਰਤ ਕੌਰ ਬਾਦਲ ਮੋਦੀ ਸਾਹਿਬ ਦੀ ਕੈਬਨਿਟ ਦੇ ਵਿੱਚ ਮਿਨਿਸਟਰ ਸਨ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਲਾਂਭੇ ਸਨ। ਹੁਣ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਵਾਲਾ ਹਿੱਸਾ ਇੱਕ ਪਾਸੇ ਆ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੋਦੀ ਸਾਹਿਬ ਦੇ ਨਾਲ ਮੀਟਿੰਗ ਕਰ ਰਹੇ ਸੀ ਤੇ ਇਸ ਮੌਕੇ ਨੂੰ ਉਹਨਾਂ ਨੇ ਦੱਸਣਾ ਸੀ। ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਐਨਡੀਏ ਦੀ ਬੈਠਕ ਤੋਂ ਬਾਅਦ ਢੀਂਡਸਾ ਸਾਹਿਬ ਪੰਜਾਬ ਦੇ ਵਿੱਚ ਆ ਕੇ ਵੱਖ-ਵੱਖ ਥਾਵਾਂ ਦੇ ਉੱਤੇ ਹੁਣ ਦੱਸਦੇ ਫਿਰ ਰਹੇ ਆ ਕਿ ਦੇਖੋ ਜੀ, ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ, ਮੈਂ ਹੜ੍ਹ ਪੀੜਤਾਂ ਦੇ ਲਈ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ, ਮੈਂ ਐਸਜੀਪੀਸੀ ਦੀਆਂ ਚੋਣਾਂ ਦੀ ਮੰਗ ਕਰਕੇ ਆਇਆ। ਉਹਨਾਂ ਨੇ ਬਹੁਤ ਧਿਆਨ ਦੇ ਨਾਲ ਸੁਣਿਆ। ਪਰ ਆਹ ਜਿਹੜੀ ਉਹਨਾਂ ਨੇ ਗੱਲ ਆਖੀ ਨਾ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੋਦੀ ਸਾਹਿਬ ਅਕਾਲੀ ਦਲ ਦਾ ਵਾਰਿਸ ਨਹੀਂ ਮੰਨਦੇ ਤੇ ਢੀਂਡਸਾ ਸਾਹਿਬ ਨੇ ਕਿਹਾ ਸੀ ਕਿ ਬਾਦਲ ਸਾਹਿਬ ਤੋਂ ਵੱਧ ਸਭ ਤੋਂ ਵੱਧ ਸੀਨੀਅਰ ਲੀਡਰ ਮੈਂ ਆ। ਉਹ ਕਹਿੰਦੇ ਸੀ ਜੇਲ੍ਹ ਮੈਂ ਵੀ ਬਹੁਤ ਕੱਟੀ ਹੈ। ਹੁਣ ਬਾਦਲ ਸਾਹਿਬ ਦੁਨੀਆ ਤੇ ਨਹੀਂ ਤਾਂ ਸੀਨੀਅਰਟੀ ਦੇ ਵਾਈਜ਼ ਉਹ ਕਹਿੰਦੇ ਜੀ ਮੈਂ ਆ। ਇਹਦਾ ਮਤਲਬ ਹੈ ਕਿ ਅਗਲਿਆਂ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇੱਕ ਪਾਸੇ ਕਰਕੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਦੂਸਰਾ, ਤੁਹਾਨੂੰ ਯਾਦ ਹੈ ਸੰਧਾਲੀਆ ਸਾਹਿਬ 2 ਦਿਨ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਰਾਜਾ ਵੜਿੰਗ ਸਾਹਿਬ ਕਾਂਗਰਸ ਦੇ ਸੂਬਾ ਪ੍ਰਧਾਨ, ਉਹਨਾਂ ਨੇ ਕਿਹਾ ਸੀ ਅਕਾਲੀ ਭਾਜਪਾ ਗੱਠਜੋੜ ਤਾਂ ਹੋਇਆ ਲਓ। ਉਹ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਕੇ ਚੰਦੂ ਮਾਜਰਾ ਸਾਹਿਬ ਨੂੰ ਬਣਾ ਦਿਓ, ਫਿਰ ਆਪਣਾ ਗੱਠਜੋੜ ਹੈ, ਅੱਧੀਆਂ ਸੀਟਾਂ ਕਰ ਲੈਨੇ ਆ। ਹੁਣ ਸੁਖਦੇਵ ਸਿੰਘ ਢੀਂਡਸਾ ਸਾਹਿਬ ਵੀ ਕਹਿੰਦੇ ਆ ਕਿ ਭਾਈ ਉਹ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵਾਰਸ ਨਹੀਂ ਮੰਨਦੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਐਸਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਾਰ-ਬਾਰ ਇਸ ਤਰੀਕੇ ਜ਼ਿਕਰ ਕਰਕੇ ਅਕਾਲੀ ਦਲ ਦੇ ਵਿੱਚੋਂ ਕੁਝ ਇੱਕ ਲੀਡਰ ਜਿਹੜੇ ਹੈ ਉਹਨਾਂ ਦੀ ਆਵਾਜ਼ ਬੁਲੰਦ ਕਰਾਉਣ ਦਾ ਯਤਨ ਕੀਤਾ ਜਾ ਰਿਹਾ, ਜਾਂ ਕਹਾਣੀ ਕੁਝ ਹੋਰ ਹੈ ਬੜੀ ਦਿਲਚਸਪ। ਵੈਸੇ ਮੈਂ ਸੋਚਦਾ ਨਾ ਸਿਆਸਤ ਵੀ ਕੈਸੀ ਖੇਡ ਹੈ ਨਾ ਕਿ ਹਰੇਕ ਬੰਦੇ ਨੂੰ ਇਹ ਲੱਗਦਾ ਹੁੰਦਾ ਵੀ ਦੂਜੇ ਨੂੰ ਲਾਂਭੇ ਕਰ ਦਿਓ ਤੇ ਮੈਂ ਅੱਗੇ ਆ ਸਕਦਾ। ਹੁਣ ਜਿੱਦਾਂ ਆਪਾਂ ਅੱਗੇ ਦਿਨ ਮੇਰਾ ਖਿਆਲ ਗੱਲ ਕਰਦੇ ਸੀ ਨਾ ਦੇਵ ਮਾਨ ਸਾਹਿਬ ਦੀ, ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਬਹੁਤ ਜ਼ਰੂਰੀ ਚਾਹੀਦਾ। ਹਾਂ ਵੈਸੇ ਮੈਂ ਵੀ ਕੈਂਡੀਡੇਟ ਹੈਗਾ। ਹੁਣ ਜਿੱਦਾਂ ਢੀਂਡਸਾ ਸਾਹਿਬ ਕਹਿੰਦੇ ਨੇ ਵੀ ਇਹ ਅਕਾਲੀ ਦਲ ਦਾ ਪ੍ਰਧਾਨ ਭਾਈ ਸਾਹਿਬ ਸੁਖਬੀਰ ਸਿੰਘ ਬਾਦਲ ਨਹੀਂ ਚਾਹੀਦਾ, ਪਰ ਹਾਂ ਉੱਦਾਂ ਮੈਂ ਵੀ ਕੈਂਡੀਡੇਟ ਹੈਗਾ। ਵੈਸੇ ਚਲੋ ਇੱਕ ਗੱਲ ਹੈ ਵੀ ਇਹ ਚਿਹਰਿਆਂ ਦੀ ਰਾਜਨੀਤੀ ਵੈਸੇ ਹੁੰਦੀ ਰਹਿੰਦੀ ਹੈ। ਹੁਣ ਕਾਂਗਰਸ ਪਾਰਟੀ ਨੇ ਵੀ ਤਾਂ ਵੇਖੋ ਕੀਤਾ ਹੀ ਨਾ। ਕਾਂਗਰਸ ਪਾਰਟੀ ਦਾ ਮੇਰਾ ਖਿਆਲ ਕਾਟੋ ਕਲੇਸ਼ ਉਦੋਂ ਸਿਖਰ 'ਤੇ ਸੀ ਜਿੱਦਣ ਉਹ 22-23 ਲੀਡਰ ਮੇਰਾ ਖਿਆਲ ਸਾਲ 1.5 ਸਾਲ ਲੱਗੇ ਰਹੇ ਇਸ ਚੀਜ਼ ਦੇ ਵਿੱਚ ਵੀ ਗਾਂਧੀ ਪਰਿਵਾਰ ਲਾਂਭੇ ਚਾਹੀਦਾ ਜੀ, ਗਾਂਧੀ ਪਰਿਵਾਰ ਕਾਂਗਰਸ ਦਾ ਮੋਹਰੀ ਨਹੀਂ ਚਾਹੀਦਾ। ਬੜਾ ਰੌਲਾ ਪਿਆ, ਬੜੇ ਬੰਦਿਆਂ ਨੇ ਇੱਧਰੋਂ ਉੱਧਰੋਂ ਕਿਹਾ ਇੱਦਾਂ ਕਿੱਦਾਂ ਜੀ, ਅਸੀਂ ਤਾਂ ਰਾਹੁਲ ਗਾਂਧੀ ਦੇ ਨਾਲ ਆ ਜੀ, ਅਸੀਂ ਤਾਂ ਸੋਨੀਆ ਗਾਂਧੀ ਦੇ ਨਾਲ ਆ। ਅਖੀਰ ਉਹ ਧੁਖਦੀ ਗੱਲ ਕਿਤੇ ਨਾ ਕਿਤੇ ਜਾ ਕੇ ਪਹੁੰਚੀ ਆਪਣੀ ਵੀ ਨਹੀਂ ਇਹ ਚਿਹਰਾ ਬਦਲਣਾ ਪੈਣਾ। ਤੇ ਆਪਾਂ ਇਹ ਵੀ ਦੇਖਿਆ ਕਿ ਖੜਗੇ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ। ਹਾਲਾਂਕਿ ਖੜਗੇ ਸਾਹਿਬ ਕਿੰਨੇ ਕੁ ਪ੍ਰਧਾਨ ਨੇ, ਕਿੰਨੀ ਕੁ ਉਹਨਾਂ ਦੀ ਚੱਲਦੀ, ਕਿੰਨੀ ਕੁ ਨਹੀਂ ਚੱਲਦੀ, ਇਹ ਤੇ ਸਾਰਿਆਂ ਨੂੰ ਪਤਾ। ਜੇ ਕਾਂਗਰਸ ਪਾਰਟੀ ਅੱਜ ਵੀ ਆਪਾਂ ਦੇਖੀਏ ਤਾਂ ਜਿਹੜੀ ਤਾਕਤ ਹੈ ਉਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੋਰਾਂ ਦੇ ਕੋਲ ਹੈ। ਹੁਣ ਜੇ ਇਸ ਵਕਤ ਅਕਾਲੀ ਦਲ ਨੂੰ ਲੈ ਕੇ ਇਸ ਚੀਜ਼ ਦਾ ਰੌਲਾ ਪੈ ਗਿਆ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨਹੀਂ ਚਾਹੀਦੇ ਜੀ, ਪ੍ਰਧਾਨ ਕੋਈ ਹੋਰ ਚਾਹੀਦਾ, ਕੱਲ੍ਹ ਨੂੰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਿਸੇ ਹੋਰ ਨੂੰ ਕਹਿਣਗੇ ਆਓ ਜੀ ਆਪਾਂ ਹੁਣ ਫਲਾਨਿਆਂ ਨੂੰ ਪ੍ਰਧਾਨ ਬਣਾ ਲੈਂਦੇ ਹਾਂ। ਮੰਨ ਲਓ ਨਾ ਚੰਦੂ ਮਾਜਰਾ ਸਾਹਿਬ ਦੀ ਗੱਲ ਚੱਲਦੀ, ਨਾ ਢੀਂਡਸਾ ਸਾਹਿਬ ਦੀ ਗੱਲ ਚੱਲਦੀ, ਕੱਲ੍ਹ ਨੂੰ ਭੂੰਦੜ ਸਾਹਿਬ ਨੂੰ ਪ੍ਰਧਾਨ ਬਣਾ ਲੈਂਦੇ ਨੇ। ਵੈਸੇ ਹੀ ਮੈਂ ਗੱਲ ਕਰ ਰਿਹਾ ਹਾਈਪੋਥੈਟੀਕਲੀ ਵੀ ਇਹ ਭੂੰਦੜ ਸਾਹਿਬ ਪ੍ਰਧਾਨ ਹੋਣਗੇ ਤੇ ਹੁਣ ਫਿਰ ਸਾਰਿਆਂ ਦੀ ਸਹਿਮਤੀ ਬਣ ਜੂਗੀ। ਆਹ ਦੇਖੋ ਜੀ ਹੁਣ ਤਾਂ ਬਾਦਲ ਪਰਿਵਾਰ ਪਾਸੇ ਆ, ਹੁਣ ਤਾਂ ਭੂੰਦੜ ਸਾਹਿਬ ਪਰਿਵਾਰ ਪ੍ਰਧਾਨ ਨੇ ਜੀ, ਉਹ ਅਕਾਲੀ ਦਲ ਦੀ ਅਗਵਾਈ ਕਰ ਰਹੇ ਆ। ਤੇ ਜੇ ਮੰਨ ਲਓ ਸੱਤਾ ਜਾਂ ਤਾਕਤ ਜਾਂ ਭੂੰਦੜ ਸਾਹਿਬ ਨੇ ਪੁੱਛ ਕੇ ਸਾਰਾ ਕੰਮ ਫਿਰ ਬਾਦਲ ਪਰਿਵਾਰ ਤੋਂ ਜਾਂ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਕੀਤਾ ਤੇ ਫਿਰ ਕੀ ਗੱਲ ਸਾਰੇ ਰਾਜੀ ਹੋ ਜਾਣਗੇ। ਮਤਲਬ ਇਹ ਅਜੀਬੋ ਗਰੀਬ ਨਹੀਂ ਤੁਹਾਨੂੰ ਲੱਗਦਾ ਹੁੰਦਾ ਵੀ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚ ਚਿਹਰਾ ਬਦਲਾਉਣ ਦੇ ਲਈ ਜਿੱਦਾਂ ਆਸੇ-ਪਾਸੇ ਵਾਲੇ ਜ਼ੋਰ ਲਾਉਂਦੇ ਨੇ, ਉਹ ਲੱਗਦਾ ਜ਼ਰੂਰ ਹੈ ਅਗਲੇ ਚਿਹਰਾ ਚੇਂਜ ਵੀ ਕਰ ਲੈਂਦੇ ਨੇ, ਪਰ ਅਲਟੀਮੇਟਲੀ ਤਾਕਤ ਤੇ ਉੱਥੇ ਹੀ ਰਹਿੰਦੀ ਹੈ ਨਾ ਜਿੱਥੇ ਹੋਣੀ ਚਾਹੀਦੀ ਹੈ। ਨਹੀਂ ਬਿਲਕੁਲ ਜੀ, ਤਾਕਤ ਦਾ ਕੇਂਦਰ ਬਿੰਦੂ ਤਾਂ ਉੱਥੇ ਹੀ ਹੈ ਜੀ, ਫੈਸਲੇ ਤਾਂ ਉੱਥੋਂ ਕੀ ਹੁੰਦੇ ਆ, ਪਾਰਟੀ ਜਿਹੜੀ ਮਰਜ਼ੀ ਹੋ ਜਾਏ। ਜੇ ਸ਼ਰਦ ਪਵਾਰ ਨੇ ਆਪਣੀ ਧੀ ਤਾਂ ਪ੍ਰਫੁੱਲ ਪਟੇਲ ਨੂੰ ਅੱਗੇ ਲੈ ਜਾਂਦਾ ਸੀ ਤਾਂ ਪਤਾ ਸੀ ਕਿ ਭਾਈ ਗੱਲ ਉਹਦੀ ਚੱਲਣੀ ਹੈ। ਬਹੁਤ ਵਾਰੀ ਇੱਦਾਂ ਹੀ ਹੁੰਦਾ। ਲਾਲੂ ਪ੍ਰਸਾਦ ਯਾਦਵ ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਗਿਆ ਸੀ, ਬੀਬੀ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਤਾ ਸੀ, ਪਰ ਹੁਕਮ ਕਿਹਦਾ ਚੱਲਦਾ ਸੀ? ਜੇਲ੍ਹੋਂ ਵੀ ਲਾਲੂ ਪ੍ਰਸਾਦ ਰਾਜ ਕਰਦਾ ਸੀ। ਸਾਰਿਆਂ ਨੂੰ ਪਤਾ ਹੈ, ਗੱਲ ਬੜੀ ਕਲੀਅਰ ਹੈ। ਸੋ ਦੇਖਦੇ ਹਾਂ ਕਹਾਣੀ ਕਿੱਧਰ ਜਾਂਦੀ ਹੈ। ਸੰਧਾਲੀਆ ਸਾਹਿਬ ਮਨੀਪੁਰ ਜਾਣਾ ਹੈ। ਆਪਾਂ ਬੀਤੇ ਕੱਲ ਵੀ ਚਰਚਾ ਕੀਤੀ ਸੀ ਕਿ ਮਨੀਪੁਰ ਦੇ ਵਿੱਚ ਮੈਤੇਈ ਤੇ ਕੁਕੀ ਦੋ ਭਾਈਚਾਰਿਆਂ ਦਾ ਆਪਸ ਦੇ ਵਿੱਚ ਝਗੜਾ, ਜ਼ਹਿਰ ਫੈਲਾਈ ਕਿਹਨੇ ਹੈ, ਤੀਲੀ ਲਾਈ ਕਿਹਨੇ ਹੈ, ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਦੇ ਢੇਰ ਲਾਏ ਕਿਹਨੇ ਹੈ, ਉਹ ਲੱਭਣਾ ਬਹੁਤ ਜ਼ਰੂਰੀ ਹੈ। ਭਾਰਤ ਦੇ ਲੋਕਾਂ ਨੂੰ ਪਾੜ ਕੇ ਆਪਣਾ ਉੱਲੂ ਕੌਣ ਸਿੱਧਾ ਕਰਨਾ ਚਾਹੁੰਦਾ ਹੈ? ਆਮ ਬੰਦਾ ਤਾਂ ਥੋੜ੍ਹਾ ਦਾ ਮਾਰਿਆ,
ਆਮ ਬੰਦੇ ਦੀਆਂ ਤਾਂ ਮੁੱਢਲੀਆਂ ਲੋੜਾਂ ਤੱਕ ਪੂਰੀਆਂ ਨਹੀਂ ਹੁੰਦੀਆਂ, ਤੇ ਜਦੋਂ ਲੋੜਾਂ ਤੱਕ ਪੂਰੀਆਂ ਨਹੀਂ ਹੁੰਦੀਆਂ ਤੇ ਉਸ ਵੇਲੇ ਇੱਕ ਦੂਜੇ ਦੇ ਸਿਰ 'ਚ ਡਾਂਗ ਮਾਰ ਕੇ ਉਹਦਾ ਸਿਰ ਖੋਲਣ ਦੀ ਵੇਲ ਕਿਹਦੇ ਕੋਲ ਹੈ? ਸਾਨੂੰ ਉਕਸਾਉਂਦਾ ਕੌਣ ਹੈ? ਕਿਹਦੀਆਂ ਵੋਟਾਂ ਤੇ ਕਿਹਦੀਆਂ ਰੋਟੀਆਂ ਖਰੀਆਂ ਹੁੰਦੀਆਂ ਇਸ ਲੜਾਈ ਦੇ ਵਿੱਚ, ਉਹ ਪਤਾ ਲਾਉਣਾ ਬੜਾ ਜ਼ਰੂਰੀ ਹੈ। ਹੁਣ ਕਹਾਣੀ ਕੀ ਹੋਈ ਹੈ? ਆਪਾਂ ਕੱਲ ਕਿਹਾ ਸੀ ਕਿ 3 ਔਰਤਾਂ, ਇੱਕ ਪਿੰਡ ਦੇ ਉੱਤੇ ਹਮਲਾ ਕੀਤਾ ਜਾਂਦਾ, ਘਰਾਂ ਦੀ ਲੁੱਟਮਾਰ ਹੁੰਦੀ ਹੈ, ਕਤਲ ਕੀਤੇ ਜਾਂਦੇ ਹੈ, ਔਰਤਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਜਾਂਦਾ, ਇੱਕ ਕੁੜੀ ਦੇ ਨਾਲ ਗੈਂਗ ਰੇਪ ਹੁੰਦਾ। ਹੁਣ ਇਹਦੇ ਵਿੱਚ ਇੱਕ ਨਵੀਂ ਚੀਜ਼ ਹੈ। ਮਾਨਯੋਗ ਸੁਪਰੀਮ ਕੋਰਟ ਭਾਰਤ, ਪ੍ਰਧਾਨ ਮੰਤਰੀ ਸਾਹਿਬ, ਵਿਰੋਧੀ ਧਿਰਾਂ ਦੇ ਲੀਡਰ, ਮੁੱਖ ਮੰਤਰੀ ਜਿਹੜੇ ਨੇ ਉਹ ਵੀ ਮਣੀਪੁਰ ਦੇ ਇਸ ਮੁੱਦੇ ਤੇ ਕਹਿੰਦੇ ਕਿ ਸਜ਼ਾਵਾਂ ਸਖਤ ਮਿਲਣਗੀਆਂ। 4 ਬੰਦੇ ਗ੍ਰਿਫਤਾਰ ਕਰ ਲੈ, ਚੰਗਾ ਹੋਇਆ। ਹੁਣ ਸੰਧਾਲੀਆ ਸਾਹਿਬ ਇੱਕ ਮੋੜ ਆਇਆ, ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ, ਹੋਰ ਚਿੰਤਤ ਹੋਣ ਦੀ ਲੋੜ ਹੈ, ਚੁਣੌਤੀ ਦੇ ਨਾਲ ਖੜ ਕੇ ਮੱਥਾ ਲਾਉਣ ਦੀ ਲੋੜ ਹੈ। ਜੋ ਪਤਾ ਲੱਗਿਆ ਕਿ 3 ਮਈ ਨੂੰ ਮਣੀਪੁਰ ਦੇ ਇਸ ਪਿੰਡ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਪਿੰਡ ਦੀਆਂ ਉਹ ਔਰਤਾਂ ਸੀ। ਹੁਣ ਤਾਂ ਪਤਾ ਨਹੀਂ ਕਿਹੜੇ ਕੈਂਪ 'ਚ ਰਹਿੰਦੀਆਂ। 3 ਮਈ ਨੂੰ ਹਮਲਾ ਕੀਤਾ। ਜਦੋਂ ਹਮਲਾ ਹੋਇਆ ਤੇ ਮੋਹਰੇ ਉਹ ਪਿੰਡ ਵਾਲੇ ਵੀ ਤਿਆਰ ਸੀ ਤੇ ਆਪਸੀ ਝਗੜਾ ਹੋਇਆ, ਪਰ ਉਹ ਹਮਲਾਵਰਾਂ ਨੂੰ ਵਾਪਸ ਜਾਣਾ ਪਿਆ। 4 ਮਈ ਨੂੰ ਉਹ ਫਿਰ ਹਮਲਾ ਕਰਦੇ 800 ਤੋਂ 1000 ਦੀ ਗਿਣਤੀ 'ਚ। ਮੈਂ 2.5 ਮਹੀਨੇ ਪੁਰਾਣੀ ਗੱਲ ਕਰ ਰਿਹਾ। 4 ਮਈ ਨੂੰ ਅਗਲੇ ਦਿਨ ਹੀ ਉਦਣ ਫਿਰ ਉਹ ਪਿੰਡ ਵਾਲੇ ਮੁਕਾਬਲਾ ਨਹੀਂ ਕਰ ਪਾਉਂਦੇ, ਪਿੰਡ ਛੱਡ ਕੇ ਭੱਜਦੇ ਆ। ਫਿਰ ਘਰਾਂ ਦੀ ਲੁੱਟਮਾਰ ਹੁੰਦੀ ਹੈ, ਜਿਹੜਾ ਕੋਈ ਮਰਦ ਦੀਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ। ਇਹ 3 ਔਰਤਾਂ ਤੇ 2 ਬੰਦੇ ਹੋਰ ਆਪਣੀ ਜਾਨ ਬਚਾ ਕੇ ਭੱਜ ਰਹੇ ਸੀ ਤੇ ਇਹਨਾਂ ਨੂੰ ਪੁਲਿਸ ਦੀ ਜੀਪ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਪੁਲਿਸ ਵਾਲੇ ਨੇ ਵੀ ਕੀਤੀ ਹੈ। ਇਹ 4 ਮਈ ਨੂੰ ਇਹ ਪੁਲਿਸ ਦੀ ਜੀਪ ਨੂੰ ਹੱਥ ਦਿੰਦੇ ਆ, ਪੁਲਿਸ ਦੀ ਜੀਪ ਗੱਡੀ ਰੁਕਦੀ ਹੈ, ਇਹ 5 ਜਣੇ ਉਹਦੇ ਵਿੱਚ ਸਵਾਰ ਹੋ ਜਾਂਦੇ ਆ ਤੇ ਸੰਧਾਲੀਆ ਸਾਹਿਬ ਭੀੜ ਤੁਹਾਡੇ ਮਗਰ ਹੋਵੇ, ਤੁਹਾਨੂੰ ਪੁਲਿਸ ਵਾਲੇ ਜਿਹੜੇ ਹਥਿਆਰਬੰਦ ਨੇ ਉਹ ਨਜ਼ਰ ਆ ਜਾਣ, ਤੁਸੀਂ ਜੀਪ 'ਚ ਬਹਿ ਜਾਓ ਤੇ ਇਹਦੇ ਤੋਂ ਸੁਰੱਖਿਅਤ ਥਾਂ ਕੋਈ ਹੋ ਸਕਦੀ ਹੈ? ਫਿਰ ਕਹਿੰਦੇ ਜੀ ਪੁਲਿਸ ਵਾਲਿਆਂ ਨੇ ਜੀਪ ਥਾਣੇ ਵੱਲ ਪਾ ਲਈ ਤੇ ਜਦੋਂ ਥਾਣਾ ਸਿਰਫ 2 ਕਿਲੋਮੀਟਰ ਦੂਰ ਰਹਿੰਦਾ ਸੀ, 4 ਮਈ ਦੀ ਗੱਲ ਹੈ, ਭੀੜ ਨੇ ਪੁਲਿਸ ਦੀ ਜੀਪ ਘੇਰ ਲਈ। ਪੁਲਿਸ ਵਾਲੇ ਬਾਹਰ ਨਿਕਲ ਆਏ, ਉਹਨਾਂ ਨੇ 5 ਦੇ 5 ਬੰਦੇ ਬਾਹਰ ਕੱਢ ਲਏ, ਜਿਹਦੇ ਵਿੱਚੋਂ 3 ਔਰਤਾਂ ਸੀ ਤੇ ਔਰਤਾਂ ਨੂੰ ਉਸੇ ਵੇਲੇ ਪੁਲਿਸ ਦੇ ਸਾਹਮਣੇ ਕਿਹਾ ਗਿਆ। ਇਹ ਗੱਲ ਪੁਲਿਸ ਵਾਲਿਆਂ ਨੇ ਮੰਨੀ ਹੈ ਕਿ ਭਾਈ ਕੱਪੜੇ ਲਾਓ ਆਪਣੇ, ਨਹੀਂ ਤੁਹਾਨੂੰ ਗੋਲੀ ਮਾਰ ਦਿਆਂਗੇ, ਨਹੀਂ ਤਾਂ ਕਤਲ ਕਰ ਦਿਆਂਗੇ ਤੁਹਾਡਾ। ਤੇ ਉਹ ਔਰਤਾਂ ਦੇ ਵਿੱਚੋਂ ਇੱਕ ਔਰਤ ਜਿਹੜੀ 21 ਸਾਲ ਦੀ ਮੁਟਿਆਰ ਹੈ, ਉਹਨੇ ਕਿਹਾ ਕਿ ਅਸੀਂ ਬੜੀ ਆਸ ਦੇ ਨਾਲ ਪੁਲਿਸ ਵਾਲਿਆਂ ਵੱਲੋਂ ਦੇਖਿਆ ਕਿ ਭਾਈ ਉਹਨਾਂ ਦੇ ਕੋਲੇ ਹਥਿਆਰ ਨੇ, ਉਹ ਸਾਡੀ ਰੱਖਿਆ ਕਰਨਗੇ, ਪਰ ਉਹ ਕਹਿੰਦੇ ਜਿਨ੍ਹਾਂ ਨੇ ਮੂੰਹ ਪਰੇ ਕਰ ਲਏ। ਜਾਣੀ ਹੁਣ ਨਵੀਂ ਕਿਹੜੀ ਗੱਲ ਹੈ ਕਿ ਪੁਲਿਸ ਕਰਮਚਾਰੀਆਂ, ਅਧਿਕਾਰੀਆਂ ਦੇ ਸਾਹਮਣੇ ਭੀੜ ਨੇ ਇਹਨਾਂ ਔਰਤਾਂ ਦੇ ਕੱਪੜੇ ਉਤਰਵਾਏ। ਉਹਨਾਂ ਦੇ ਵਿੱਚੋਂ ਇੱਕ 21 ਸਾਲ ਦੀ ਔਰਤ ਦੇ ਨਾਲ ਗੈਂਗਰੇਪ ਹੋਇਆ। ਤੇ ਸੰਧਾਲੀਆ ਸਾਹਿਬ ਸਵਾਲ ਪਤਾ ਕੀ ਹੈ? ਪਹਿਲੀ ਗੱਲ ਕਿ ਉਹ ਚੁੱਪ ਕਿਉਂ ਰਹੇ। ਦੂਸਰੀ ਗੱਲ, ਜੇ ਘਟਨਾ 4 ਮਈ ਦੀ ਸੀ ਤਾਂ 4 ਮਈ ਤੋਂ ਲੈ ਕੇ 17 ਮਈ ਤੱਕ ਜਿਹੜੇ 13 ਦਿਨ ਬਣਦੇ ਆ, ਥਾਣੇ ਤੋਂ 2 ਕਿਲੋਮੀਟਰ ਦੂਰ ਘਟਨਾ ਘਟੀ ਹੋਵੇ, ਪਿਓ ਮਾਰ ਦਿੱਤਾ ਉਸ 21 ਸਾਲ ਦੀ ਕੁੜੀ ਜਿਹਦੇ ਨਾਲ ਗੈਂਗਰੇਪ ਹੋਇਆ, ਉਹਦੇ ਸਾਹਮਣੇ ਪਹਿਲਾਂ ਉਹਦਾ ਪਿਓ ਕਤਲ ਕੀਤਾ, ਫਿਰ 19 ਸਾਲ ਦਾ ਭਰਾ ਜਦੋਂ ਉਹਨੂੰ ਬਚਾਉਣਾ ਭੀੜ ਨੇ ਕੁੱਟ-ਕੁੱਟ ਕੇ ਮਾਰਿਆ। ਤੁਹਾਡੇ ਸਾਹਮਣੇ ਇੱਕ ਔਰਤ ਦਾ ਪਿਓ ਕਤਲ ਕਰ ਦਿੱਤਾ ਹੋਵੇ, ਉਹਦਾ ਭਰਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਹੋਵੇ, ਉਸ ਔਰਤ ਦੇ ਨਾਲ ਗੈਂਗਰੇਪ ਤੁਹਾਡੇ ਸਾਹਮਣੇ ਹੋਇਆ ਹੋਵੇ, 13 ਦਿਨ ਉਹ ਪੁਲਿਸ ਵਾਲੇ ਆਪਣੇ ਹੀ ਥਾਣੇ ਦੇ ਵਿੱਚ FIR ਕਿਉਂ ਨਾ ਲਿਖ ਸਕੇ? ਤੁਸੀਂ ਤਾਂ ਗਵਾਹ ਸੀ, ਤੁਸੀਂ ਆਪਣੇ ਵੱਲੋਂ FIR ਲਿਖ ਸਕਦੇ ਸੀ। ਪਹਿਲਾ ਸਵਾਲ ਇਹ, 13 ਦਿਨ। 4 ਮਈ ਦੀ ਘਟਨਾ ਹੈ। 18 ਮਈ ਨੂੰ ਉਸ ਪਿੰਡ ਦਾ ਸਰਪੰਚ ਤੇ ਉਹ ਪੀੜਤ 21 ਸਾਲ ਦੀ ਔਰਤ ਉਹ ਥਾਣੇ ਜਾ ਕੇ FIR ਲਿਖਾਉਂਦੇ ਆ। 18 ਮਈ ਦੀ ਗੱਲ ਹੈ, 2 ਮਹੀਨੇ ਕੁਝ ਦਿਨ ਪੁਰਾਣੀ। FIR ਵੀ ਲਿਖਾਤੀ। ਉਹ ਕੁੜੀ ਨੇ ਕਿਹਾ ਕਿ ਮੇਰੇ ਨਾਲ ਰੇਪ ਹੋਇਆ, ਮੇਰਾ ਭਰਾ ਤੇ ਮੇਰਾ ਬਾਪ ਕਤਲ ਕਰ ਦਿੱਤੇ ਗਏ, ਆਹ ਕੁਛ ਸੀ। ਸੰਧਾਲੀਆ ਸਾਹਿਬ 18 ਮਈ ਤੋਂ ਬਾਅਦ 1 ਮਹੀਨਾ 18 ਜੂਨ ਨੂੰ ਹੋ ਗਿਆ। 18 ਜੂਨ ਤੋਂ ਲੈ ਕੇ 18 ਜੁਲਾਈ ਤੱਕ 2 ਮਹੀਨੇ, ਜਾਨੀ 2 ਮਹੀਨੇ 1 ਦਿਨ ਮੁਕੰਮਲ ਹੋ ਗਿਆ ਸੀ, ਕੋਈ ਗ੍ਰਿਫਤਾਰੀ ਨਹੀਂ। FIR ਲਿਖੀ ਪਈ ਹੈ, ਪੀੜਤ ਨੇ ਉੱਥੇ ਦਵਾਈਆਂ ਪਾਈਆਂ, ਪਰਿਵਾਰ ਦੇ 2 ਜੀ ਕਤਲ ਹੋ ਗਏ। 2 ਮਹੀਨੇ ਤੇ 1 ਦਿਨ ਕੋਈ ਗ੍ਰਿਫਤਾਰੀ ਕਿਉਂ ਨਾ ਹੋਈ? ਫਿਰ 19 ਜੁਲਾਈ ਨੂੰ ਵੀਡੀਓ ਰਿਲੀਜ਼ ਹੁੰਦੀ ਹੈ, ਵੀਡੀਓ 2 ਮਹੀਨੇ ਬਾਅਦ। ਫਿਰ ਸੁਪਰੀਮ ਕੋਰਟ ਦਾ ਬਿਆਨ ਆਉਂਦਾ, ਫਿਰ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਆਉਂਦਾ, ਫਿਰ ਵਿਰੋਧੀ ਧਿਰਾਂ ਦਾ ਬਿਆਨ ਆਉਂਦਾ, ਫਿਰ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਹੋਰਾਂ ਦਾ ਬਿਆਨ ਆਉਂਦਾ, ਫਿਰ 4 ਗ੍ਰਿਫਤਾਰੀਆਂ ਹੁੰਦੀਆਂ। ਯਾਰ ਘਟਨਾ ਪੁਲਿਸ ਦੇ ਸਾਹਮਣੇ ਹੋਈ ਹੋਵੇ, 13 ਦਿਨ ਤੁਸੀਂ ਆਪਣੇ ਤੌਰ ਤੇ FIR ਨਾ ਲਿਖੋ, 14ਵੇਂ ਦਿਨ FIR ਲਿਖਦੇ ਹੋ, 2 ਮਹੀਨੇ ਤੇ 1 ਦਿਨ ਮੁੜ ਕੇ ਕਾਰਵਾਈ ਕੋਈ ਨਾ ਹੋਵੇ, ਫਿਰ ਵੀਡੀਓ ਵਾਇਰਲ ਹੋਵੇ ਤੇ ਕਾਰਵਾਈ ਫੇਰ ਹੋਵੇ। ਅੱਜ ਚਾਹੇ 4 ਬੰਦੇ ਫੜੇ ਗਏ ਨੇ ਸੰਧਾਲੀਆ ਸਾਹਿਬ, ਪਰ ਤੁਸੀਂ ਅੰਦਾਜ਼ਾ ਲਾਓ ਇਹ 2 ਮਹੀਨੇ ਉਹਨਾਂ ਔਰਤਾਂ ਨੇ ਕੱਟੇ ਕਿੱਦਾਂ ਹੋਣਗੇ। ਇਹ ਸਮਾਜ ਕਿੱਧਰਲੇ ਪਾਸੇ ਨੂੰ ਜਾ ਰਿਹਾ, ਸਾਡੀ ਕਾਨੂੰਨ ਵਿਵਸਥਾ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ। ਅਸੀਂ ਪਲਾਟ ਤੇ ਜਾ ਰਹੀ ਹਾਂ, ਸ਼ੁਭ ਸ਼ਾਮਾਂ, ਅਸੀਂ ਵਿਗਿਆਨਕ ਖੇਤਰ ਦੇ ਵਿੱਚ ਤਰੱਕੀ ਕਰ ਰਹੇ ਹਾਂ, ਬਹੁਤ ਵਧੀਆ। ਪਰ ਹੁਣ ਸੁਪਰੀਮ ਕੋਰਟ ਵੀ ਸਖਤ ਹੈ, ਪ੍ਰਧਾਨ ਮੰਤਰੀ ਸਾਹਿਬ ਵੀ ਤੰਗ ਨੇ, ਦੁਖੀ ਨੇ।
ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਫਾਹੇ ਲਵਾਵਾਂਗੇ, ਇਹਨਾਂ ਨੂੰ ਫਾਂਸੀ ਦੀ ਸਜ਼ਾ ਦਵਾਵਾਂਗੇ। ਪਰ ਇਹ ਮਾਹੌਲ ਇਦਾਂ ਦਾ ਪੈਦਾ ਕਿਵੇਂ ਹੋਇਆ, ਹੌਸਲਾ ਕਿਵੇਂ ਪੈ ਗਿਆ ਲੋਕਾਂ ਦਾ ਕਿ ਭੀੜ ਬਣ ਕੇ ਜਿਹਨੂੰ ਮਰਜ਼ੀ ਲੁੱਟ ਲਓ, ਜਿਹਨੂੰ ਮਰਜ਼ੀ ਮਾਰ ਦਿਓ, ਜਿਹਦੀ ਮਰਜ਼ੀ ਇੱਜ਼ਤ ਲੁੱਟ ਲਓ। ਘੋਖ ਪੜਤਾਲ ਹੋਣੀ ਬਹੁਤ ਜ਼ਰੂਰੀ ਹੈ ਕਿ ਆਖਿਰਕਾਰ ਨਫ਼ਰਤ ਦੇ ਟੀਕੇ ਸਾਡੇ ਦਿਮਾਗ 'ਚ ਲਾਈ ਕੌਣ ਜਾਂਦਾ। ਜਦੋਂ ਆਪਾਂ ਇਸ ਘਟਨਾ ਨੂੰ ਦੇਖਦੇ ਹਾਂ, ਮੇਰਾ ਖਿਆਲ ਇਸ ਵੀਡੀਓ ਨੂੰ ਦੇਖਦੇ ਹਾਂ ਨਾ, ਤਾਂ ਕੱਲ ਦਾ ਕਈ ਕੁਛ ਇਸ ਚੀਜ਼ ਦੇ ਨਾਲ ਪ੍ਰਚਾਰਿਆ ਵੀ ਜਾ ਰਿਹਾ। ਕੁਛ ਇੱਕ ਪੁਰਾਣੀਆਂ ਫੋਟੋਜ਼, ਕੁਛ ਇੱਕ ਪੁਰਾਣੀਆਂ ਵੀਡੀਓਜ਼ ਜਿਹੜੀਆਂ ਕਿ ਪੱਛਮੀ ਬੰਗਾਲ ਨਾਲ ਰਿਲੇਟਡ ਨੇ, ਉਹਨਾਂ ਫੋਟੋ ਵੀਡੀਓਜ਼ ਨੂੰ ਵੀ ਪ੍ਰਚਾਰਿਆ ਜਾ ਰਿਹਾ ਜੀ ਆਹ ਦੇਖੋ ਇੱਥੇ ਕਿੱਦਾਂ ਹੋ ਰਿਹਾ। ਹਾਲਾਂਕਿ ਕੁਛ ਇੱਕ ਜਿਹੜੀਆਂ ਫੋਟੋ ਵੀਡੀਓਜ਼ ਨੇ ਉਹ ਪਤਾ ਕਿ ਇਸ ਤੋਂ ਪਹਿਲਾਂ ਦੀਆਂ ਨੇ, ਇੰਟਰਨੈਟ ਤੋਂ ਚੱਕੀਆਂ ਨੇ। ਹੁਣ ਕਹਿਣ ਤੋਂ ਭਾਵ ਇਹ ਹੋ ਗਿਆ ਵੀ ਇੱਕ ਘਟਨਾ ਘਟਦੀ ਆ, ਉਸ ਘਟਨਾ ਤੋਂ ਬਾਅਦ ਉਹਦੀ ਵੀਡੀਓ ਵਾਇਰਲ ਹੁੰਦੀ ਆ, ਹਾਲਾਂਕਿ 2-2.5 ਮਹੀਨੇ ਬਾਅਦ ਵਾਇਰਲ ਹੁੰਦੀ ਆ। ਉਸ ਵੀਡੀਓ ਤੋਂ ਬਾਅਦ ਵੀ ਹੋਰਨਾਂ ਫੋਟੋ ਵੀਡੀਓਜ਼ ਨੂੰ ਪਾ ਕੇ ਤੇ ਉਹਦੇ ਵਿੱਚ ਕਈ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹਦਾ ਮਤਲਬ ਇਹ ਹੋ ਗਿਆ ਕਿਤੇ ਨਾ ਕਿਤੇ ਕੁਛ ਨਾ ਕੁਛ ਤੇ ਹੈ ਜਿਹੜਾ ਕਿ ਅੱਗ ਤੇ ਘਿਓ ਪਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਤੇਲ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਇਹਦੇ 'ਚ ਮੈਂ ਇੱਕ ਚੀਜ਼ ਹੋਰ ਐਡ ਕਰਾਂ, ਇਹ ਤਾਂ ਉਹ ਘਟਨਾ ਹੋ ਗਈ ਜਿਹੜੀ ਕਿ ਇੱਕ ਸਾਰਿਆਂ ਦੇ ਸਾਹਮਣੇ ਆਈ ਹੈ। 3-4 ਘਟਨਾਵਾਂ ਹੋਰ ਨੇ ਵਾਟ ਸਾਹਿਬ, 1-2 ਸ਼ਾਇਦ ਤੁਹਾਨੂੰ ਫੋਟੋਜ਼ ਵੀਡੀਓਜ਼ ਕੁਛ ਇੱਕ ਮਿਲ ਜਾਣ ਜਿਹਦੇ ਵਿੱਚ ਇਹਨਾਂ ਦੋ ਭਾਈਚਾਰਿਆਂ ਦੀ ਜਿਹੜੀ ਪੁਰਾਣੀ ਟਸਲ ਆ ਉਹਦਾ ਜ਼ਿਕਰ ਚੱਲਦਾ, ਜਿਹਦੇ ਵਿੱਚ ਕੁਛ ਲੋਕਾਂ ਦੇ ਸਿਰ ਵੱਢ ਕੇ ਪਿੰਡ ਦੇ ਵਿੱਚ ਟੰਗਣ ਦੀ ਗੱਲ ਹੈ ਵੀ ਆਹ ਦੇਖੋ ਜੀ ਇਹ ਫਲਾਣੇ ਭਾਈਚਾਰੇ ਦਾ ਬੰਦਾ, ਉਹਦਾ ਸਿਰ ਵੱਢ ਕੇ ਉਹਦੇ ਪਿੰਡ 'ਚ ਜਾ ਕੇ ਟੰਗਿਆ, ਇਹ ਦੱਸਣ ਦੇ ਲਈ ਕਿ ਅੱਛਾ ਜੀ ਅਸੀਂ ਫਿਰ ਤੁਹਾਡੇ ਨਾਲੋਂ ਜ਼ਿਆਦਾ ਭਾਰੀ ਹੁੰਦੇ ਹਾਂ। ਫਿਰ ਦੂਸਰੇ ਪਾਸਿਓਂ ਦੂਸਰੀ ਧਿਰ ਆਉਂਦੀ ਆ, ਉਸ ਧਿਰ ਵੱਲੋਂ ਉਹਨਾਂ ਦੇ ਬੰਦੇ ਮਾਰ ਕੇ ਤੇ ਉੱਥੇ ਜਾ ਕੇ ਸੁੱਟੇ ਜਾਂਦੇ ਨੇ ਵੀ ਆਹ ਦੇਖੋ ਜੀ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਤਾਕਤਵਰ ਹਾਂ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਜਿਹੜੀ ਕੜੱਤਣ ਆ ਜਦੋਂ ਕਿਤੇ ਵੀ ਭਰੀ ਗਈ ਹੋਊਗੀ, ਹੌਲੀ ਹੌਲੀ ਇਹਨਾਂ ਦੋਵਾਂ ਨੂੰ ਇੱਕ ਦੂਸਰੇ ਪਾਸਿਓਂ ਹਵਾ ਦੇਣ ਵਾਲੇ ਬੰਦੇ ਹੈਗੇ ਆ। ਹੁਣ ਆਹ ਜਿਹੜੀ ਘਟਨਾ ਜਿਹਦੀ ਵੀਡੀਓ ਹੈ, ਇਸ ਵੀਡੀਓ ਤੋਂ ਪਹਿਲਾਂ ਵੀ ਇਸ ਚੀਜ਼ ਦੀ ਚਰਚਾ ਚੱਲਦੀ ਆ ਵੀ ਸ਼ਾਇਦ ਕੋਈ ਅਫਵਾਹ ਫੈਲਾਈ ਗਈ ਕਿ ਜਿਸ ਭਾਈਚਾਰੇ ਵਾਲਿਆਂ ਨੇ ਇਹਨਾਂ 2 ਬੀਬੀਆਂ ਜਾਂ 3 ਬੀਬੀਆਂ ਦੇ ਨਾਲ ਇਹ ਸਾਰਾ ਕੁਝ ਕੀਤਾ, ਉਹ ਜਿਹੜੇ ਭਾਈਚਾਰੇ ਦੀਆਂ ਬੀਬੀਆਂ ਨੇ ਉਸ ਭਾਈਚਾਰੇ ਦੇ ਬੰਦਿਆਂ ਨੇ ਪਹਿਲਾਂ ਦੂਸਰੇ ਭਾਈਚਾਰੇ ਦੇ ਬੀਬੀਆਂ ਦੇ ਨਾਲ ਬਲਾਤਕਾਰ ਕੀਤਾ ਸੀ। ਉਹ ਹੁਣ ਉਹਦੀ ਅਜੇ ਤੱਕ ਪੁਸ਼ਟੀ ਹੋ ਨਹੀਂ ਰਹੀ। ਹੁਣ ਪਤਾ ਨਹੀਂ ਉਹ ਅਫਵਾਹ ਹੈ, ਉਹ ਖਬਰ ਸੀ, ਉਹ ਫੈਲਾਈ ਗਈ ਸੀ, ਕੀ ਕੀਤਾ ਕੀ ਨਹੀਂ ਕੀਤਾ ਗਿਆ, ਉਹ ਵੀ ਇੱਕ ਚਰਚਾ ਦਾ ਵਿਸ਼ਾ। ਮੈਂ ਸਿਰਫ ਇਸ ਕਰਕੇ ਗੱਲ ਕਰ ਰਿਹਾ ਬਾਠ ਸਾਹਿਬ, ਆਪਾਂ ਇਸ ਤੋਂ ਪਹਿਲਾਂ ਵੀ ਜ਼ਿਕਰ ਕਰਦੇ ਸੀ ਵੀ ਜਿਹੜੀ ਆਹ ਰਾਜਨੀਤੀ ਹੈ ਨਾ ਵੀ ਅੱਛਾ ਲੋਕਾਂ ਨੂੰ ਲੜਾ ਲਓ, ਲੋਕਾਂ ਨੂੰ ਵੰਡ ਲਓ, ਇੱਕ ਨੂੰ ਦੂਸਰੇ ਦੇ ਖਿਲਾਫ, ਦੂਸਰੇ ਨੂੰ ਦੂਸਰੇ ਦੇ ਖਿਲਾਫ ਉਕਸਾ ਲਓ, ਇਹ ਜਿਹੜੀ ਰਾਜਨੀਤੀ ਹੈ ਮੁਲਕ ਨੂੰ ਲੈ ਕੇ ਕਿੱਥੇ ਜਾਊਗੀ ਇਹ ਸਮਝੋ ਬਾਹਰਲੀ ਕਹਾਣੀ। ਆਪਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਵੀ ਜਿੱਥੇ ਕਿ ਜੇ ਘਟਨਾ ਵਾਪਰਦੀ ਹੈ ਮਨੀਪੁਰ ਵਾਲੇ ਪਾਸੇ, ਉੱਥੋਂ ਪਰੇ ਚਾਈਨਾ ਕਿੰਨੀ ਕੁ ਦੂਰ ਆ ਤੇ ਅਰੁਣਾਚਲ ਪ੍ਰਦੇਸ਼ ਜਿੱਥੇ ਰੋਜ਼ ਇਸ ਚੀਜ਼ ਦਾ ਰੌਲਾ ਪੈਂਦਾ ਵੀ ਕਿਹੜਾ ਥਾਂ ਕਿਹਦਾ ਨਹੀਂ ਹੈ, ਉਹ ਕਿੰਨੀ ਕੁ ਦੂਰ ਹੈ। ਉੱਥੋਂ ਹੀ ਪਰੇ ਤੁਸੀਂ ਸਮੁੰਦਰੋਂ ਮੈਂ ਨਾ ਵੀ ਨਾਲ ਉੱਥੇ ਚਲੇ ਜਾਓ ਤੱਟ ਦੇ, ਤੇ ਸ੍ਰੀਲੰਕਾ 'ਚ ਕੀ ਕੁਛ ਹੋ ਕੇ ਹਟਿਆ ਆਪਾਂ ਨੂੰ ਫਿਰ ਸਮਝ ਨਹੀਂ ਆਉਂਦੀ। ਭਾਰਤ ਦੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਪਾਸੇ ਆਪਾਂ ਜਾ ਵੜੀਏ, ਉਧਰਲੇ ਪਾਸੇ ਕੀ ਕੁਛ ਰੁੱਝਣ ਡਿਆ ਜਾਂ ਕੀ ਕੁਛ ਬਣ ਡਿਆ, ਜਾਂ ਉਧਰੋਂ ਲੀਡਰ ਕਿੱਦਾਂ ਦਾ ਜ਼ਹਿਰ ਬਾਹਰ ਸੁੱਟਦੇ ਆ। ਹੁਣ ਇਹ ਸਾਰੇ ਕੁਛ 'ਚ ਆਪਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਘੇਰੇ ਤਾਂ ਅੱਗ ਬਲਦੀ ਪਈ ਆ ਭਾਰਤ ਦੇ। ਆਪੋ ਆਪਣੇ ਮੁਲਕ ਨੂੰ ਹਰੇਕ ਨੂੰ ਲੱਗਦਾ ਵੀ ਹਾਂ ਭਾਈ ਸਾਹਿਬ ਆਪਾਂ ਵੇਖ ਲਓ ਦੱਬ ਲੈਣਾ, ਤੇ ਜਿੱਥੇ ਇੱਕ ਮੁਲਕ ਇੱਕ ਦੇਸ਼ ਹੋਣ ਦੀ ਲੋੜ ਆ ਉੱਥੇ ਆਪਾਂ ਇਹੋ ਜਿਹੀਆਂ ਵੰਡੀਆਂ, ਇਹੋ ਜਿਹੇ ਲੋਕਾਂ ਨੂੰ ਆਪਸ ਦੇ ਵਿੱਚ ਪਾੜ ਕੇ ਤੇ ਪਤਾ ਨਹੀਂ ਵੋਟਾਂ ਦੀ ਸਿਆਸਤ ਜਾਂ ਵੋਟਾਂ ਦੀ ਰਾਜਨੀਤੀ ਕਰਨ 'ਚ ਰੁੱਝੇ ਆ। ਇਹ ਜਿਹੜਾ ਰਸਤਾ ਹੈ ਇਹ ਆਪਾਂ ਨੂੰ ਲੈ ਕੇ ਕਿੱਥੇ ਜਾਊਗਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕੋਈ ਸੋਚ ਕੇ ਰਾਜਨੀਤਿਕ ਲੀਡਰ ਜਾਂ ਪੋਲੀਟੀਕਲ ਪਾਰਟੀ ਨਹੀਂ। ਬਹੁਤ ਜ਼ਰੂਰੀ ਹੈ ਜੀ ਇਧਰਲੇ ਪਾਸੇ ਨੂੰ ਧਿਆਨ ਦੇਣਾ। ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਗੱਦੀਆਂ ਮਿਲਦੀਆਂ ਰਹਿਣੀਆਂ, ਜਾਂਦੀਆਂ ਰਹਿਣੀਆਂ, ਪਰ ਉਹ ਇਲੈਕਸ਼ਨਾਂ ਤੇ ਗੱਦੀਆਂ ਤਾਂ ਆ ਜੇ ਅਸੀਂ ਦੇਸ਼ ਮਜ਼ਬੂਤ ਰੱਖ ਸਕੇ, ਇਕਜੁੱਟ ਰੱਖ ਸਕੇ। ਇੰਨਾ ਜ਼ਿਆਦਾ ਬਖਰੇਵਾਂ, ਇੰਨੀ ਜ਼ਿਆਦਾ ਨਫ਼ਰਤ ਕਿਸੇ ਵੀ ਖਿੱਤੇ ਦੇ ਲਈ ਖਤਰਨਾਕ ਹੁੰਦੀ ਹੈ, ਉਹ ਵੀ ਜਦੋਂ ਆਮ ਲੋਕਾਂ 'ਚ ਹੋ ਜਾਏ। ਅਫਵਾਹਾਂ ਪਹਿਲਾਂ ਵੀ ਬਹੁਤ ਸਾਰੀਆਂ ਫੈਲਾਈਆਂ ਜਾਂਦੀਆਂ ਰਹੀਆਂ, ਜੇ ਅੰਦਰੋਂ ਅਫਵਾਹਾਂ ਫੈਲਾਈਆਂ ਜਾ ਸਕਦੀਆਂ, ਕੱਲ੍ਹ ਨੂੰ ਬਾਹਰਲੇ ਫੈਲਾਉਣ ਲੱਗ ਪਏ, ਜਾਵਾਂਗੇ ਕਿੱਧਰ? ਹਾਲਾਤ ਸਾਡੇ ਕੀ ਹੋਣਗੇ? ਸੰਧਾਲੀਆ ਸਾਹਿਬ, ਅਗਲੀ ਖਬਰ ਵਾਲੇ ਪਾਸੇ ਨੂੰ ਚੱਲੀਏ ਤਾਂ ਰਾਹੁਲ ਗਾਂਧੀ ਸਾਹਿਬ ਜਿਹੜੇ ਆ, ਜਦੋਂ ਉਹਨਾਂ ਨੇ ਮੋਦੀ ਸਰਨੇਮ ਨੂੰ ਲੈ ਕੇ ਟਿੱਪਣੀ ਕਰ ਦਿੱਤੀ ਸੀ, ਗੁਜਰਾਤ ਦੇ ਬੀਜੇਪੀ ਦੇ ਇੱਕ ਐਮਐਲਏ ਨੇ ਪਟੀਸ਼ਨ ਪਾਤੀ ਕਿ ਭਾਈ ਬੰਦੇ ਨੇ ਸਾਡੇ ਭਾਈਚਾਰੇ ਦੇ ਖਿਲਾਫ ਜ਼ਹਿਰ ਉਗਲੀ ਹੈ। ਸੂਰਤ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਦੇ ਦਿੱਤੀ ਸੀ। 23 ਮਾਰਚ ਜਿਹੜੀ ਐਸੇ ਵਰੇ ਦੀ ਹੈ, 24 ਮਾਰਚ ਨੂੰ ਮੈਂਬਰਸ਼ਿਪ ਗਈ ਇਹਨਾਂ ਦੀ ਲੋਕ ਸਭਾ ਦੀ। ਇਹ ਗੁਜਰਾਤ ਹਾਈ ਕੋਰਟ ਚਲੇ ਗਏ ਕਿ ਸਜ਼ਾ ਜ਼ਿਆਦਾ ਜੀ, ਗਲਤ ਸਜ਼ਾ ਦਿੱਤੀ ਗਈ ਹੈ। ਗੁਜਰਾਤ ਹਾਈ ਕੋਰਟ ਨੇ ਕਹਿ ਦਿੱਤਾ ਕਿ ਨਾ, ਸਾਨੂੰ ਤਾਂ ਸੂਰਤ ਦੀ ਅਦਾਲਤ ਦਾ ਫੈਸਲਾ ਠੀਕ ਜਾਪਦਾ ਹੈ, ਤੁਹਾਡੇ ਖਿਲਾਫ ਸ਼ਿਕਾਇਤਾਂ ਹੋਰ ਬਹੁਤ ਨੇ। ਇੱਕੋ ਹੀ ਰਾਹ ਬਚਿਆ ਸੀ ਰਾਹੁਲ ਗਾਂਧੀ ਹੋਰਾਂ ਦੇ ਕੋਲੇ, ਮਾਣਯੋਗ ਸੁਪਰੀਮ ਕੋਰਟ ਦਾ। ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ 6 ਦਿਨ ਪਹਿਲਾਂ ਬੇਨਤੀ ਕਰਤੀ ਕਿ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ, ਸਜ਼ਾ ਗਲਤ ਮਿਲੀ ਆ, ਮੇਰੀ ਮੈਂਬਰਸ਼ਿਪ ਵੀ ਬਹਾਲ ਕਰਾਉਣੀ ਆ ਮੈਂ। ਇਸੇ ਦੌਰਾਨ ਜਿਹੜਾ ਬੀਜੇਪੀ ਦਾ ਗੁਜਰਾਤ ਦਾ ਐਮਐਲਏ ਇਹਨਾਂ ਦੇ ਖਿਲਾਫ ਪਾਰਟੀ ਬਣਿਆ ਸੀ, ਉਹਨੇ ਸੁਪਰੀਮ ਕੋਰਟ ਨੂੰ ਬੇਨਤੀ ਕਰਤੀ ਕਿ ਸਿੱਧਾ ਨਾ ਜੀ ਫੈਸਲਾ ਕਰ ਦਿਓ, ਬੇਨਤੀ ਆ ਹੱਥ ਜੋੜੇ, ਮੇਰਾ ਪੱਖ ਜ਼ਰੂਰ ਸੁਣਿਓ, ਮੈਂ ਸ਼ਿਕਾਇਤ ਕਰਤਾ। ਚਲੋ ਸੁਣਵਾਈ ਹੋਈ ਅੱਜ,
ਤੇ ਸੁਣਵਾਈ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਤਾਂ ਗੁਜਰਾਤ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ, ਇੱਕ ਗੁਜਰਾਤ ਦੇ ਉਸ ਐਮਐਲਏ ਨੂੰ ਨੋਟਿਸ ਜਾਰੀ ਕੀਤਾ ਤੇ ਦੋਵਾਂ ਨੂੰ ਕਹਿਤਾ ਕਿ ਜੋ ਕੁਝ ਵੀ ਤੁਸੀਂ ਇਸ ਕੇਸ ਦੇ ਵਿੱਚ ਕਹਿਣਾ ਚਾਹੁੰਦੇ ਹੋ ਤੁਹਾਨੂੰ 10 ਦਿਨ ਦਿੱਤੇ, ਤੁਸੀਂ 10 ਦਿਨਾਂ ਦੇ ਵਿੱਚ ਸਾਡੇ ਕੋਲੇ ਲਿਖਤੀ ਅਪੜਦੀ ਕਰ ਦਿਓ ਤੇ 4 ਅਗਸਤ ਨੂੰ ਅਸੀਂ ਦੁਬਾਰਾ ਸੁਣਵਾਈ ਕਰਾਂਗੇ। ਇਹ ਬਹੁਤ ਅਹਿਮ, ਨਾਜ਼ੁਕ, ਚੁਣੌਤੀ ਭਰਪੂਰ ਮੋੜ ਆ ਗਿਆ ਸੰਧਾਲੀਆ ਸਾਹਿਬ, ਕਿਉਂਕਿ ਜੇ ਤਾਂ ਮਾਣਯੋਗ ਸੁਪਰੀਮ ਕੋਰਟ ਤੋਂ ਰਾਹੁਲ ਗਾਂਧੀ ਸਾਹਿਬ ਨੂੰ ਰਾਹਤ ਮਿਲਦੀ ਹੈ, ਜੇ ਸਜ਼ਾ ਦੇ ਉੱਤੇ ਰੋਕ ਲੱਗਦੀ ਹੈ, ਉਹ ਫਿਰ ਐਮਪੀ ਵੀ ਬਹਾਲ ਹੋ ਜਾਣਗੇ, ਉਹ ਦੁਬਾਰਾ ਇਲੈਕਸ਼ਨ ਵੀ ਲੜ ਸਕਣਗੇ 2024 ਦੀ ਰਾਹੁਲ ਗਾਂਧੀ ਸਾਹਿਬ। ਪਰ ਜੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਕੀਤੇ, ਉਹਨਾਂ ਨੇ ਬੜੇ ਵੱਡੇ ਵਕੀਲ ਨੇ, ਨਾਮਵਰ ਨੇ ਰਾਹੁਲ ਗਾਂਧੀ ਸਾਹਿਬ ਨੇ, ਪਰ ਜੇ ਰਾਹੁਲ ਗਾਂਧੀ ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ ਇਸ ਗੱਲ ਦੇ ਲਈ ਨਾਮ ਨਾ ਸਕੇ ਆਪਣੀਆਂ ਦਲੀਲਾਂ ਦੇ ਨਾਲ ਕਿ ਭਾਈ ਰਾਹੁਲ ਗਾਂਧੀ ਸਾਹਿਬ ਦੀ ਸਜ਼ਾ ਜਿਹੜੀ ਘਟਣੀ ਚਾਹੀਦੀ ਹੈ ਜਾਂ ਬੰਦ ਹੋਣੀ ਚਾਹੀਦੀ ਜਾਂ ਰੋਕ ਲੱਗਣੀ ਚਾਹੀਦੀ ਹੈ, ਤਾਂ ਸੰਧਾਲੀਆ ਸਾਹਿਬ 2024 ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਫਿਰ ਨਾ ਤਾਂ ਐਮਪੀਸ਼ਿਪ ਬਹਾਲ ਹੋਊ ਰਾਹੁਲ ਗਾਂਧੀ ਸਾਹਿਬ ਦੀ, ਨਾ 2024 ਦੀ ਇਲੈਕਸ਼ਨ ਲੜ ਸਕਣਗੇ, ਨਾ 2029 ਦੀ ਚੋਣ ਲੜ ਸਕਣਗੇ। 2031 ਤੱਕ ਰਾਹੁਲ ਗਾਂਧੀ ਦੇ ਉੱਤੇ ਚੋਣ ਲੜਨ ਦੇ ਉੱਤੇ ਬੈਨ ਹੋਊ। ਜਾਣੀ ਕਿ ਜਿਸ ਆਪਣੇ ਲੀਡਰ ਨੂੰ ਕਾਂਗਰਸ ਪਾਰਟੀ ਇਹ ਸੋਚਦੀ ਸੀ ਕਿ ਭਾਈ ਅਸੀਂ ਕਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ, ਜਿਹੜਾ ਲੀਡਰ ਦੱਖਣੀ ਭਾਰਤ ਤੋਂ ਸ਼ੁਰੂ ਹੋ ਕੇ ਉਹ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਲਾਲ ਚੌਂਕ ਤੱਕ ਪੈਦਲ ਯਾਤਰਾ ਕਰਦਾ ਹੈ, ਉਸ ਲੀਡਰ ਦੀ ਜੇ ਐਮਪੀਸ਼ਿਪ ਵੀ ਗਈ ਤੇ ਚੋਣ ਲੜਨ ਦੇ ਉੱਤੇ ਵੀ ਪਾਬੰਦੀ 2031 ਤੱਕ ਹੋ ਗਈ। ਕਾਂਗਰਸ ਪਾਰਟੀ ਤਾਂ ਪਹਿਲੇ ਹਿੱਲੀ ਪਈ ਹੈ, ਕਾਂਗਰਸ ਪਾਰਟੀ ਨੂੰ ਸਮਝ ਨਹੀਂ ਆਉਂਦੀ ਕਿ ਜੜਾ ਮਜ਼ਬੂਤ ਕਿੱਦਾਂ ਕਰੀਏ। ਇਹ ਝਟਕਾ ਵੀ ਫਿਰ ਛੋਟਾ ਨਹੀਂ ਹੋਏਗਾ। ਨਹੀਂ ਜੀ, ਝਟਕਾ ਤਾਂ ਬਹੁਤ ਵੱਡਾ, ਆਪਾਂ ਤਾਂ ਜ਼ਿਕਰ ਕਰ ਚੁੱਕੇ। ਤੁਸੀਂ 2031 ਦੀ ਗੱਲ ਕਰਦੇ ਆ, 2031 ਤੇ ਇਲੈਕਸ਼ਨ ਹੋਣੀ ਨਹੀਂ, 2029 ਤੋਂ ਬਾਅਦ ਜੇ ਇਲੈਕਸ਼ਨ ਹੋਈ ਤੇ 2034 ਚ ਜਾ ਕੇ ਹੋਣੀ ਹੈ। ਇਹਦਾ ਮਤਲਬ ਜਾਂ ਤੇ 2024 ਦੀ ਇਲੈਕਸ਼ਨ, ਜੇ 2024 ਦੀ ਇਲੈਕਸ਼ਨ ਨਹੀਂ ਹੁੰਦੀ ਤੇ ਫਿਰ ਠੀਕ 10 ਸਾਲ ਬਾਅਦ 2034 ਚ ਜਾ ਕੇ ਹੋ ਸਕਦਾ ਹੈ ਕਿ ਵੀ ਰਾਹੁਲ ਗਾਂਧੀ ਸਾਹਿਬ ਨੂੰ ਦੁਬਾਰਾ ਮੌਕਾ ਮਿਲੇ। ਤੇ ਜਿੰਨੀ ਕੁ ਉਮਰ ਉਹਨਾਂ ਦੀ ਹੋ ਗਈ ਹੈ ਤੇ ਹੁਣ ਤੱਕ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਆ, ਜਾਂ ਜਿਹੜੀ ਪਿਛਲੇ ਦਿਨਾਂ 'ਚ ਭਾਰਤ ਯਾਤਰਾ ਉਹਨਾਂ ਨੇ ਕੀਤੀ, ਜਾਂ ਹੁਣ ਵੀ ਆਪਣੇ ਤੌਰ ਦੇ ਉੱਪਰ ਉਹ ਵੱਖ-ਵੱਖ ਥਾਵਾਂ ਤੇ ਕਦੀ ਕਿਸੇ ਢਾਬੇ ਤੇ, ਕਦੀ ਕਿਸੇ ਮੋਟਰਸਾਈਕਲ ਮਕੈਨਿਕ ਕੋਲੇ, ਕਦੀ ਕਿਸੇ ਟਰੱਕ 'ਚ ਯਾਤਰਾ, ਕਦੀ ਕਿਸੇ ਪਿੰਡ ਦੇ ਵਿੱਚ ਆਮ ਬੀਬੀਆਂ ਦੇ ਨਾਲ ਬਹਿ ਕੇ ਰੋਟੀ ਪਾਣੀ ਖਾਣਾ, ਉਹ ਸਾਰੀ ਕਵਾਇਦ ਜਿਹੜੀ ਕੀਤੀ ਹੈ ਉਹ ਲਗਭਗ 10 ਸਾਲ ਪਿੱਛੇ ਚਲੇ ਜਾਣੀ ਆ। ਤੇ 2034 ਤੱਕ ਲੋਕਾਂ ਨੂੰ ਚੇਤਾ ਵੀ ਰਹਿੰਦਾ ਕਿ ਨਹੀਂ ਰਹਿੰਦਾ ਵੀ ਹਾਂਜੀ ਰਾਹੁਲ ਗਾਂਧੀ ਸਾਹਿਬ ਵੀ ਕੋਈ ਲੀਡਰ ਹੈਗੇ ਕਿ ਨਹੀਂ ਹੈਗੇ, ਇਹ ਤੇ ਹੁਣ ਰੱਬ ਜਾਣਦਾ। ਪਰ ਵੈਸੇ ਮੈਨੂੰ ਲੱਗਦਾ ਵੀ ਜਿਸ ਲੈਵਲ ਤੱਕ ਇਹ ਲੜਾਈ ਹੁਣ ਚੱਲ ਗਈ ਹੈ, ਐਂਡ ਜਿਸ ਲੈਵਲ ਤੱਕ ਹੋ ਸਕਦਾ ਕਿ ਵੀ ਹੁਣ ਜਾ ਕੇ ਲੜਾਈ ਲੜਨੀ ਆ, ਸੁਪਰੀਮ ਕੋਰਟ ਦੀ ਆਪਾਂ ਗੱਲ ਕਰ ਰਹੇ ਹਾਂ, ਉੱਥੇ ਹੁਣ ਵੱਡੇ ਵੱਡੇ ਵਕੀਲ ਸਾਹਿਬਾਨ ਜਾਂ ਸਾਰੀਆਂ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਕੋਈ ਮਾੜਾ ਮੋੜ ਵਕੀਲ ਹੋਊਗਾ ਜਾਂ ਉੱਥੇ ਵੈਸੇ 2 ਕਾਗਜ਼ ਲੈ ਕੇ ਚਲੇ ਜਾਣਗੇ। ਉਹ ਜ਼ਰੂਰ ਪੂਰੇ ਦੇਸ਼ ਦੇ ਵਿੱਚ ਕਿੱਥੇ ਕਿਹੜਾ ਕੇਸ ਹੋਇਆ, ਕਿੱਥੇ ਕਿਹਨੇ ਕਿਹੜਾ ਮੰਨ ਲਓ ਵੀ ਮਾਣਹਾਨੀ ਦਾ ਜਾਂ ਕਹਿ ਦਿੱਤੋ ਜਾਂ ਕਹਿ ਲਓ ਕਿ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਸੀ ਤੇ ਉਹਦੇ ਖਿਲਾਫ ਉਹਦੇ 'ਚ ਕੀ ਕੀ ਸਜ਼ਾਵਾਂ ਮਿਲੀਆਂ, ਫਿਰ ਉਹਨਾਂ ਸਜ਼ਾਵਾਂ ਨੂੰ ਕਾਊਂਟਰ ਕਿੱਦਾਂ ਕੀਤਾ ਗਿਆ, ਫਿਰ ਅਦਾਲਤਾਂ ਨੇ ਕੀ ਫੈਸਲੇ ਸੁਣਾਏ, ਹੋ ਸਕਦਾ ਉਹ ਸਾਰਾ ਕੁਝ ਜਿਹੜਾ ਉਹ ਵਕੀਲਾਂ ਦੀ ਟੀਮ ਵੱਲੋਂ ਉੱਥੇ ਜਾ ਕੇ ਰੱਖਿਆ ਜਾਵੇ। ਤੇ ਜੇ ਇੰਨੀਆਂ ਅਦਾਲਤਾਂ ਦੇ ਵਿੱਚੋਂ ਗੱਲ ਨਹੀਂ ਬਣੀ ਤੇ ਜੇ ਕੋਈ ਇਹ ਸਮਝੇ ਵੀ ਅਜੇ ਵੀ ਸ਼ਾਇਦ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਹੋਰਾਂ ਦਾ ਇਹ ਕੇਸ ਕੱਚੇ ਤੌਰ ਤੇ ਲੜਿਆ ਜਾਊਗਾ, ਇਹਦੀ ਮੈਨੂੰ ਆਸ ਘੱਟ ਲੱਗਦੀ। ਮੈਨੂੰ ਲੱਗਦਾ ਕਿ ਬੜਾ ਪੱਕੇ ਤੌਰ ਦੇ ਉੱਪਰ ਬੜੀਆਂ ਦਲੀਲਾਂ ਦੇ ਨਾਲ ਬਾਅਦ ਲੀਲੇ ਜਿਹੜਾ ਕੇਸ ਹੈ ਉੱਥੇ ਜਾ ਕੇ ਲੜਿਆ ਜਾਊਗਾ। ਤੇ ਵੈਸੇ ਮੈਨੂੰ ਆਸ ਹੈਗੀ ਆ ਕਿ ਵੀ ਹੋ ਸਕਦਾ ਸੁਪਰੀਮ ਕੋਰਟ ਇਸ ਜਿਹੜੀ ਸਜ਼ਾ ਦੇ ਉੱਪਰ ਰੋਕ ਲਾ ਦੇਵੇ ਜਾਂ ਸਜ਼ਾ ਨੂੰ ਘਟਾ ਦੇਵੇ, ਜਾਂ ਉਹਨਾਂ ਦੀ ਜਿਹੜੀ ਮੈਂਬਰੀ ਹੈ ਜੇ ਉਹ ਬਹਾਲ ਨਹੀਂ ਵੀ ਹੁੰਦੀ ਤਾਂ ਘੱਟੋ ਘੱਟ ਚੋਣ ਲੜਨ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਵਾਂਝਾ ਕੀਤਾ ਗਿਆ ਸ਼ਾਇਦ ਉਹਦੇ ਤੋਂ ਉਹਨਾਂ ਦਾ ਬਚਾਅ ਹੋ ਜਾਵੇ। ਵੈਸੇ ਮੈਨੂੰ ਆਸ ਜਾਪਦੀ ਜਿਸ ਹਿਸਾਬ ਨਾਲ ਇਹ ਕੇਸ ਤਿਆਰ ਕਰਕੇ ਲੜਨਗੇ, ਕਿਉਂਕਿ ਹੁਣ ਇਹ ਆਖਰੀ ਰਾਹ ਬਚਿਆ, ਹੋਰ ਕੋਈ ਰਾਹ ਬਚਿਆ ਨਹੀਂ। ਤੇ ਜੇ ਇੱਥੇ ਵੀ ਆਣ ਕੇ ਉਹ ਮੰਨ ਲਓ ਜੀ ਕੁਛ ਕਹਿਣ ਲੱਗੇ। ਮੈਂ ਕਿਹਾ ਵਕੀਲ ਉਹੀ ਸੀ ਜਿਹੜੇ ਗੁਜਰਾਤ ਹਾਈ ਕੋਰਟ ਦੇ ਵਿੱਚ ਕੇਸ ਲੜੇ ਸੀ। ਹੁਣ ਕੇਸ ਦੇ ਵਿੱਚ ਨਵਾਂ ਖੰਡ, ਗੁੜ, ਚਾਹ ਪੱਤੀ, ਇਲਾਇਚੀ, ਲੌਂਗ, ਜਵੈਣ, ਸੌਂਫ ਕੀ ਪਾ ਕੇ ਪੇਸ਼ ਕਰਦੇ ਆ ਜਿਹੜਾ ਸਟਰੋਂਗ ਹੋ ਜੂ। ਗੱਲ ਤੁਹਾਡੀ ਠੀਕ ਹੈ, ਪਰ ਉਧਰਲੇ ਪਾਸੇ ਹੁਣ ਸਮੇਂ ਦੀ ਸਮਾਪਤੀ ਹੈ ਜੀ। ਸੰਧਾਲੀਆ ਸਾਹਿਬ ਇੱਕੋ ਗੱਲ ਕਰਨੀ ਹੈ, ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਗਏ ਤੇ ਉਹਨਾਂ ਨੇ ਨਾਭੇ ਦੀ ਜੇਲ੍ਹ ਦੇ ਵਿੱਚ ਕਾਂਗਰਸੀ ਆਗੂ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ। ਜਿੱਦਾਂ ਦਾ ਕੇਸ ਚੰਨੀ ਸਾਹਿਬ ਵਾਲੇ ਮਸਲੇ ਦੇ ਵਿੱਚ ਹੈ ਆਮਦਨ ਤੋਂ ਵੱਧ ਪ੍ਰਾਪਰਟੀ ਦਾ, ਉਦਾਂ ਦਾ ਹੀ ਕੇਸ ਇਧਰਲੇ ਪਾਸੇ ਕਿੱਕੀ ਢਿੱਲੋਂ ਸਾਹਿਬ ਦੇ ਉੱਤੇ ਹੈ। ਚਲੋ ਮੁਲਾਕਾਤਾਂ ਨੇ ਇੱਕ ਪਾਰਟੀ ਦੇ ਲੀਡਰ ਕਰ ਵੀ ਸਕਦੇ ਆ ਜੀ। ਨਹੀਂ, ਪਰ ਤੁਸੀਂ ਦੇਖੋ ਕਿ ਢਿੱਲੋਂ ਸਾਹਿਬ ਜਦੋਂ ਦੇ ਮੇਰਾ ਖਿਆਲ ਅੰਦਰ ਨੇ ਜਾਂ ਜਦੋਂ ਤੋਂ ਇਸ ਸਾਰੇ ਕੁਝ ਦਾ ਸਾਹਮਣਾ ਕਰ ਰਹੇ ਆ,
ਜੇ ਮੈਂ ਗਲਤ ਨਹੀਂ ਤੇ ਆਪਾਂ ਇਹ ਪਹਿਲੇ ਵੱਡੇ ਲੀਡਰ ਬਾਰੇ ਇਸ ਵਕਤ ਇਹ ਖਬਰ ਜਾਣ ਰਹੇ ਹਾਂ ਜਿਨ੍ਹਾਂ ਨੇ ਉਹਨਾਂ ਦਾ ਪਤਾ ਲਿਆ ਜਾਂ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਹੋਰ ਕਿਸੇ ਧੜੇ ਵੱਲੋਂ ਇਸ ਤੋਂ ਪਹਿਲਾਂ ਮੈਂ ਉਹਨਾਂ ਦਾ ਪਤਾ ਲੈਂਦਿਆਂ ਸੁਣਿਆ ਨਹੀਂ। ਜੇ ਤੁਸੀਂ ਕੋਈ ਸੁਣਿਆ ਤਾਂ ਮੈਨੂੰ ਯਾਦ ਕਰਾ ਦਿਓ। ਨਹੀਂ ਹੈ ਨਹੀਂ ਜੀ ਇਦਾਂ ਦਾ ਅਜੇ। ਚੰਨੀ ਸਾਹਿਬ ਤਾਂ ਅਜੇ ਪੁੱਛਗਿੱਛ ਲਈ ਸੱਦ ਰਹੇ। ਚੰਨੀ ਸਾਹਿਬ ਨੂੰ ਇਧਰਲੇ ਪਾਸੇ ਬੰਦੇ ਅੰਦਰ ਚਲੇ ਗਏ। ਚੰਨੀ ਸਾਹਿਬ ਦਾ ਕੇਸ ਬਹੁਤ ਇਨੀਸ਼ੀਅਲ ਸਟੇਜ ਤੇ ਹੈ। ਹਾਂ ਚਲੋ ਚੱਲੀਏ ਜੀ ਫਿਰ ਆਪਾਂ ਹੁਣ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।